हालेलुया। खुदावंद यीशु के जलाली नाम में आप सबको सलाम। खुदावंद यीशु मसीह दे जलाली नाम में ਤੁਹਾਨੂੰ ਸਾਰਿਆਂ ਨੂੰ ਸਲਾਮ। आप सब ने प्रभु की आराधना से बड़ी आशीष पाई होगी। ਤੁਸੀਂ ਸਭਨਾਂ ਨੇ ਪ੍ਰਭੂ ਦੀ ਆਰਾਧਨਾ ਦੁਆਰਾ ਬੜੀ ਬਰਕਤ ਪਾਈ ਹੋਵੇਗੀ। आज के वचन के द्वारा सीख कर चलेंगे। ਆਓ ਅਸੀਂ ਅੱਜ ਦੇ ਵਚਨ ਦੇ ਦੁਆਰਾ ਸਿੱਖ ਕੇ ਚੱਲਾਂਗੇ। इस पर हम छोटी सी प्रार्थना करेंगे। ਉਸ ਤੋਂ ਪਹਿਲਾਂ ਅਸੀਂ ਛੋਟੀ ਜਿਹੀ ਪ੍ਰਾਰਥਨਾ ਕਰਾਂਗੇ। जीवित परमेश्वर जलाली बाप, ਜਿੰਦੇ ਉੱਤੇ ਜਲਾਲੀ ਪਰਮੇਸ਼ਰ, अभी तक हमने ऑनलाइन सर्विस को अपने हाथ में लेकर चला, आपका धन्यवाद। ਹੁਣ ਤੱਕ ਪਿਤਾ ਜੀ ਤੁਸੀਂ ਆਨਲਾਈਨ ਸਰਵਿਸ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਚਲਾਇਆ, ਤੁਹਾਡਾ ਧੰਨਵਾਦ ਕਰਦੇ ਹਾਂ। अभी पिता अपनी वाणी के द्वारा अपने लोगों से बात कर। ਹੁਣ ਪਿਤਾ ਜੀ ਆਓ ਤੇ ਤੁਸੀਂ ਆਪਣੇ ਬਾਣੀ ਦੇ ਦੁਆਰਾ ਆਪਣੇ ਲੋਕਾਂ ਨਾਲ ਗੱਲ ਕਰੋ। अपनी दास दासी को अपनी सामर्थी आत्मा की मस्सा से चलाना। ਆਪਣੇ ਦਾਸ ਦਾਸੀ ਨੂੰ ਆਪਣੇ ਸਾਮਰਥੀ ਆਤਮਾ ਦੀ ਮਸਾ ਦੇ ਨਾਲ ताकि ਚਲਾਣਾ, हमारे मुख से तेरी बड़ी तेरी आवाज से निकले प्रभु। ਤਾਂ कि ਸਾਡੇ ਮੁਖ ਤੋਂ ਤੇਰੀ ਬਾਣੀ ਤੇਰੇ ਵੱਲੋਂ ਨਿਕਲੇ ਪ੍ਰਭੂ सबसे ਜੀ, पहले तेरे सब लोग बड़ी आशीष पाएं ਤੇ प्रभु। ਸੁਣਨ ਵਾਲੇ ਤੇਰੇ ਸਾਰੇ ਲੋਕ ਬੜੀ ਬਰਕਤ ਪਾਣ। सारे समय को आपकी सामर्थी हाथों में देते हुए ਸਾਰੇ ਸਮੇਂ ਨੂੰ ਤੁਹਾਡੇ ਸਾਮਰਥੀ ਹੱਥਾਂ ਵਿੱਚ ਦਿੰਦੇ ਹੋਏ प्रार्थना को प्रभु यीशु के नाम में मांगते हैं। ਪ੍ਰਾਰਥਨਾ ਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ। आमीन। ਆਮੀਨ। हालेलुया। ਹਾਲੇਲੂਇਆ। आज के वचन की तरफ बढ़ेंगे। ਆਓ ਅਸੀਂ ਅੱਜ ਦੇ ਵਚਨ ਵੱਲ ਵਧਾਂਗੇ। आज का हमारा वचन का जो विषय है, ਅੱਜ ਦਾ ਵਚਨ ਦਾ ਜੋ ਸਾਡਾ ਵਿਸ਼ੇ ਹੈ अधीनगी के ऊपर, ਅਧੀਨਗੀ ਦੇ ਉੱਪਰ, एक दूसरे के अधीन रहना। ਯਾਨੀ ਕਿ ਇੱਕ ਦੂਸਰੇ ਦੇ ਅਧੀਨ ਰਹਿਣਾ। हालेलुया। ਹਾਲੇਲੂਇਆ। आज के वचन को इफिसियों 5 का 21 में पढ़कर चलेंगे। ਆਓ ਅਸੀਂ ਬਾਈਬਲ ਚੋਂ ਨਏ ਨਿਯਮ ਦੀ ਕਿਤਾਬ ਵਿੱਚੋਂ ਇਫਿਸੀਓਂ 5 ਅਧਿਆਇ ਦੀ 21 ਆਇਤ ਨੂੰ ਪੜ੍ਹ ਕੇ ਚੱਲਾਂਗੇ। और मसीह के भय से एक दूसरे के अधीन रहो। हालेलुया। ਹਾਲੇਲੂਇਆ। देखिए प्रभु का दास पौलुस क्या कहता है। ਦੇਖੋ ਪ੍ਰਭੂ ਦਾ ਦਾਸ ਸੰਤ ਪੌਲੁਸ ਕੀ ਕਹਿੰਦਾ ਹੈ। मसीह की डर रखते हुए ਮਸੀਹ ਦਾ ਡਰ ਰੱਖਦੇ ਹੋਏ एक दूसरे के अधीन रहो। ਇੱਕ ਦੂਜੇ ਦੇ ਅਧੀਨ ਰਹੋ। अधीन को इंग्लिश में इंग्लिश की बाइबल में लिखा हुआ है, ਅਧੀਨ ਬਾਰੇ ਇੰਗਲਿਸ਼ ਦੀ ਬਾਈਬਲ 'ਚ ਲਿਖਿਆ ਹੋਇਆ ਹੈ सबमिट करना। ਸਬਮਿਟ ਕਰਨਾ, एक दूसरे के अधीन हो जाना। ਯਾਨੀ ਕਿ ਇੱਕ ਦੂਜੇ ਦੇ ਅਧੀਨ ਹੋ ਜਾਣਾ। यीशु का डर अगर आपके अंदर होगा, ਖੁਦਾਵੰਦ ਯਿਸੂ ਮਸੀਹ ਦਾ ਡਰ ਜੇ ਤੁਹਾਡੇ ਅੰਦਰ ਹੋਵੇਗਾ, एक दूसरे के अधीन रहेंगे। ਤੁਸੀਂ ਇੱਕ ਦੂਜੇ ਦੇ ਅਧੀਨ ਰਹੋਗੇ। अधीनगी क्यों जरूरी है, ਅਧੀਨਗੀ ਕਿਉਂ ਜ਼ਰੂਰੀ ਹੈ किन किन के अधीन रहना चाहिए, ਤੇ ਕਿੰਨਾ ਕਿੰਨਾ ਦੇ ਅਧੀਨ ਰਹਿਣਾ ਚਾਹੀਦਾ ਹੈ, दुनिया में कितनी चीजें अधीन रहती हैं, ਤੇ ਦੁਨੀਆ ਦੀ ਕਿੰਨੀਆਂ ਜਿਹੜੀਆਂ ਚੀਜ਼ਾਂ ਹੈ ਉਹ ਅਧੀਨ ਰਹਿੰਦੀਆਂ ਨੇ, कौन कौन अधीन रहते नहीं। ਤੇ ਕੌਣ ਅਧੀਨ ਰਹਿੰਦੇ ਨੇ, अधीन रहने से नुकसान क्या होते ਤੇ हैं, ਅਧੀਨ ਨਾ ਰਹਿਣ ਦੇ ਨਾਲ ਨੁਕਸਾਨ ਕੀ ਹੁੰਦੇ ਨੇ, अधीन रहने से फायदे क्या होते ਤੇ हैं। ਅਧੀਨਗੀ ਵਿੱਚ ਰਹਿਣ ਦੇ ਨਾਲ ਫਾਇਦੇ ਕੀ ਹੁੰਦੇ ਨੇ। सभी सवालों का जवाब हम आज के वचन से सीख कर ਇਹਨਾਂ चलेंगे। ਸਾਰੇ ਸਵਾਲਾਂ ਦਾ ਜਵਾਬ ਅੱਜ ਅਸੀਂ ਬਾਈਬਲ ਵਿੱਚੋਂ ਸਿੱਖ ਕੇ ਚੱਲਾਂਗੇ। हालेलुया। ਹਾਲੇਲੂਇਆ। मसीह के डर से एक दूसरे के अधीन रहो। ਮਸੀਹ ਦਾ ਡਰ ਰੱਖਦੇ ਹੋਏ ਇੱਕ ਦੂਜੇ ਦੇ ਅਧੀਨ ਰਹੋ। प्रभु का दास पौलुस ऐसा कहता है। ਪ੍ਰਭੂ ਦਾ ਦਾਸ ਸੰਤ ਪੌਲੁਸ ਏਦਾਂ ਕਹਿੰਦਾ ਹੈ। अधीन रहने का मतलब क्या है, ਅਧੀਨ ਰਹਿਣ ਦਾ ਮਤਲਬ ਕੀ ਹੈ, इसका मीनिंग क्या होता है। ਇਹਦਾ ਮਤਲਬ ਕੀ ਹੁੰਦਾ ਹੈ। अधीन रहने का मतलब किसी के अंडर में रहना, ਅਧੀਨ ਰਹਿਣ ਦਾ ਮਤਲਬ ਕਿ ਕਿਸੇ ਦੇ ਅੰਡਰ ਵਿੱਚ ਰਹਿਣਾ, किसी की आज्ञा में रहना, ਕਿਸੇ ਦੀ ਆਗਿਆ ਦੇ ਵਿੱਚ ਰਹਿਣਾ, किसी के अधिकार में रहना, ਕਿਸੇ ਦੇ ਅਧਿਕਾਰ ਦੇ ਵਿੱਚ किसी ਰਹਿਣਾ, के सिस्टम में रहना, ਜਾਂ ਕਿਸੇ ਦੇ ਸਿਸਟਮ ਦੇ ਵਿੱਚ किसी के ਰਹਿਣਾ, कानूनों में रहना, ਜਾਂ ਕਿਸੇ ਦੇ ਕਾਨੂੰਨਾਂ ਵਿੱਚ ਰਹਿਣਾ, किसी के कंट्रोल में रहना। ਜਾਂ ਕਿਸੇ ਦੇ ਕੰਟਰੋਲ ਵਿੱਚ ਰਹਿਣਾ। इसको बोलते हैं अधीन रहना। ਇਹਨੂੰ ਕਿਹਾ ਜਾਂਦਾ ਹੈ ਅਧੀਨ ਰਹਿਣਾ। अगर आप किसी के कंट्रोल में रहते हो, ਜੇਕਰ ਤੁਸੀਂ ਕਿਸੇ ਦੇ ਕੰਟਰੋਲ ਵਿੱਚ ਰਹਿੰਦੇ किसके ਹੋ, कानून में रहते हो, ਕਿਸੇ ਦੇ ਕਾਨੂੰਨ ਦੇ ਵਿੱਚ ਰਹਿੰਦੇ ਹੋ, किसके सिस्टम में रहते हो, ਕਿਸੇ ਦੇ ਸਿਸਟਮ ਦੇ ਵਿੱਚ ਰਹਿੰਦੇ इसको ਹੋ, अपना समझ कर उसके अंडर में रहते ਕਿਸੇ हो, ਨੂੰ ਆਪਣਾ ਸਮਝ ਕੇ ਉਸ ਦੇ ਅੰਡਰ ਵਿੱਚ ਰਹਿੰਦੇ ਹੋ, समझो आप उसके अधीन रहते ਤੇ हो। ਸਮਝ ਲਓ ਤੁਸੀਂ ਉਸ ਦੇ ਅਧੀਨ ਰਹਿੰਦੇ ਹੋ। अधीन रहने से फायदे भी बहुत मिलते ਤੇ हैं। ਅਧੀਨ ਰਹਿਣ ਦੇ ਨਾਲ ਫਾਇਦੇ ਵੀ ਬਹੁਤ ਮਿਲਦੇ ਨੇ। काफी लोग अधीन रहना पसंद करते हैं, ਕਾਫੀ ਲੋਕ ਅਧੀਨ ਰਹਿਣਾ ਪਸੰਦ ਕਰਦੇ ਨੇ, लेकिन काफी लोग अधीन रहना पसंद नहीं ਪਰ करते। ਕਾਫੀ ਲੋਕ ਅਧੀਨ ਰਹਿਣਾ ਪਸੰਦ ਨਹੀਂ ਕਰਦੇ। बहुत से लोगों को किसी के अंडर में रहना अच्छा नहीं लगता। ਬਹੁਤ ਸਾਰੇ ਲੋਕਾਂ ਨੂੰ ਕਿਸੇ ਦੇ ਅੰਡਰ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ। आजकल आपको पता कुछ लोग कितने लोग अधीन रहना पसंद नहीं करते। ਅੱਜ ਕੱਲ੍ਹ ਮੈਂ ਤੁਹਾਨੂੰ ਦੱਸਾਂਗਾ ਕਿੰਨੇ ਲੋਕ ਜਿਹੜੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ। काफी बच्चे अपने माँ बाप के अधीन रहना पसंद नहीं करते। ਕਾਫੀ ਬੱਚੇ ਆਪਣੇ ਮਾਂ-ਬਾਪ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ। क्यों नहीं पसंद करते? ਕਿਉਂ ਨਹੀਂ ਪਸੰਦ ਕਰਦੇ? उनको ऐसा लगता है अगर माँ बाप के अधीन रहे, ਕਿਉਂਕਿ ਉਹਨਾਂ ਨੂੰ ਏਦਾਂ ਲੱਗਦਾ ਹੈ ਜੇ ਅਸੀਂ ਆਪਣੇ ਮਾਂ-ਬਾਪ ਦੇ ਅਧੀਨ ਰਹੇ, उनकी आज्ञा में रहे, ਉਹਨਾਂ ਦੀ ਆਗਿਆ ਦੇ ਵਿੱਚ ਰਹੇ, तो मर्जी का जीवन नहीं जी ਤੇ पाए, ਅਸੀਂ ਮਨਮਰਜ਼ੀ ਦਾ ਜੀਵਨ ਨਹੀਂ ਜੀ ਪਾਵਾਂਗੇ, मर्जी के कपड़े नहीं पहन ਮਨਮਰਜ਼ੀ पाएंगे, ਦੇ ਕੱਪੜੇ ਨਹੀਂ ਪਾ ਪਾਵਾਂਗੇ, मर्जी की शादी नहीं करा पाएंगे, ਮਨਮਰਜ਼ੀ ਦਾ ਵਿਆਹ ਨਹੀਂ ਕਰਾ ਪਾਵਾਂਗੇ, जिससे घूमना फिरना ये सब कुछ नहीं कर ਤੇ पाएंगे। ਆਪਣੀ
ਮਰਜ਼ੀ ਦੇ ਨਾਲ ਘੁੰਮਣਾ ਫਿਰਨਾ ਇੱਧਰ ਉੱਧਰ ਜਾਣਾ ਨਹੀਂ ਕਰ ਪਾਵਾਂਗੇ, जो बच्चे माँ बाप के अधीन रहते हैं ਕਿਉਂਕਿ ਜਿਹੜੇ ਬੱਚੇ ਆਪਣੇ ਮਾਪੇ ਦੇ ਅਧੀਨ ਰਹਿੰਦੇ ਨੇ उनको माँ बाप की आज्ञा भी देना पड़ता है। ਉਹਨਾਂ ਨੂੰ ਆਪਣੇ ਮਾਪੇ ਦੀ ਆਗਿਆ ਦੇ ਵਿੱਚ ਰਹਿਣਾ ਪੈਂਦਾ ਹੈ। जो बच्चे माँ बाप के अधीन रहते हैं ਤੇ ਜਿਹੜੇ ਬੱਚੇ ਜਿਹੜੇ ਆਪਣੇ ਮਾਪੇ ਦੇ ਅਧੀਨ ਰਹਿੰਦੇ ਨੇ वो बच्चे माता पिता के कंट्रोल से अलग रहते ਤੇ हैं। ਉਹ ਬੱਚੇ ਆਪਣੇ ਮਾਤਾ ਪਿਤਾ ਦੇ ਕੰਟਰੋਲ ਤੋਂ ਬਾਹਰ ਹੋ ਕੇ ਰਹਿੰਦੇ ਨੇ, वो तो बच्चे 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 थे ਫਿਰ ਉਹ ਆਪਣੀ ਮਨਮਰਜ਼ੀ ਦਾ ਜੀਵਨ ਜੀਂਦੇ ਨੇ, क्योंकि काफी बच्चे माँ बाप के अधीन रहना पसंद करते हैं। ਕਿਉਂਕਿ ਕਾਫੀ ਬੱਚੇ ਜਿਹੜੇ ਆਪਣੇ ਮਾਪੇ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ ਔਰ ਕਾਫੀ ਰਹਿਣਾ ਪਸੰਦ ਵੀ ਕਰਦੇ ਨੇ। काफी प्रतिबद्ध विद्यार्थी अपने टीचर के अधीन रहना पसंद नहीं करते। ਤੇ ਕਾਫੀ ਵਿਦਿਆਰਥੀ ਜਿਹੜੇ ਆ ਆਪਣੇ ਪੜ੍ਹਾਉਣ ਵਾਲੇ ਟੀਚਰ ਦੇ ਅੰਡਰ ਵਿੱਚ ਰਹਿਣਾ ਪਸੰਦ ਨਹੀਂ ਕਰਦੇ। वो अपने टीचर के अंडर रहना पसंद क्यों नहीं करते? ਉਹ ਆਪਣੀ ਟੀਚਰ ਦੇ ਅੰਡਰ ਵਿੱਚ ਰਹਿਣਾ ਪਸੰਦ ਕਿਉਂ ਨਹੀਂ ਕਰਦੇ? अगर अधीन रहे तो ਜੇਕਰ ਅਧੀਨ ਰਹੇ ਤਾਂ बच्चे से स्कूल से छुट्टी नहीं कर पाएंगे, ਮਨਮਰਜ਼ੀ ਨਾਲ ਉਹ ਸਕੂਲ ਤੋਂ ਛੁੱਟੀ ਨਹੀਂ ਕਰ ਪਾਣਗੇ, बच्चे से किसी पीरियड से छुट्टी नहीं कर पाएंगे, ਮਨਮਰਜ਼ੀ ਦੇ ਨਾਲ ਉਹ ਆਪਣੇ ਕਿਸੇ ਪੀਰੀਅਡ ਨੂੰ ਮਿਸ ਨਹੀਂ ਕਰ ਪਾਣਗੇ, बच्चे के कपड़े नहीं पहन पाएंगे, ਔਰ ਮਨਮਰਜ਼ੀ ਦੇ ਆਪਣੇ ਕਾਲਜ ਵਿੱਚ ਸਕੂਲ ਵਿੱਚ ਜਿਹੜੇ ਕੀ ਹੈ ਆਪਣੇ ਕੱਪੜੇ ਆਪਣੀ ਮਰਜ਼ੀ ਦੇ ਨਹੀਂ ਪਾ ਸਕਣਗੇ, बच्चे की नजर नहीं दौड़ा पाएंगे। ਮਨਮਰਜ਼ੀ ਦੇ ਨਾਲ ਨਜ਼ਰਾਂ ਨਹੀਂ ਦੁਹਰਾ ਪਾਣਗੇ, जैसे कि कितने बच्चे करते हैं, ਜਿੱਦਾਂ ਕਿ ਕਿੰਨੇ ਬੱਚੇ ਅੱਜ ਕਰਦੇ ਵੀ ਨੇ, लेकिन काफी बच्चे बहुत अच्छे भी हैं, ਪਰ ਕਾਫੀ ਬੱਚੇ ਬਹੁਤ ਚੰਗੇ ਵੀ ਨੇ, अपने टीचर के आगे भी रहते हैं, ਆਪਣੇ ਟੀਚਰ ਦੀ ਆਗਿਆ ਦੇ ਵਿੱਚ ਰਹਿੰਦੇ ਨੇ, अधीन में भी रहते हैं। ਉਹਨਾਂ ਦੀ ਅਧੀਨਗੀ ਦੇ ਵਿੱਚ ਰਹਿੰਦੇ जो ਨੇ। को पढ़ाई पसंद है, ਜਿਨ੍ਹਾਂ ਬੱਚਿਆਂ ਨੂੰ ਪੜ੍ਹਾਈ ਪਸੰਦ ਹੈ, जिन बच्चों को पढ़ाई में होशियार बनना अच्छा लगता है, ਜਿਨ੍ਹਾਂ ਬੱਚਿਆਂ ਨੂੰ ਆਪਣੀ ਸਟੱਡੀ ਵਿੱਚ ਹੁਸ਼ਿਆਰ बनना पढ़ाई करना चंगा लगता है, बच्चे हमेशा अपने टीचर की आज्ञा में रहेंगे। ਉਹ ਬੱਚੇ ਹਮੇਸ਼ਾ ਆਪਣੇ ਟੀਚਰ ਦੀ ਆਗਿਆ ਦੇ ਵਿੱਚ ਰਹਿਣਗੇ। काफी बच्चे ऐसे जो आज्ञा में रहना पसंद नहीं ਪਰ ਕਾਫੀ ਬੱਚੇ ਐਦਾਂ ਦੇ ਜਿਹੜੇ ਉਹ ਉਹਨਾਂ ਦੀ ਆਗਿਆ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ, काफी कर्मचारी ऐसे हैं ਤੇ ਕਾਫੀ ਕਰਮਚਾਰੀ ਵੀ ਐਦਾਂ ਦੇ ਨੇ जो अपने बॉस की आज्ञा में रहना पसंद नहीं करते। ਜਿਹੜੇ ਆਪਣੇ ਬੌਸ ਦੀ ਆਗਿਆ ਵਿੱਚ ਰਹਿਣਾ ਪਸੰਦ ਨਹੀਂ ਕਰਦੇ। और बॉस की आज्ञा में रहना पसंद क्यों नहीं ਉਹ करते? ਬੌਸ ਦੀ ਆਗਿਆ ਵਿੱਚ ਰਹਿਣਾ ਪਸੰਦ ਕਿਉਂ ਨਹੀਂ ਕਰਦੇ? बॉस के अधीन रहना पसंद क्यों नहीं करते? ਬੌਸ ਦੇ ਅਧੀਨ ਵਿੱਚ ਰਹਿਣਾ ਪਸੰਦ ਕਿਉਂ ਨਹੀਂ ਕਰਦੇ? क्योंकि बॉस के अधीन रहे ਕਿ ਅਸੀਂ ਜੇ ਆਪਣੇ ਬੌਸ ਦੇ ਅਧੀਨ ਵਿੱਚ ਰਹੇ ड्यूटी जाना पड़ेगा, ਤੇ ਸਾਨੂੰ ਟਾਈਮ ਤੇ ਡਿਊਟੀ ਤੇ ਜਾਣਾ ਪਵੇਗਾ, अच्छे ढंग से करना ਡਿਊਟੀ पड़ेगा, ਨੂੰ ਚੰਗੇ ਢੰਗ ਨਾਲ ਕਰਨਾ ਪਵੇਗਾ, बच्चे की बातें नहीं कर पाएंगे, ਡਿਊਟੀ ਤੇ ਮਨਮਰਜ਼ੀ ਦੀ ਗੱਲਾਂ ਨਹੀਂ ਕਰ ਪਾਵਾਂਗੇ, नहीं जा पाएंगे, ਡਿਊਟੀ ਤੇ ਅਸੀਂ ਲੇਟ ਨਹੀਂ ਜਾ ਪਾਵਾਂਗੇ, ड्यूटी में लापरवाही नहीं बरत पाएंगे। ਡਿਊਟੀ ਤੇ ਅਸੀਂ ਲਾਪਰਵਾਹੀ ਨਹੀਂ ਵਰਤ ਪਾਵਾਂਗੇ। कई कर्मचारियों को अपने बॉस की आज्ञा में रहना अच्छा नहीं लगता। ਇਸ ਲਈ ਕਈ ਕਰਮਚਾਰੀਆਂ ਨੂੰ ਆਪਣੀ ਬੌਸ ਦੀ ਆਗਿਆ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ, जो लोग अपने बड़ों की आज्ञा में रहना पसंद नहीं करते, ਤੇ ਜਿਹੜੇ ਲੋਕ ਆਪਣੇ ਵੱਡੇ ਦੀ ਆਗਿਆ ਵਿੱਚ ਰਹਿਣਾ पसंद नहीं ਕਰਦੇ उनको तरक्की भी नहीं मिलती। ਉਹਨਾਂ ਨੂੰ ਤਰੱਕੀ ਵੀ ਨਹੀਂ ਮਿਲਦੀ। उसको डिटेल में समझा कर चलूंगा। ਮੈਂ ਤੁਹਾਨੂੰ ਡਿਟੇਲ ਵਿੱਚ ਸਮਝਾ ਕੇ ਚੱਲਾਂਗਾ। काफी जो छोटे भाई बहन है ਤੇ ਕਾਫੀ ਜਿਹੜੇ ਛੋਟੇ ਭਾਈ ਭੈਣ ਹੈ वो अपनी बड़ी भाई बहनों की आज्ञा में रहना पसंद नहीं करते। ਤੇ ਕਾਫੀ ਜਿਹੜੇ ਕਿ ਵੱਡੇ ਬੱਚੇ ਨੇ ਉਹ ਆਪਣੇ ਬਜ਼ੁਰਗਾਂ ਦੇ ਆਪਣੇ ਵੱਡੇ ਭਾਈ ਭੈਣਾਂ ਦੀ ਆਗਿਆ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ, उनको अच्छा नहीं लगता। ਉਹਨਾਂ ਨੂੰ ਚੰਗਾ नहीं लगदा। छोटे भाई बहनों को देखा क्या बड़ी भाई बहनों को आगे बोलते हैं। ਕਿੰਨੇ ਛੋਟੇ ਭਾਈ ਭੈਣਾਂ ਨੂੰ ਦੇਖਿਆ ਕਿ ਉਹ ਆਪਣੇ ਵੱਡੇ ਭੈਣਾਂ ਭਰਾਵਾਂ ਦੇ ਅੱਗੇ ਬੋਲਦੇ ਨੇ। मुझे याद है जब मैं 10वीं भी पढ़ा करता ਤੇ था, ਮੈਨੂੰ ਯਾਦ ਹੈ ਜਦੋਂ ਮੈਂ 10ਵੀਂ ਕਲਾਸ ਵਿੱਚ ਪੜ੍ਹਿਆ ਕਰਦਾ ਸੀ, मेरे बड़े भाई मुझे स्कूल में दाखिला कराने लेकर गए। ਇੱਕ ਵਾਰੀ ਮੈਨੂੰ ਵੱਡੇ ਭਰਾ ਜਿਹੜੇ ਹੈ ਮੈਨੂੰ ਸਕੂਲ ਵਿੱਚ ਦਾਖਲ करवाने ਲਈ ਗਏ। मास्टर को जाके बोली हमारी भाई को उस सेक्शन में दाखिल कर लो जिसमें टीचर बड़ी सख्त हो। ਸਕੂਲ ਦੇ ਹੈਡਮਾਸਟਰ ਨੂੰ ਜਾ ਕੇ ਕਹਿਣ ਲੱਗੇ ਕਿ ਮੇਰੇ ਛੋਟੇ ਭਰਾ ਨੂੰ ਉਸ ਕਲਾਸ ਵਿੱਚ ਉਸ ਸੈਕਸ਼ਨ ਵਿੱਚ ਦਾਖਲ ਕਰੋ ਜਿੱਥੇ ਜਿਹੜੇ ਟੀਚਰ ਬਹੁਤ ਸਖਤ ਪੜ੍ਹਾਉਂਦੇ ਨੇ। गुस्सा सा आया। ਤੇ ਮੈਨੂੰ ਬੜਾ ਗੁੱਸਾ ਜਾਇਆ। उनको मेरे भाई कहते हैं कि मेरे भाई को उसमें दाखिल कुछ सख्त टीचर जो पिटाई अच्छी करते हैं। ਮੈਂ ਕਿਹਾ ਕਿ ਦੇਖੋ ਮੇਰੇ ਵੱਡੇ ਭਰਾ ਕਹਿ ਰਹੇ ਨੇ ਕਿ ਇਸ ਭਾਈ ਨੂੰ ਉਸ ਸਕੂਲ ਉਸ ਸੈਕਸ਼ਨ ਵਿੱਚ ਦਾਖਲ ਕਰਾਓ ਜਿੱਥੇ ਟੀਚਰ ਬੜੇ ਸਖਤੀ ਦੇ ਨਾਲ ਪੜ੍ਹਾਉਂਦੇ ਨੇ। बड़ा गुस्सा सा आ गया। ਤੇ ਮੈਨੂੰ ਆਪਣੇ ਭਰਾ ਤੇ ਬੜਾ ਗੁੱਸਾ ਜਾਇਆ कि मेरे बड़े भाई ने छोटा था मुझे उनकी बात माननी पड़ी। ਕਿਉਂਕਿ ਮੇਰੇ ਵੱਡੇ ਭਾਈ ਸੀ ਤੇ ਮੈਨੂੰ ਉਹਨਾਂ ਦੀ ਗੱਲ ਮੰਨਣੀ ਪੈਣੀ ਸੀ। मास्टर ने मुझे उस ये सेक्शन में दाखिल कर जिसमें टीचर बड़े सख्त थे। ਤੇ ਮੈਨੂੰ ਹੈਡਮਾਸਟਰ ਨੇ ਇਹ ਸੈਕਸ਼ਨ ਵਿੱਚ ਦਾਖਲ ਕਰ ਦਿੱਤਾ, ਭਰਤੀ ਕਰ ਦਿੱਤਾ ਜਿੱਥੇ ਟੀਚਰ ਬਹੁਤ ਹੀ ਸਖਤੀ ਨਾਲ ਪੜ੍ਹਾਉਂਦੇ ਸੀ। ये साल गुजर गया, मैं पढ़ाई करता गया, टीचर बड़ी सख्ती भरते थे, बड़ा पिटाई करते थे। ਖੈਰ 1 ਸਾਲ ਬੀਤ ਗਿਆ, ਟੀਚਰ ਬੜੇ ਸਖਤੀ ਦੇ ਨਾਲ ਪੜ੍ਹਾਉਂਦੇ ਸੀ, ਬੜੀ ਮਾਰ ਪਿਟਾਈ ਵੀ ਕਲਾਸ ਵਿੱਚ ਕਰਦੇ ਸੀ। साल के बाद मेरी टॉप की पोजीशन आई ਪਰ पढ़ाई। ਸਾਲ ਦੇ ਬਾਅਦ ਟੌਪ ਦੀ ਮੇਰੀ ਪੋਜੀਸ਼ਨ ਆਈ ਮੇਰੀ ਕਲਾਸ ਦੇ ਵਿੱਚ। जब टॉप की पोजीशन मेरे भाई ने मुझको गले लगाया। ਤੇ ਮੇਰੀ ਜਿਹੜੀ ਟੌਪ ਦੀ ਪੋਜੀਸ਼ਨ ਆਈ ਮੇਰੇ ਭਰਾ ਜੀ ਨੇ ਮੈਨੂੰ ਗਲੇ ਨਾਲ ਲਗਾਇਆ। देखो बेटा, देखो भाई, अगर मैं तेरे को एक लापरवाह सेक्शन में दाखिला करा देता तो उन्हें पढ़ाई नहीं करने ਕਿ ਦੇਖੋ ਜੇ ਮੈਂ ਸਿੰਪਲ ਜੇ ਸੈਕਸ਼ਨ ਵਿੱਚ ਜਾਂ ਲਾਪਰਵਾਹ ਸੈਕਸ਼ਨ ਵਿੱਚ ਤੇਰਾ ਦਾਖਲਾ ਕਰਾ ਦਿੰਦਾ ਤੇ ਤੁਸੀਂ ਐਦਾਂ ਦੀ ਪੋਜੀਸ਼ਨ ਨਹੀਂ ਪ੍ਰਾਪਤ ਕਰਨੀ ਸੀ। की। बिजला की कुछ मेरे भाई ने अच्छा किया था। ਖੈਰ ਤਦ ਮੇਰੀ
मेरी अखां खुलियां कि मेरे भरा ने जो मेरे नाल कीता वधिया ही कीता। कि हो सकता है मेरे भाई अगर मुझे लापरवाह सेक्शन में दाखिल करा देते, मैं पढ़ाई ना कर कि पाता। हो सकता है मेरे भरा ਜਿਹੜੇ ਕਿ ਮੈਨੂੰ ਲਾਪਰਵਾਹ ਜਿਹੜੇ ਸੈਕਸ਼ਨ ਵਿੱਚ ਦਾਖਲ ਕਰਾ ਦਿੰਦੇ ਜਾਂ ਸਿੰਪਲ ਸੈਕਸ਼ਨ ਵਿੱਚ ਦਾਖਲ ਕਰਾ ਲੈਂਦੇ, ਹੋ ਸਕਦਾ ਮੈਂ ਵੱਡੀ ਪੋਜੀਸ਼ਨ ਨਾ ਪ੍ਰਾਪਤ ਕਰ उसके ਪਾਉਂਦਾ। बाद मुझे कोई बड़ी भाई पे कभी गुस्सा नहीं ਤੇ किया। ਉਸ ਤੋਂ ਬਾਅਦ ਮੈਂ ਆਪਣੇ ਵੱਡੇ ਭਰਾ ਤੇ ਕਦੇ ਵੀ ਗੁੱਸਾ ਨਹੀਂ ਕੀਤਾ। कितने छोटे भाई बहन अपने बड़ी भाई बहनों की अपनी कहना पसंद नहीं करते। ਸੋ ਕਿੰਨੇ ਛੋਟੇ ਭੈਣ ਭਰਾ ਜਿਹੜੇ ਹੁੰਦੇ ਨੇ ਉਹ ਆਪਣੇ ਵੱਡੇ ਭਰਾਈ ਭੈਣਾਂ ਦੇ ਅੰਡਰ ਵਿੱਚ ਰਹਿਣਾ ਖੁਸ਼ੀ ਨਾ ਮਹਿਸੂਸ ਨਹੀਂ ਕਰਦੇ। कितनी पत्नियां ऐसी जो अपने पति की कहना पसंद नहीं ਤੇ करती। ਕਿੰਨੀ ਪਤਨੀਆਂ ਵੀ ਏਦਾਂ ਦੀਆਂ ਜਿਹੜੇ ਆਪਣੇ ਪਤੀ ਦੇ ਅਧੀਨ ਵਿੱਚ ਰਹਿਣਾ ਪਸੰਦ ਨਹੀਂ ਕਰਦੀਆਂ। पत्नी कहती है पति किसी दूसरे को किसी बात में रोके ना रोके ਸੋ ਪਤਨੀ ਕੀ ਕਹਿੰਦੀ ਹੈ ਕਿ ਮੇਰਾ ਪਤੀ ਮੈਨੂੰ ਕਿਸੇ ਗੱਲ ਤੇ ਰੋਕੇ ਨਾ, ਕਿਸੇ ਗੱਲ ਤੇ ਟੋਕੇ ਨਾ। मेरे पति मुझे किसी बात के लिए टोके ना, ਮੇਰਾ ਪਤੀ ਮੈਨੂੰ ਕਿਸੇ ਗੱਲ ਤੇ ਟੋਕੇ ਨਾ, मेरे पति मुझे कुछ ना कहे, ਮੇਰਾ ਪਤੀ ਮੈਨੂੰ ਕੁਝ ਵੀ ਨਾ ਕਰੇ, कुछ भी करो कुछ भी ना करो, ਮੈਂ ਕੁਝ ਵੀ ਕਰਾਂ ਕੁਝ ਵੀ ਨਾ ਕਰਾਂ, कोई अधिकार ना चला। ਮੇਰੇ ਪ੍ਰਤੀ ਕੋਈ ਵੀ ਅਧਿਕਾਰ ਨਾ ਚਲਾਵੇ। कुछ पत्नियां ऐसी होती है, ਕੁਝ ਪਤਨੀਆਂ ਏਦਾਂ ਦੀ ਹੁੰਦੀਆਂ काफी पत्नियां बहुत अच्छी भी होती है, ਪਰ ਕਾਫੀ ਪਤਨੀਆਂ ਬਹੁਤ ਚੰਗੀਆਂ ਵੀ ਹੁੰਦੀਆਂ जो अपने पति के अधीन रहती है, ਜਿਹੜੇ ਆਪਣੇ ਪਤੀ ਦੇ ਅਧੀਨ ਵਿੱਚ ਰਹਿੰਦੀਆਂ पति के आज्ञा में रहती ਤੇ है। ਪਤੀ ਦੀ ਆਗਿਆ ਵਿੱਚ ਰਹਿੰਦੀਆਂ। काफी समाज के लोग भी ऐसे देखे ਤੇ जाते हैं, ਕਾਫੀ ਸਮਾਜ ਵਿੱਚ ਲੋਕ ਵੀ ਏਦਾਂ ਦੇ ਦੇਖੇ जो ਜਾਂਦੇ ਨੇ सरकारी अधिकारियों के अधीन रहना पसंद नहीं करते। ਜਿਹੜੇ ਸਰਕਾਰੀ ਅਧਿਕਾਰੀਆਂ ਦੇ ਅਧੀਨ ਵਿੱਚ ਰਹਿਣਾ ਪਸੰਦ नहीं करते। जैसे मेरे इलाके का काउंसलर हो गया, एमएलए हो गया, ਜਿਵੇਂ ਸਾਡੇ ਇਲਾਕੇ ਦੇ ਕਾਉਂਸਲਰ ਹੋ ਗਏ ਜਾਂ ਐਮਐਲਏ ਹੋ ਗਏ अपने इलाके का एसएचओ हो गया, पुलिस अफसर हो गए, ਜਾਂ ਆਪਣੇ ਇਲਾਕੇ ਦੇ ਐਸਐਚਓ ਹੋ ਗਏ ਜਾਂ ਪੁਲਿਸ ਅਫਸਰ ਹੋ ਗਏ हमारी डिस्ट्रिक्ट का डीसी हो गया, या चीफ मिनिस्टर हो गया स्टेट का, ਜਾਂ ਡਿਸਟ੍ਰਿਕਟ ਦੇ ਡੀਸੀ ਹੋ ਗਏ ਜਾਂ ਚੀਫ ਮਿਨਿਸਟਰ ਹੋ ਗਏ, उनके अधीन रहना पसंद नहीं करते। ਉਹਨਾਂ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ। जिससे आगे बढ़ते हैं, ਉਹ ਮਨਮਰਜ਼ੀ ਦੇ ਨਾਲ ਅੱਗੇ ਵਧਦੇ ਨੇ वो कहते हैं कि ना तो हमें कोई अफसर टोके ना कोई अफसर रोके। ਤੇ ਉਹ ਕਹਿੰਦੇ ਨੇ ਨਾ ਸਾਨੂੰ ਕੋਈ ਅਫਸਰ टोके ਤੇ ਨਾ ਕੋਈ ਰੋਕੇ। या काफी लोग ऐसे हैं जो उनके अधीन रहना पसंद करते हैं, ਤੇ ਕਾਫੀ ਲੋਕ ਏਦਾਂ ਦੇ ਵੀ ਨੇ ਕਿ ਜਿਹੜੇ ਉਹਨਾਂ ਦੀ ਅਧੀਨਗੀ ਵਿੱਚ ਰਹਿਣਾ ਪਸੰਦ ਕਰਦੇ ਨੇ। वो हमेशा सोचते हैं कि अपने काउंसलर को परमिशन में अच्छी पोस्ट दी भी उनकी कहने में रहना चाहिए। ਸੋ ਕਾਫੀ ਲੋਕ ਇਹ ਸੋਚਦੇ ਨੇ ਕਿ ਸਾਡੇ ਕੌਂਸਲਰ ਨੂੰ ਵੱਡਾ ਅਹੁਦਾ ਮਿਲਿਆ, ਸਾਨੂੰ ਉਹਨਾਂ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ, एमएलए के अधीन की में रहना चाहिए, ਸਾਨੂੰ ਐਮਐਲਏ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ, पुलिस के अधीन की में रहना ਸਾਨੂੰ ਪੁਲਿਸ ਦੀ ਅਧੀਨਗੀ ਵਿੱਚ ਰਹਿਣਾ चाਹੀਦਾ। चाहिए। बहुत अच्छे समाज में होता है। ਕਾਫੀ ਲੋਕ ਬਹੁਤ ਚੰਗੇ ਵੀ ਸਮਾਜ ਵਿੱਚ उसी प्रकार से कितने विश्वासी भी ऐसे होते हैं, ਉਸੇ ਤਰ੍ਹਾਂ ਕਿੰਨੇ ਵਿਸ਼ਵਾਸੀ ਵੀ ਏਦਾਂ ਦੇ ਹੁੰਦੇ ਨੇ विश्व के भक्त कहलाते हैं, ਜਿਹੜੇ ਪ੍ਰਭु ਯੀਸ਼ੂ ਦੇ ਭਗਤ ਕਹਿਲਾਉਂਦੇ ਨੇ। कि अपने एल्डर्स के अधीन रहना पसंद नहीं ਉਹ ਕੀ करते, ਕਰਦੇ ਨੇ ਆਪਣੇ ਐਲਡਰਸ ਦੇ ਅਧੀਨ ਵਿੱਚ ਰਹਿਣਾ ਪਸੰਦ ਨਹੀਂ ਕਰਦੇ, पास्टर के अधीन रहना पसंद नहीं करते, ਆਪਣੇ ਪਾਸਟਰ ਦੇ ਅਧੀਨ ਵਿੱਚ ਰਹਿਣਾ ਪਸੰਦ ਨਹੀਂ ਕਰਦੇ, पासवान के अधीन रहना पसंद नहीं ਆਪਣੇ करते, ਪਾਸਵਾਨ ਦੇ ਅਧੀਨ ਵਿੱਚ ਰਹਿਣਾ ਪਸੰਦ ਨਹੀਂ ਕਰਦੇ, भाई के अधीन रहना पसंद नहीं करते। ਆਪਣੇ ਚਰਵਾਹੇ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ। उनका पास्टर जो उसकी उनको करना अच्छा नहीं लगता, ਯਾਨੀ ਕਿ ਉਹਨਾਂ ਦੇ ਪਾਸਟਰ ਜੋ ਉਹਨਾਂ ਨੂੰ ਕਹਿਣ ਉਹਨਾਂ ਨੂੰ ਕਰਨਾ ਚੰਗਾ नहीं लगदा। विश्वासी जो अधीन रहना पसंद नहीं करते, वो क्यों नहीं पसंद करते? ਵਿਸ਼ਵਾਸੀ ਜਿਹੜੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ ਉਹ ਕਿਉਂ ਨਹੀਂ ਕਰਦੇ? अधीन रहे तो अपने मर्जी से कपड़े नहीं पहन पाए, ਜੇ ਅਸੀਂ ਆਪਣੇ ਪਾਸਟਰ ਦੇ ਅਧੀਨ ਵਿੱਚ ਰਹੇ ਆਪਾਂ ਆਪਣੀ ਮਨਮਰਜ਼ੀ ਦੇ ਕੱਪੜੇ ਨਹੀਂ ਪਾ ਪਾਵਾਂਗੇ, मर्जी का खाना पीना खाने में मर्जी की शादियां नहीं कर पाए, ਮਨਮਰਜ਼ੀ ਦਾ ਖਾਣਾ ਪੀਣਾ ਮਨਮਰਜ਼ੀ ਦਾ ਵਿਆਹ ਨਹੀਂ ਕਰਾ ਪਾਵਾਂਗੇ, मर्जी से चर्च नहीं आ पाए, ਮਨਮਰਜ਼ੀ ਦੇ ਨਾਲ ਚਰਚ ਲੇਟ ਵਿੱਚ ਨਹੀਂ ਆ ਪਾਵਾਂਗੇ, मर्जी से 10 पास मिस नहीं कर पाए, ਮਨਮਰਜ਼ੀ ਦੇ ਨਾਲ ਦਸਮਾਸ਼ ਮਿਸ ਨਹੀਂ ਕਰ ਪਾਵਾਂਗੇ, मर्जी से अपने कामों को नहीं कर पाए। ਮਨਮਰਜ਼ੀ ਦੇ ਨਾਲ ਅਸੀਂ ਆਪਣੇ ਕੰਮਾਂ ਨੂੰ ਨਹੀਂ ਕਰ ਪਾਵਾਂਗੇ। जो विश्वासी अपने पासवान के अधीन होकर चलते हैं, ਕਿਉਂਕਿ ਜਿਹੜੇ ਵਿਸ਼ਵਾਸੀ ਆਪਣੇ ਪਾਸਵਾਨ ਦੇ ਅਧੀਨਗੀ ਵਿੱਚ ਹੋ ਕੇ ਚੱਲਦੇ ਨੇ उनको पासवानों की आज्ञा में रहना चाहिए। ਉਹਨਾਂ ਨੂੰ ਪਾਸਵਾਨਾਂ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ ਹੈ। विश्वासी अधीन की में रहना पसंद इसलिए नहीं करते, ਕਾਫੀ ਵਿਸ਼ਵਾਸੀ ਆਪਣੇ ਪਾਸਟਰਸ ਦੇ ਅਧੀਨ ਰਹਿਣਾ ਇਸ ਲਈ ਪਸੰਦ ਨਹੀਂ ਕਰਦੇ क्योंकि उनको पता है अगर पासवान के अधीन होकर चले तो पासवान के मुताबिक चलना पड़ेगा। ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਅਸੀਂ ਆਪਣੇ ਪਾਸਵਾਨ ਦੇ ਅਧੀਨ ਵਿੱਚ ਰਵਾਂਗੇ ਤੇ ਉਹਨਾਂ ਦੀ ਅਧੀਨਗੀ ਉਹਨਾਂ ਦੇ ਕਹਿਣੇ ਅਨੁਸਾਰ ਚੱਲਣਾ ਪੈਣਾ। बहुत से विश्वासी बड़े अच्छे भी होते हैं, ਪਰ ਬਹੁਤ ਸਾਰੇ ਵਿਸ਼ਵਾਸੀ ਚੰਗੇ ਵੀ ਹੁੰਦੇ ਨੇ उनके पासवान की आज्ञा में रहना अच्छा लगता ਜਿਨ੍ਹਾਂ ਨੂੰ ਆਪਣੇ ਪਾਸਵਾਨ ਦੀ ਅਧੀਨਗੀ ਵਿੱਚ ਰਹਿਣਾ ਚੰਗਾ ਲੱਗਦਾ ਹੈ, है, की आज्ञा में रहना अच्छा लगता है। ਪਾਸਵਾਨ ਦੀ ਅਧੀਨਗੀ ਵਿੱਚ ਰਹਿਣਾ ਖੁਸ਼ੀ ਮਹਿਸੂਸ ਹੁੰਦੀ है। पता होता है कि हम अपने पासवान की अधीन की में चलेंगे, ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਆਪਣੇ ਪਾਸਵਾਨ ਦੀ ਅਧੀਨਗੀ ਵਿੱਚ ਚੱਲਾਂਗੇ खुदा की बरकत आएगी। ਪਰਮੇਸ਼ਰ ਦੀ ਬਰਕਤ ਆਏਗੀ। बड़े विश्वासी लोगों को देखा भी क्या उनको खुदा की बरकत आज भी, ਤੇ ਵੱਡੇ ਵਿਸ਼ਵਾਸੀਆਂ ਨੂੰ ਦੇਖਿਆ ਵੀ ਹੈ ਕਿ ਉਹਨਾਂ ਦੇ ਜੀਵਨਾਂ ਵਿੱਚ ਅਧੀਨਗੀ ਵਿੱਚ ਰਹਿ ਕੇ ਬਰਕਤਾਂ ਆਈਆਂ ਵੀ। वो खुदा के सेवकों के अधीन रहे, ਜਦੋਂ ਪਰਮੇਸ਼ਰ ਦੇ ਸੇਵਕਾਂ ਦੀ ਅਧੀਨਗੀ ਵਿੱਚ ਰਹੇ उनको बड़ी बरकत भी दी। ਪਰਮੇਸ਼ਰ ਨੇ ਉਹਨਾਂ ਨੂੰ ਬੜੀ ਬਰਕਤ ਵੀ ਦਿੱਤੀ। इन्हीं कारणों से आज करो भी, आज समाज भी, आज दुनिया भी खुदा की बरकत नहीं। ਸੋ ਇਹਨਾਂ ਹੀ ਕਾਰਨਾਂ ਕਾਰਨ ਅੱਜ ਦੁਨੀਆ ਵਿੱਚ ਸਮਾਜ ਵਿੱਚ ਆਸ਼ੀਸ਼ ਨਹੀਂ ਬਰਕਤ ਨਹੀਂ। आज खुदा की इसकी बरकत नहीं, ਅੱਜ ਖੁਦਾਵੰਦ ਦੀ ਬਰਕਤ ਇਸੇ ਲਈ ਨਹੀਂ क्योंकि लोग जो है खुदा की ये चीजों ने अंदर से बाहर को चलते हैं। ਕਿਉਂਕਿ ਲੋਕ ਜਿਹੜੇ ਨੇ ਇਹ ਆਪਣੇ ਵੱਡਿਆਂ ਦੀ ਅਧੀਨਗੀ 'ਚ ਰਹਿਣਾ ਚੰਗਾ ਨਹੀਂ ਲੱਗਦਾ, ਇਸ ਲਈ ਸਮਾਜ ਵਿੱਚ ਲੜਾਈ ਝਗੜੇ ਦੁੱਖ ਤਕਲੀਫਾਂ ਨੇ, इसके समाज में कितनी परेशानियां, ਇਸ ਲਈ ਸਮਾਜ ਵਿੱਚ ਕਿੰਨੀਆਂ ਪਰੇਸ਼ਾਨੀਆਂ ਨੇ, इसके समाज में कितनी समस्याएं,
ਇਸ ਲਈ ਸਮਾਜ ਵਿੱਚ ਕਿੰਨੀਆਂ ਸਮੱਸਿਆਵਾਂ ਨੇ, समाज में कितने झगड़े हैं, ਇਸ ਲਈ ਸਮਾਜ ਵਿੱਚ ਕਿੰਨੇ ਝਗੜੇ ਨੇ, कितने कोर्ट केस है, ਕਿੰਨੇ ਕੋਰਟ ਕੇਸ ਨੇ। लोग जब किसी की अधीनगी समझते हैं, ਕਿਉਂਕਿ ਲੋਕ ਜਦੋਂ ਕਿਸੇ ਦੀ ਅਧੀਨਗੀ ਸਮਝਦੇ ਨਹੀਂ, लोग जब किसी को कुछ बड़ा छोटा समझते हैं, ਲੋਕ ਜਦੋਂ ਕਿਸੇ ਨੂੰ ਵੱਡਾ ਛੋਟਾ ਸਮਝਦੇ ਨਹੀਂ, जब जाकर के झगड़े होते हैं, ਤਦ ਜਾ ਕੇ ਝਗੜੇ ਹੁੰਦੇ ਨੇ, जब के गुस्से होते हैं, ਤਦ ਜਾ ਕੇ ਗੁੱਸੇਬਾਜ਼ੀ ਹੁੰਦੀ ਹੈ, दूसरे से टूट जाती है, ਤਦ ਜਾ ਕੇ ਇੱਕ ਦੂਸਰੇ ਨਾਲ ਸਾਡੀ ਟੁੱਟ ਜਾਂਦੀ ਹੈ। कोई किसी के अधीन में रहना पसंद नहीं करता। ਕਿਉਂਕਿ ਕੋਈ ਕਿਸੇ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦਾ। जब अधीन की ये बात याद रखो, ਯਾਦ ਰੱਖੋ, ਬਿਨਾਂ ਅਧੀਨਗੀ ਦੇ ਤੇ ਤੁਸੀਂ ਰਹਿੰਦੇ ਹੋ ਤੇ ਇੱਕ ਗੱਲ ਚੇਤੇ ਰੱਖੋ, बिना अधीन की क्या तरक्की नहीं पा सकते, ਬਿਨਾਂ ਅਧੀਨਗੀ ਦੇ ਤੁਸੀਂ ਤਰੱਕੀ ਨਹੀਂ ਪਾ ਸਕਦੇ, अधीन की कोई आशीष नहीं पा सकते, ਬਿਨਾਂ ਅਧੀਨਗੀ ਦੇ ਤੁਸੀਂ ਬਰਕਤ ਨਹੀਂ ਪਾ ਸਕਦੇ, अधीन की कोई आशीष नहीं पा सकते, ਬਿਨਾਂ ਅਧੀਨਗੀ ਦੇ ਤੁਸੀਂ ਆਸ਼ੀਸ਼ ਨਹੀਂ ਪਾ ਸਕਦੇ। बिना अधीन की क्या आपको समझना नहीं समझा ਤੇ जाएगा, ਬਿਨਾਂ ਅਧੀਨਗੀ ਦੇ ਸਮਾਜ ਵਿੱਚ ਤੁਹਾਨੂੰ ਸਮਝਦਾਰ ਚੰਗਾ ਨਹੀਂ ਸਮਝਿਆ ਜਾਏਗਾ, अधीन की तो कोई इज्जत भी नहीं मिलेगी। ਬਿਨਾਂ ਅਧੀਨਗੀ ਦੇ ਤੁਹਾਨੂੰ ਇੱਜ਼ਤ ਵੀ ਨਹੀਂ ਮਿਲੇਗੀ। सबसे बढ़कर जब आप जमीन पर के लोग के अधीन नहीं रह सकते, ਤੇ ਸਭ ਤੋਂ ਜ਼ਿਆਦਾ ਜੇ ਤੁਸੀਂ ਜ਼ਮੀਨ ਵਿੱਚ ਜਿਹੜੇ ਤੁਹਾਡੇ ਵੱਡੇ ਨੇ, ਤੁਸੀਂ ਜੇ ਉਹਨਾਂ ਦੀ ਅਧੀਨਗੀ ਵਿੱਚ नहीं रह ਸਕਦੇ, ईश्वर की जिंदगी में कैसे रहोगे? ਤੇ ਪਰਮੇਸ਼ਰ ਦੀ ਅਧੀਨਗੀ ਵਿੱਚ ਕਿੱਦਾਂ ਰਹੋਗੇ? ईश्वर की बरकत नहीं आएगी, ਪਰਮੇਸ਼ਰ ਦੀ ਬਰਕਤ ਨਹੀਂ ਆਏਗੀ, ईश्वर का आशीष नहीं आएगा, ਪਰਮੇਸ਼ਰ ਦੀ ਬਰਕਤ ਆਸ਼ੀਸ਼ ਨਹੀਂ ਆਏਗੀ, ईश्वर का आशीर्वाद नहीं आएगा। ਪਰਮੇਸ਼ਰ ਦਾ ਆਸ਼ੀਰਵਾਦ ਜਿਹੜਾ ਨਹੀਂ ਆਵੇਗਾ। इसलिए तुमको जिनके अधीन रहना चाहिए उनके अधीन रहना चाहिए, ਇਸ ਲਈ ਸਾਨੂੰ ਜਿੰਦੇ ਅਧੀਨ ਰਹਿਣਾ ਚਾਹੀਦਾ ਉਹਦੇ ਅਧੀਨ ਰਹਿਣਾ ਚਾਹੀਦਾ ਹੈ, जिनको अधीन रखना चाहिए उनको अधीन रखो। ਤੇ ਜਿਨ੍ਹਾਂ ਨੂੰ ਆਪਣੇ ਅਧੀਨ ਰੱਖਣਾ ਚਾਹੀਦਾ ਉਹਨਾਂ ਨੂੰ ਰੱਖੋ। आपको बाइबल में से कुछ एग्जाम्पल दूंगा। ਤੇ ਹੁਣ ਮੈਂ ਬਾਈਬਲ ਵਿੱਚੋਂ ਤੁਹਾਨੂੰ ਕੁਝ ਉਦਾਹਰਨ ਦਵਾਂਗਾ। ये प्रभु का सेवक यूसुफ उत्पत्ति 37 अध्याय में पढ़ते हैं, ਉਤਪਤੀ ਜੇਕਰ ਅਸੀਂ 37 ਅਧਿਆਇ 'ਚ ਦੇਖਦੇ ਹਾਂ, ਇੱਕ ਪ੍ਰਭੂ ਦਾ ਸੇਵਕ ਯੂਸਫ ਸੀ। 37 का 13 में पढ़ते हैं, 37 ਅਧਿਆਇ ਉਹਦੀ 13 ਆਇਤ ਵਿੱਚ ਅਸੀਂ ਯੂਸਫ ਬਾਰੇ ਦੇਖਦੇ ਹਾਂ। देखा कितना आज्ञाकारी होता है, ਦੇਖੋ ਆਪਣੇ ਪਿਤਾ ਦਾ ਕਿੰਨਾ ਆਗਿਆਕਾਰੀ ਸੀ, अगर वो आज्ञाकारी था ਤੇ ਜੇਕਰ ਉਹ ਆਗਿਆਕਾਰੀ ਸੀ, आगे जाकर खुदा ने उसको मिस्र देश का प्रधानमंत्री बनाया। ਅੱਗੇ ਜਾ ਕੇ ਪਰਮੇਸ਼ਰ ਨੂੰ ਮਿਸਰ देश ਦਾ ਪ੍ਰਧਾਨ मंत्री बनाया। उत्पत्ति 37 में 13, तब इज़राइल ने यूसुफ से कहा, हे भाई, तेरे भाई तो शेकेम में ही जी भेड़ बकरी चरा रहे होंगे, जी सो जा, मैं उनके पास भेजता हूँ। जी उसने उनसे कहा, जो आज्ञा, मैं हाजिर हूँ। जी उसने उससे कहा, जा अपने भाइयों और भेड़ बकरियों का हाल देखा कि वे कुशल से तो हैं, फिर मेरे पास समाचार ले आ। फिर से पढ़ दो। उसने उससे कहा, जा अपने भाइयों और भेड़ बकरियों का हाल देख कर आ कि वे कुशल से तो हैं, फिर मेरे पास समाचार ले आ। सो उसने उसको हेब्रोन की तराई में विदा कर दिया और वह शकेम में आया। 37 का 13 सुनिए। तब इज़राइल ने यूसुफ से कहा, तेरे भाई तो शकेम में ही भेड़ बकरी चरा रहे होंगे, सो जा, मैं तुझे उनके पास भेजता हूँ। जी उसने उनसे कहा, जो आज्ञा, मैं हाजिर हूँ। देखिए, जब यूसुफ के पिता यूसुफ को कहा, ਦੇਖੋ ਜਦੋਂ ਯੂਸਫ ਦੇ ਪਿਤਾ ਨੇ ਯੂਸਫ ਨੂੰ ਕਿਹਾ, जा तो शकीम के जंगल में जा, ਜਾ ਤੂੰ ਸ਼ਕੇਮ ਦੇ ਜੰਗਲ ਵਿੱਚ ਜਾ, तेरे भाइयों के पास जा, ਤੂੰ ਆਪਣੇ ਭਰਾਵਾਂ ਦੇ ਕੋਲ ਜਾ, उनका हाल चाल लेकर आ। ਉਹਨਾਂ ਦਾ ਹਾਲ ਚਾਲ ਲੈ ਕੇ ਆ। यूसुफ ने क्या कहा? ਯੂਸਫ ने ਕੀ किया? फिर से पढ़ दो, जो आज्ञा। जो आज्ञा, मैं हाजिर हूँ। देखिए, अपने पिता को क्या कह रहे हैं? ਦੇਖੋ ਆਪਣੇ ਪਿਤਾ ਨੂੰ ਕੀ ਕਹਿ ਰਿਹਾ ਹੈ? जो आज्ञा, ਜੋ ਆਗਿਆ, हाजिर हो। ਮੈਂ ਹਾਜ਼ਰ ਹਾਂ। हालेलुया। ਹਾਲੇਲੂਇਆ। यूसुफ ने एकदम कहा, जो आज्ञा, मैं हाजिर हूँ। ਯੂਸਫ ਨੇ ਇੱਕੋਦਮ ਕਿਹਾ ਕਿ ਮੈਂ ਹਾਜ਼ਰ ਹਾਂ, ਜੋ ਆ ਗਿਆ। जबकि यूसुफ को पता था उसके भाई उससे नफरत करते थे, ਜਦਕਿ ਯੂਸਫ ਨੂੰ ਇਹ ਗੱਲ ਦਾ ਪਤਾ ਸੀ ਕਿ ਮੇਰੇ ਭਰਾ ਜਿਹੜੇ ਮੇਰੇ ਨਾਲ ਬੜੀ ਨਫ਼ਰਤ ਕਰਦੇ ਨੇ, फिर भी यूसुफ ने मना नहीं किया। ਪਰ ਫਿਰ ਵੀ ਯੂਸਫ ਨੇ ਉੱਥੇ ਜਾਣ ਬਾਰੇ ਮਨਾ ਨਹੀਂ ਕੀਤਾ। यूसुफ जब अपने भाइयों को मिलने गया, ਅੱਗੇ ਜਾ ਕੇ ਜਦੋਂ ਯੂਸਫ ਆਪਣੇ ਭਰਾਵਾਂ ਨੂੰ ਮਿਲਣ ਲਈ ਗਿਆ, पर कुछ मित्रों ने पढ़ा होगा, यूसुफ के भाई उसको मारा, कूटा, उसको गड्ढे में गिरा दिया। ਤੁਸੀਂ ਕਿੰਨੇ ਲੋਕਾਂ ਨੇ ਯੂਸਫ ਬਾਰੇ ਪੜ੍ਹਿਆ ਹੋਵੇਗਾ ਇਸ ਅਧਿਆਇ ਨੂੰ ਕਿ ਯੂਸਫ ਦੇ ਭਰਾਵਾਂ ਨੇ ਉਸ ਨੂੰ ਮਾਰਿਆ, ਉਸ ਨੂੰ ਕੁੱਟਿਆ उसको गड्ढे में गिरा ਤੇ दिया। ਉਸ ਨੂੰ ਖੱਡੇ ਵਿੱਚ ਛੱਡ उसको ਦਿੱਤਾ। इस्माइल के हाथ भेज दिया। ਉਸ ਨੂੰ ਇਸ਼ਮਾਈਲੀਆ ਦੇ ਹੱਥ ਵੇਚ फिर ਦਿੱਤਾ। इस्माइल ने पोतीफर को भेज दिया। ਅੱਗੇ ਇਸ਼ਮਾਈਲੀਆ ਨੇ ਜਾ ਕੇ ਪੋਤੀਫਰ ਨੂੰ ਵੇਚ ਦਿੱਤਾ। फिर उस पर दोष लगाया। ਪੋਤੀਫਰ ਦੀ ਪਤਨੀ ਨੇ ਉਹਦੇ ਤੇ ਦੋਸ਼ ਲਗਾਇਆ उसको जेल में बंद ਤੇ कर दिया। ਪੋਤੀਫਰ ਨੇ ਜੇਲ੍ਹ ਵਿੱਚ ਉਸ ਨੂੰ ਬੰਦ इस ਕਰ ਦਿੱਤਾ। तरीके से यूसुफ ने जेल में से निकाल कर सपने का मतलब बताया। ਤੇ ਕਿਸ ਢੰਗ ਨਾਲ ਯੂਸਫ ਨੂੰ ਜਦੋਂ ਜੇਲ੍ਹ ਤੋਂ ਬਾਹਰ ਕੱਢਿਆ ਗਿਆ, ਉਸਨੇ ਸੁਪਨੇ ਦਾ ਮਤਲਬ ਦੱਸਿਆ किस तरीके से उसको मिस्र का प्रधानमंत्री बनाया ਤੇ गया। ਕਿਸ ਢੰਗ ਨਾਲ ਉਹਨੂੰ ਮਿਸਰ देश ਦਾ ਪ੍ਰਧਾਨ ਮੰਤਰੀ ਬਣਾਇਆ ਗਿਆ। इससे क्या सीखने को मिलता? ਤੇ ਇਹਦੇ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ? यूसुफ ने पिता की आज्ञाकारी की, ਯੂਸਫ ਨੇ ਆਪਣੇ ਪਿਤਾ ਦੀ ਆਗਿਆਕਾਰੀ ਕੀਤੀ। उसको आगे जाके दुख उठाने पड़े, ਬੇਸ਼ੱਕ ਉਹਨੂੰ ਅੱਗੇ ਜਾ ਕੇ ਦੁੱਖ ਵੀ ਚੱਕਣੇ ਪਏ, लेकिन एक दिन खुदा ने यूसुफ को मिस्र देश का प्रधानमंत्री बनाया। ਪਰ ਇੱਕ ਦਿਨ ਪਰਮੇਸ਼ਰ ਨੇ ਯੂਸਫ ਨੂੰ ਮਿਸਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ यूसुफ के ऊपर उसके पिता का आशीर्वाद था। ਕਿਉਂਕਿ ਯੂਸਫ ਦੇ ਉੱਤੇ ਉਹਦੇ ਬਾਪ ਦਾ, ਉਹਦੇ ਪਿਤਾ ਦਾ ਆਸ਼ੀਰਵਾਦ ਸੀ। देखिए, यूसुफ अगर पिता के ठीक रहता था
ਦੇਖੋ ਯੂਸਫ ਜੇਕਰ ਆਪਣੇ ਪਿਤਾ ਦੀ ਅਧੀਨਗੀ ਵਿੱਚ ਰਹਿੰਦਾ ਸੀ फिर उसको कितना बड़ा होता बक्सा ਤੇ ਪਰਮੇਸ਼ਰ ਨੇ ਇੱਕ ਦਿਨ ਕਿੰਨਾ ਵੱਡਾ ਅਹੁਦਾ ਉਸ ਨੂੰ ਦਿੱਤਾ। उत्पत्ति 12 अध्याय में पढ़े ਜਦੋਂ ਅਸੀਂ ਉਤਪਤੀ 12 ਅਧਿਆਇ ਵਿੱਚ ਦੇਖੀਏ सारा जो इब्राहिम की पत्नी होती थी ਇੱਕ ਸਾਰਾ ਜਿਹੜੀ ਇਬਰਾਹਿਮ ਦੀ ਪਤਨੀ ਹੁੰਦੀ ਸੀ उत्पत्ति इब्राहिम की आज्ञा में रहती थी। ਉਹ ਆਪਣੇ ਪਤੀ ਇਬਰਾਹਿਮ ਦੀ ਆਗਿਆ ਵਿੱਚ ਰਹਿੰਦੀ ਸੀ। उत्पत्ति 12 का 11 आज से 13 तक पढ़े ਜਦੋਂ ਅਸੀਂ ਉਤਪਤੀ 12 ਅਧਿਆਇ ਦੀ 11 ਆਇਤ ਤੋਂ ਲੈ ਕੇ 13 ਆਇਤ ਤੱਕ ਦੇਖੀਏ अब्राहम सारा को बोला तू झूठ बोलना ਉੱਥੇ ਅਬਰਾਮ ਨੇ ਸਾਰਾ ਨੂੰ ਕਿਹਾ ਕਿ ਤੂੰ ਮੇਰੀ ਖਾਤਰ ਝੂਠ ਬੋਲਣਾ सारा ने झूठ बोली ਤੇ ਸਾਰਾ ਝੂਠ ਬੋਲੀ सारा को झूठ बोलना नहीं चाहिए ਜਦਕਿ ਸਾਰਾ ਨੂੰ ਝੂਠ ਬੋਲਣਾ ਨਹੀਂ ਚਾਹੀਦਾ ਸੀ। उसके पति की आज्ञा मानी ਫਿਰ ਵੀ ਉਸਨੇ ਆਪਣੇ ਪਤੀ ਦੀ ਆਗਿਆ ਨੂੰ ਮੰਨਿਆ उसने झूठ बोला ਉਸਨੇ ਝੂਠ ਬੋਲਿਆ। फिर क्या हुआ फिर ऐसा हुआ कि मिस्र के निकट पहुंचकर उसने अपनी पत्नी सारे से कहा, सुन, मुझे मालूम है कि तू एक सुंदर स्त्री है, इस कारण जब मिस्री तुझे देखेंगे तब कहेंगे यह उसकी पत्नी है, सो वे मुझको तो मार डालेंगे पर तुझको जीती रख लेंगे। सो यह कहना कि मैं उसकी बहन हूँ, जिससे तेरे कारण मेरा कल्याण हो और मेरा प्राण तेरे कारण बचे। देखिए अब सारा को जो अब्राहम ने कहा तो झूठ बोला इसका मतलब अब्राहम की पत्नी उनकी बहन ਦੇਖੋ ਜਦੋਂ ਅਬਰਾਮ ਨੇ ਸਾਰਾ ਨੂੰ ਕਿਹਾ ਕਿ ਤੂੰ ਮੇਰੇ ਲਈ ਝੂਠ ਬੋਲਣਾ, ਤੂੰ ਇਹ ਨਾ ਕਹਿਣਾ ਕਿ ਮੈਂ ਉਹਦੀ ਪਤਨੀ ਆ ਬਲਕਿ ਇਹ ਕਹਿਣਾ ਕਿ ਮੈਂ ਉਹਦੀ ਭੈਣ ਆ। आगे देखो सारा ने ऐसा ही ਤੇ किया ਅੱਗੇ ਜਾ ਕੇ ਸਾਰਾ ਨੇ ਏਦਾਂ ਹੀ ਬੋਲਿਆ ये कहा कि मैं तो अब्राहम की बहन ਤੇ ਉਹੀ ਉਹਨੇ ਕਿਹਾ ਕਿ ਮੈਂ ਤਾਂ ਅਬਰਾਮ ਦੀ ਭੈਣ ਆ। उसको झूठ बोलना नहीं चाहिए था ਬੇਸ਼ੱਕ ਉਹਨੂੰ ਝੂਠ ਬੋਲਣਾ ਨਹੀਂ ਚਾਹੀਦਾ ਸੀ क्योंकि वो पति की आज्ञा में थी ਕਿਉਂਕਿ ਉਹ ਪਤੀ ਦੀ ਆਗਿਆ ਵਿੱਚ ਸੀ, इसलिए उसने झूठ बोला ਇਸ ਲਈ ਉਹਨੇ ਝੂਠ ਬੋਲਿਆ। जब पहला पत्रस 3 के 6 में पढ़े ਜਦੋਂ ਅਸੀਂ ਪਹਿਲਾ ਪਤਰਸ 3 ਅਧਿਆਇ ਉਹਦੀ 6 ਆਇਤ ਵਿੱਚ ਦੇਖਦੇ ਆ, चेंज कर लो ਪਹਿਲਾ ਪਤਰਸ 3 ਅਧਿਆਇ ਉਹਦੀ 6 ਆਇਤ ਵਿੱਚ जैसे सारा इब्राहिम की आज्ञा में रहती और उसे स्वामी कहती थी, सो तुम भी यदि भलाई करो और किसी प्रकार के भय से भयभीत न हो तो उसकी बेटियां ठहरोगी। देखिए सारा जो अब्राहम की आज्ञा में रहती थी ਦੇਖੋ ਬਾਈਬਲ ਦੱਸਦੀ ਹੈ ਕਿ ਸਾਰਾ ਜਿਹੜੀ ਆ ਇਬਰਾਹਿਮ ਦੀ ਆਗਿਆ ਦੇ ਵਿੱਚ ਰਹਿੰਦੀ ਸੀ अपने पति को नाम लेकर के बल्कि स्वामी कहकर ਤੇ बुलाया ਆਪਣੇ ਪਤੀ ਨੂੰ ਉਹ ਨਾਮ ਲੈ ਕੇ ਨਹੀਂ ਬਲਕਿ ਸਵਾਮੀ ਕਹਿ ਕੇ ਪੁਕਾਰਦੀ। आज्ञाकारी जो औरतें होंगी अपने पति को बड़ी आदर के साथ बुलाएंगी ਆਗਿਆਕਾਰੀ ਜਿਹੜੀ ਪਤਨੀਆਂ ਹੋਣਗੀਆਂ ਉਹ ਆਪਣੇ ਪਤੀ ਨੂੰ ਬੜੇ ਆਦਰ ਦੇ ਨਾਲ ਸੱਦਣਗੀਆਂ। अगर वो पति की आज्ञाकारी थे ਦੇਖੋ ਜੇ ਉਹ ਪਤੀ ਦੀ ਆਗਿਆਕਾਰੀ ਸੀ, क्या पति थे ਪਤੀ ਦੇ ਅਧੀਨ ਸੀ, आगे जाकर परमेश्वर ने 100 साल की उम्र में जब अब्राहम के उसको बेटे की आशीष ਤੇ ਅੱਗੇ ਜਾ ਕੇ ਜਦੋਂ ਉਸ ਦੇ ਪਤੀ ਦੀ ਅਬਰਾਮ ਦੀ ਉਮਰ 100 ਸਾਲ ਹੋ ਗਈ ਤੇ ਪਰਮੇਸ਼ਰ ਨੇ ਉਹਨੂੰ ਪੁੱਤਰ ਦੀ ਆਸ਼ੀਸ਼ ਦਿੱਤੀ। जब हम मूसा के बारे में पढ़ते ਤੇ हैं ਜਦੋਂ ਅਸੀਂ ਮੂਸਾ ਦੇ ਬਾਰੇ ਵਿੱਚ ਪੜ੍ਹਦੇ ਹਾਂ, कदम की जब हम पढ़ते हैं ਨਿਰਗਮਨ ਦੀ ਕਿਤਾਬ ਵਿੱਚ ਜਦੋਂ ਪੜ੍ਹਦੇ ਹਾਂ, उसे कदम 18 का 25 में पढ़ते हैं ਨਿਰਗਮਨ 18 ਅਧਿਆਇ ਦੀ 25 ਤੇ 26 ਵਿੱਚ ਦੇਖਦੇ ਹਾਂ। इसराइल जो अन्याय अकेला किया करता था ਮੂਸਾ ਜਿਹੜਾ ਹੈ ਇਜ਼ਰਾਈਲੀ ਲੋਕਾਂ ਦਾ ਨਿਆਂ ਜਿਹੜਾ ਇਕੱਲੇ ਹੀ ਕਰਿਆ ਕਰਦਾ ਸੀ। सारा दिन गुजर जाता था शाम को लेट हो जाते थे ਸਾਰਾ ਦਿਨ ਗੁਜ਼ਰ ਜਾਂਦਾ ਸੀ, ਉਹ ਸ਼ਾਮ ਨੂੰ ਲੇਟ ਹੋ ਜਾਂਦਾ ਸੀ। मूसा की ससुर ने मूसा को सलाह दी ਇੱਕ ਦਿਨ ਮੂਸਾ ਦੇ ਸੱਸੂ ਨੇ ਮੂਸਾ ਨੂੰ ਸਲਾਹ ਦਿੱਤੀ अगर तू ऐसा करे 100 के ऊपर प्रधान रख दे 1000 के ऊपर प्रधान रख दे ਜੇ ਤੂੰ ਇਸ ਤਰ੍ਹਾਂ ਕਰੇ ਕਿ ਇਜ਼ਰਾਈਲੀਆਂ ਦਾ ਨਿਆਂ ਕਰਨ ਦੇ ਲਈ 100 ਦੇ ਉੱਪਰ 50 ਦੇ ਉੱਪਰ ਏਦਾਂ ਤੂੰ ਪ੍ਰਧਾਨ ਰੱਖ ਦੇਵੇਂ। तो मूसा की ससुर की इस बात को माना ਤੇ ਮੂਸਾ ਨੇ ਆਪਣੇ ਸੱਸੁਰ ਦੀ ਇਸ ਗੱਲ ਨੂੰ ਮੰਨਿਆ। उसने 100 के ऊपर 500 के ऊपर 1000 के ऊपर प्रधान रख दी ਉਹਨੇ ਏਦਾਂ 100 ਦੇ ਉੱਪਰ 500 ਦੇ 1000 ਦੇ ਉੱਪਰ ਪ੍ਰਧਾਨ ਨਿਯੁਕਤ ਕਰ ਦਿੱਤੇ। जो प्रधान रखे वो सब आज्ञा में रहते थे ਤੇ ਜਿਹੜੇ ਪ੍ਰਧਾਨ ਰੱਖੇ ਉਹ ਸਾਰੇ ਮੂਸਾ ਦੀ ਆਗਿਆ ਵਿੱਚ ਰਹਿੰਦੇ ਸੀ। छोटा बड़ी की बड़ी की अधीन रहता था ਯਾਨੀ ਕਿ ਛੋਟਾ ਆਪਣੇ ਤੋਂ ਵੱਡਾ, ਵੱਡੇ ਤੋਂ ਆਪਣਾ ਵੱਡੇ ਆਗਿਆ ਵਿੱਚ ਰਹਿੰਦੇ सबसे ਸੀ। बड़ा तो मूसा ही होता था ਸਭ ਤੋਂ ਵੱਡਾ ਤਾਂ ਮੂਸਾ ਹੀ ਹੁੰਦਾ ਸੀ वहाँ पे सबका न्याय अच्छे से होता था ਤੇ ਉੱਥੇ ਸਭਨਾਂ ਦਾ ਨਿਆਂ ਬੜੇ ਚੰਗੇ ਢੰਗ ਨਾਲ ਹੁੰਦਾ ਸੀ। रूत की जब कभी रूत के बारे में ਜਦੋਂ ਅਸੀਂ ਰੂਥ ਦੀ ਕਿਤਾਬ ਵਿੱਚ ਰੂਥ ਬਾਰੇ ਪੜ੍ਹਦੇ ਹਾਂ, वो अपनी सास की कितना अधीन रहती ਉਹ ਆਪਣੀ ਸੱਸ ਦੇ ਕਿੰਨੇ ਅਧੀਨ ਵਿੱਚ ਰਹਿੰਦੀ, आज्ञा में रहती थी ਕਿੰਨੀ ਆਗਿਆ ਦੇ ਵਿੱਚ ਰਹਿੰਦੀ। उसकी मृत्यु हो गई ਉਹਦੇ ਪਤੀ ਦੀ ਮੌਤ ਵੀ ਹੋ ਗਈ। उसकी चिट्ठी भी जो अपनी सास को छोड़कर चले गए ਉਹਦੀ ਜਠਾਣੀ ਬੇਸ਼ੱਕ ਆਪਣੀ ਸੱਸ ਨੂੰ ਛੱਡ ਕੇ ਚਲੀ ਗਈ, रूत जब अपनी सास को नहीं छोड़ा ਪਰ ਰੂਥ ਨੇ ਆਪਣੀ ਸੱਸ ਨੂੰ ਨਹੀਂ ਛੱਡਿਆ। अपनी सास को कहा जिधर तू जाएगी उधर मैं जाऊंगा ਆਪਣੀ ਸੱਸ ਨੂੰ ਉਸਨੇ ਕਿਹਾ ਕਿ ਜਿੱਥੇ ਤੂੰ ਜਾਵੇਂਗੀ ਉੱਥੇ ਮੈਂ ਜਾਵਾਂਗੀ, उसकी वहाँ पे मैं रहूंगी ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ। तेरा परमेश्वर मेरा परमेश्वर ਜੋ होगा ਤੇਰਾ ਪਰਮੇਸ਼ਰ ਹੋਵੇਗਾ ਉਹ ਮੇਰਾ ਹੋਵੇਗਾ। तो अपनी सास की अधीन रहती थी ਇੰਨਾ ਆਪਣੀ ਸੱਸ ਦੇ ਅਧੀਨ ਰਹਿੰਦੀ ਸੀ। सास की अधीन रहती थी ਜਦੋਂ ਆਪਣੀ ਸੱਸ ਦੇ ਅਧੀਨ ਰਹਿੰਦੀ ਸੀ, आगे जाकर उसकी शादी भी हुई ਅੱਗੇ ਜਾ ਕੇ ਉਸਦਾ ਵਿਆਹ ਵੀ ਹੋਇਆ उसके घर बच्चा भी हुआ ਤੇ ਉਸਦੇ ਘਰ ਬੱਚਾ ਵੀ ਹੋਇਆ। पहले पति की डेथ हो गई थी ਦੇਖੋ ਉਸਦੇ ਪਹਿਲੇ ਪਤੀ ਦੀ ਡੈਥ ਹੋ ਗਈ, उसकी दूसरी शादी हुई ਉਸਦਾ ਦੂਸਰਾ ਵਿਆਹ ਹੋਇਆ। और सास के अधीन रही ਜੇਕਰ ਉਹ ਸੱਸ ਦੇ ਅਧੀਨ ਰਹੀ खुदा की बरकत बनी रही ਕਿਉਂਕਿ ਖੁਦਾ ਦੀ ਬਰਕਤ ਬਣੀ ਰਹੀ, बच्चा भी हुआ ਉਸਦੇ ਘਰ ਬੱਚਾ ਵੀ ਹੋਇਆ दाऊद का दादा वही बच्चा ਤੇ कहलाया ਦਾਊਦ ਦਾ ਦਾਦਾ ਉਹੀਓ ਬੱਚਾ ਕਹਿਲਾਇਆ। हालेलुया हालेलुया। अधीन की सेम आशीष आती है ਤੇ ਅਧੀਨ ਕੀ
ਦੇ ਨਾਲ ਆਸ਼ੀਸ਼ ਆਉਂਦੀ ਹੈ। एलीशा के बारे में दूसरे राजा के अंदर ਜਦੋਂ ਅਸੀਂ ਦੂਸਰੇ ਰਾਜੇ ਦੀ ਕਿਤਾਬ ਵਿੱਚ ਅਲੀਸ਼ਾ ਬਾਰੇ ਪੜ੍ਹਦੇ ਹਾਂ, एलीशा के बारे में हम लोग को पता होगा कि एलीशा के हाथ धुलवाया करता था। ਅਲੀਸ਼ਾ ਬਾਰੇ ਤੁਹਾਨੂੰ ਪਤਾ ਹੈ ਕਿ ਉਹ ਏਲੀਆ ਨਬੀ ਦੇ ਹੱਥਾਂ ਨੂੰ ਧੋਇਆ ਕਰਦਾ ਸੀ। एलीशा के अधीन रहता था, ਉਹ ਏਲੀਆ ਦੇ ਕਿੰਨੇ ਅਧੀਨ ਵਿੱਚ ਰਹਿੰਦਾ एलीशा ਸੀ, के साथ साथ रहता था। ਏਲੀਆ ਦੇ ਨਾਲ ਨਾਲ ਰਹਿੰਦਾ ਸੀ। मैंने सोचा एलीशा के हाथ धुला तो मैं बहुत छोटा काम करता हूँ। ਕਦੇ ਨਹੀਂ ਸੋਚਿਆ ਕਿ ਮੈਂ ਤਾਂ ਏਲੀਆ ਦੇ ਹੱਥ ਹੀ ਧੁਲਵਾਨਾ ਤਾਂ ਮੈਂ ਤਾਂ ਬੜਾ ਨਿੱਕਾ ਜਿਹਾ ਕੰਮ ਕਰਦਾ। छोटा नहीं समझता। ਸੱਚੇ ਤੌਰ ਤੇ ਅਧੀਨ ਰਹਿਣ ਵਾਲਾ ਇਨਸਾਨ ਕਦੇ ਆਪਣੇ ਆਪ ਨੂੰ ਛੋਟਾ ਨਹੀਂ ਸਮਝਦਾ असली अधीन की बोला जाता ਤੇ है। ਇਸੇ ਨੂੰ ਅਸਲੀ ਅਧੀਨਗੀ ਕਿਹਾ ਜਾਂਦਾ ਹੈ। उसको एलीशा से दुगना मसा दिया। ਇੱਕ ਦਿਨ ਪਰਮੇਸ਼ਰ ਨੇ ਅਲੀਸ਼ਾ ਨੂੰ ਏਲੀਆ ਤੋਂ ਵੀ ਦੁੱਗਣਾ ਮਸਾ ਦਿੱਤਾ उसको कितना इस्तेमाल ਤੇ ਪਰਮੇਸ਼ਰ ਨੇ ਕਿੰਨਾ ਇਸਤੇਮਾਲ ਕੀਤਾ। एस्तर के बारे में पढ़े। ਤੇ ਜਦੋਂ ਅਸੀਂ ਐਸਤਰ ਦੀ ਕਿਤਾਬ ਵਿੱਚ ਐਸਤਰ ਬਾਰੇ ਪੜ੍ਹਦੇ ਹਾਂ, एस्तर 2:20 में लिखा है ਐਸਤਰ 2 ਦੇ ਆਇਤ ਦੀ 20 ਵਿੱਚ लिखा है, कि आगे में कितना रहते थे। ਉਹ ਮੋਰਦਕੇ ਦੀ ਆਗਿਆ ਵਿੱਚ ਕਿੰਨਾ ਰਹਿੰਦੀ ਸੀ, उसको छोटा से पाला पोसा था। ਕਿਉਂਕਿ ਮੋਰਦਕੇ ਨੇ ਉਸ ਨੂੰ ਛੋਟੀ ਉਮਰ ਤੋਂ ਪਾਲਿਆ ਪੋਸਿਆ ਸੀ। वो आगे में रहते ਤੇ ਜਦੋਂ ਮੋਰਦਕੇ ਦੀ ਆਗਿਆ ਵਿੱਚ ਰਹਿੰਦੀ ਸੀ, रहते थे। ਜਦੋਂ ਮੋਰਦਕੇ ਦੇ ਅਧੀਨ ਵਿੱਚ ਰਹਿਆ ਕਰਦੀ ਸੀ, उसको राजा अक्षरस की पत्नी बना। ਇੱਕ ਦਿਨ ਪਰਮੇਸ਼ਰ ਨੇ ਉਸ ਨੂੰ ਰਾਜਾ ਅਕਸ਼ਰੇਸ਼ ਦੀ ਪਤਨੀ ਬਣਾਇਆ। एस्तर 2:20 में पढ़ दीजिए। ਐਸਤਰ 2 ਦੇ ਆਇਤ ਦੀ 20 ਆਇਤ ਵਿੱਚ ਪੜੋ। और एस्तर ने अपनी जाति और कुल का पता नहीं दिया था, क्योंकि मोर्दके ने उसे ऐसी आज्ञा दी थी कि न बताए। और एस्तर मोर्दके की बात ऐसे मानती थी जैसे कि उसके यहाँ अपने पालन पोषण के समय मानती थी। देखो बहुत एस्तर ऐसी आज्ञा मानती थी ਦੇਖੋ ਲਿਖਿਆ ਹੈ ਕਿ ਐਸਤਰ ਮੋਰਦਕੇ ਦੀ ਐਦਾਂ ਦੀ ਆਗਿਆ ਮੰਨਦੀ ਸੀ जैसे पालन पोषण के समय मानती थी। ਜਿੱਦਾਂ ਉਹ ਛੋਟੇ ਹੁੰਦੇ ਯਾਨੀ ਕਿ ਜਦੋਂ ਉਹਦਾ ਪਾਲਣ ਪੋਸ਼ਣ ਮੋਰਦਕੇ करदा ਸੀ ਉਸ ਸਮੇਂ ਕਰਦੀ ਸੀ। कुछ बच्चे छोटी उम्र के आज्ञाकारी होते हैं। ਕਈ ਵਾਰ ਕੁਝ ਬੱਚੇ ਛੋਟੀ ਉਮਰ ਦੇ ਵਿੱਚ ਤਾਂ ਮਾਪੇ ਦੇ ਆਗਿਆਕਾਰੀ ਹੁੰਦੇ ਨੇ। आज्ञाकारी अपने सिंह को क्या आज्ञाकारी ਮਾਪੇ ਦੇ ਆਗਿਆਕਾਰੀ ਆਪਣੇ ਸੇਵਕਾਂ ਦੇ ਆਗਿਆਕਾਰੀ, जो भी बड़े हो जाते ਪਰ हैं ਜਦੋਂ ਉਹਨਾਂ ਦੀ ਉਮਰ ਵੱਡੀ ਹੋ ਜਾਂਦੀ ਹੈ अधीन की छोड़ देते हैं। ਉਹਨਾਂ ਦੀ ਅਧੀਨਗੀ ਨੂੰ ਛੱਡ ਦਿੰਦੇ ਨੇ। ये हमारे जीवन में परेशानी लाती है। ਇਹੀ ਜਿਹੜੀ ਚੀਜ਼ਾਂ ਸਾਡੇ ਜੀਵਨ ਵਿੱਚ ਦਿੱਕਤਾਂ ਲਿਆਉਂਦੀਆਂ ਨੇ। जिसके अधीन रहना चाहिए उसके सारी उम्र तक अधीन रहो। ਜਿੰਦੇ ਅਧੀਨ ਰਹਿਣਾ ਚਾਹੀਦਾ ਉਹਦੇ ਸਾਰੀ ਉਮਰ तक ਅਧੀਨ ਰਹੋ, जिसको अधीन रखना चाहिए उसको अधीन रखो। ਤੇ ਜਿਹਨੂੰ ਅਧੀਨ ਰੱਖਣਾ ਚਾਹੀਦਾ ਹੈ ਸਾਰੀ ਉਮਰ तक ਅਧੀਨ ਰੱਖੋ। अगर इस तरह बहुत के अधीन रह के जीवन जिया करते ਦੇਖੋ ਅਗਰ ਐਸਤਰ ਮੋਰਦਕੇ ਦੇ ਅਧੀਨਗੀ ਵਿੱਚ ਜੀਵਨ ਜੀਆ ਕਰਦੀ, उसको राजा अक्षरस की रानी बना दिया। ਇੱਕ ਦਿਨ ਪਰਮੇਸ਼ਰ ਨੇ ਰਾਜਾ ਅਕਸ਼ਰੇਸ਼ ਦੀ ਉਸ ਨੂੰ ਪਤਨੀ ਰਾਣੀ ਬਣਾ ਦਿੱਤੀ। परमेश्वर बड़ा खुश होता है। ਅਧੀਨ ਰਹਿਣ ਵਾਲਿਆਂ ਦੇ ਨਾਲ ਪਰਮੇਸ਼ਰ ਬੜਾ ਖੁਸ਼ ਹੁੰਦਾ ਹੈ। शक्तियों को तरक्की देता है। ਇੱਕ ਦਿਨ ਪਰਮੇਸ਼ਰ ਨੂੰ ਤਰੱਕੀ ਦਿੰਦਾ ਹੈ। परमेश्वर ने देखो ਦੇਖੋ ਪ੍ਰਭੂ ਯੀਸ਼ੂ ਮਸੀਹ ਬਾਰੇ ਦੇਖੋ, क्या क्या कितना रहता था। ਪ੍ਰਭੂ ਯੀਸ਼ੂ ਮਸੀਹ ਆਪਣੇ ਪਿਤਾ ਦੀ ਆਗਿਆ ਵਿੱਚ ਕਿੰਨਾ ਰਹਿੰਦੇ ਸੀ। जो भी चीज होती है परमेश्वर जी बार-बार बोला करते ਜਦੋਂ ਜ਼ਮੀਨ ਤੇ ਸੀ ਪ੍ਰਭੂ ਯੀਸ਼ੂ ਮਸੀਹ ਇੱਕ ਗੱਲ ਬਾਰ-ਬਾਰ ਕਿਹਾ ਕਰਦੇ, हैं कि आज्ञा को पूरा करने आया हूं। ਮੈਂ ਆਪਣੇ ਪਿਤਾ ਦੀ ਆਗਿਆ ਨੂੰ ਪੂਰਾ ਕਰਨੀ ਆ, इच्छा को पूरा करने आया हूं। ਮੈਂ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ जो ਕਰਨਾ कुछ मेरे पिता कहेगा मैं वही करूंगा। ਜੋ ਕੁਝ ਮੇਰਾ ਪਿਤਾ ਕਹੇਗਾ ਮੈਂ ਉਹੀਓ ਕਰੂੰਗਾ। वो अपने पिता की तरफ अधीन रहते थे। ਯਾਨੀ ਕਿ ਉਹ ਆਪਣੇ ਪਿਤਾ ਦੇ ਅੰਨੇ ਅਧੀਨ ਰਹਿੰਦੇ ਸੀ। फिलिप्पियों 2 की आयत 9 में पढ़े। ਜਦੋਂ ਅਸੀਂ ਫਿਲਿੱਪੀਓ 2 ਅਧਿਆਏ ਉਹਦੀ 8 ਤੇ 9 ਆਇਤ ਵਿੱਚ ਪੜ੍ਹੀਏ, और मनुष्य के रूप में प्रकट होकर अपने आप को दीन किया, यहाँ तक आज्ञाकारी रहा कि मृत्यु, हाँ क्रोस की मृत्यु भी सह ली। इस कारण ਦੇਖੋ ਪ੍ਰਭੂ ਯੀਸ਼ੂ ਮਸੀਹ ਆਪਣੇ ਪਿਤਾ ਦੇ ਇੰਨੇ ਅਧੀਨ ਰਹੇ, ਇੰਨੇ ਆਗਿਆਕਾਰੀ ਰਹੇ ਕਿ ਕ੍ਰੋਸ ਦੀ ਮੌਤ ਵੀ ਉਹਨਾਂ ਨੇ ਸਹਿਨ ਕਰ ਲਈ। ਦੇਖੋ ਪ੍ਰਭੂ ਯੀਸ਼ੂ ਮਸੀਹ ਆਪਣੇ ਪਿਤਾ ਦੇ ਨਾਲ ਕਿੰਨਾ ਪ੍ਰੇਮ ਕਰਦੇ ਸੀ, ਫਿਰ ਵੀ ਪਿਤਾ ਨੇ ਉਹਨਾਂ ਨੂੰ ਕ੍ਰੋਸ ਦੀ ਮੌਤ ਦਿੱਤੀ। ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਪਿਤਾ ਨੂੰ ਕਿਹਾ ਤਾਂ ਸੀ ਜ਼ਰੂਰ ਕਿ ਪਿਤਾ ਹੋ ਸਕੇ ਤਾਂ ਪਿਆਲਾ ਮੇਰੇ ਤੋਂ ਟਲ ਜਾਵੇ, ਪਰ ਫਿਰ ਵੀ ਪਿਤਾ ਨੂੰ ਨਾਲ ਦੀ ਨਾਲ ਕਹਿ ਦਿੱਤਾ ਕਿ ਇੱਛਾ ਮੇਰੀ ਨਹੀਂ ਬਲਕਿ ਤੇਰੀ ਹੋਈ। ਤੇ ਇੱਛਾ ਵੀ ਅਸੀਂ ਦੇਖਦੇ ਆ ਪ੍ਰਭੂ ਯੀਸ਼ੂ ਮਸੀਹ ਦੀ ਨਹੀਂ ਬਲਕਿ ਪਿਤਾ ਦੀ ਪੂਰੀ ਹੋਈ ਹੈ। ਤੇ ਪ੍ਰਭੂ ਯੀਸ਼ੂ ਮਸੀਹ ਨੂੰ ਪਿਆਲਾ ਪੀਣਾ ਪਿਆ, ਪ੍ਰਭੂ ਯੀਸ਼ੂ ਮਸੀਹ ਨੂੰ ਕ੍ਰੋਸ ਦੀ ਮੌਤ ਬਰਦਾਸ਼ਤ ਸਹਿਨ ਕਰਨੀ ਪਈ, ਯਾਨੀ ਕਿ ਇੰਨੇ ਆਗਿਆਕਾਰੀ ਰਹੇ ਕਿ ਕ੍ਰੋਸ ਦੀ ਮੌਤ ਵੀ ਸਹਿਨ ਕਰ ਲਈ। इस कारण परमेश्वर ने उसको अति महान भी किया और उसको वह नाम दिया जो सब नामों में श्रेष्ठ है। ਜੇਕਰ ਪ੍ਰਭੂ ਯੀਸ਼ੂ ਮਸੀਹ ਆਪਣੇ ਪਿਤਾ ਦੀ ਆਗਿਆ ਵਿੱਚ ਰਹੇ ਤੇ ਇੱਕ ਦਿਨ ਪਿਤਾ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਇੰਨਾ ਮਹਾਨ ਕੀਤਾ, ਪ੍ਰਭੂ ਯੀਸ਼ੂ ਮਸੀਹ ਨੂੰ ਸਾਰਾ ਆਕਾਸ਼ ਤੇ ਪ੍ਰਿਥਵੀ ਦਾ ਅਧਿਕਾਰ ਦੇ ਦਿੱਤਾ ਤੇ ਪ੍ਰਭੂ ਯੀਸ਼ੂ ਮਸੀਹ ਸਾਰੀ ਦੁਨੀਆ ਦੇ ਮੁਕਤੀਦਾਤਾ ਕਹਿਲਾਉਂਦੇ ਨੇ।
ਬਾਈਬਲ ਵਿੱਚ ਕਿੰਨੇ ਲੋਕਾਂ ਨੇ ਆਪਣੇ ਵੱਡਿਆਂ ਦੀ ਅਧੀਨਗੀ ਕੀਤੀ मुझे उनकी अधीनता में आदर किया ਤੇ ਪਰਮੇਸ਼ਰ ਨੇ ਇੱਕ ਦਿਨ ਉਹਨਾਂ ਦੀ ਅਧੀਨਗੀ ਦਾ ਆਦਰ ਵੀ ਕੀਤਾ जब उनको ऊंचा किया ਤੇ ਪਰਮੇਸ਼ਰ ਨੇ ਉਹਨਾਂ ਨੂੰ ਉੱਚਾ ਕੀਤਾ मूसा की अधीनगी की ਜੇਕਰ मूसा ਨੇ ਅਧੀਨਗੀ ਕੀਤੀ इसराइलियों को छुटकारा दिलाया ਤੇ ਉਹ ਇਜ਼ਰਾਈਲੀਆਂ ਨੂੰ ਆਜ਼ਾਦ ਕਰਵਾ ਕੇ ਲੈ ਕੇ ਆਇਆ हालेलुया ਹਾਲੇਲੂਇਆ। हम सीख चले कि हमें किस किसके अधीन रहना चाहिए ਹੁਣ ਅਸੀਂ ਸਿੱਖ ਕੇ ਚੱਲਾਂਗੇ ਕਿ ਸਾਨੂੰ ਕਿੰਦੇ ਕਿੰਦੇ ਅਧੀਨ ਰਹਿਣਾ ਚਾਹੀਦਾ मैं इसमें आपको बताऊंगा बाइबल के बारे में क्या क्या कहती है ਬਾਈਬਲ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਬਾਈਬਲ ਕਿੰਨਾ ਬਾਰੇ ਕੀ ਕਹਿੰਦੀ ਹੈ सबसे पहले हम अच्छे लोगों को मस्जिद लोगों को हम दूसरों के लोगों को जितने भी लोग सुन रहे हैं हमें सरकारी अधिकारियों के अधीन रहना चाहिए ਸਭ ਤੋਂ ਪਹਿਲਾਂ ਮਸੀਹ ਲੋਕਾਂ ਨੂੰ ਜਿੰਨੇ ਵੀ ਲੋਕ ਸੁਣ ਰਹੇ ਨੇ ਪ੍ਰਭੂ ਦੇ ਲੋਕਾਂ ਨੂੰ ਸਾਨੂੰ ਕਿੰਨਾ ਦੇ ਅਧੀਨ ਵਿੱਚ ਰਹਿਣਾ ਚਾਹੀਦਾ वो सरकारी अधिकारियों के अधीन रहना ਸਾਨੂੰ ਸਰਕਾਰੀ ਜਿੰਨੇ ਵੀ ਅਧਿਕਾਰੀ ਨੇ ਉਹਨਾਂ ਦੇ ਅਧੀਨ ਵਿੱਚ ਰਹਿਣਾ ਚਾਹੀਦਾ ਹੈ चाहिए इलाके का काउंसलर चाहे इलाके का SHO ਚਾਹੇ ਤੁਹਾਡੇ ਇਲਾਕੇ ਦੇ ਐਸਐਚਓ ਨੇ ਚਾਹੇ ਉਹ ਕਾਉਂਸਲਰ ਨੇ चाहे इलाके का SDM चाहे DCO ਚਾਹੇ ਉਹ ਐਸਡੀਐਮ ਹੋਣ ਚਾਹੇ ਉਹ ਡੀਸੀ ਹੋਣ चाहे पुलिस कमिश्नर हो ਚਾਹੇ ਪੁਲਿਸ ਕਮਿਸ਼ਨਰ ਹੋਣ चाहे इलाके का DCO ਚਾਹੇ ਸਾਡੇ ਇਲਾਕੇ ਦੇ ਡੀਸੀ ਹੋਣ स्टेट का चीफ मिनिस्टर हो ਚਾਹੇ ਸਾਡੇ ਸਟੇਟ ਦੇ ਚੀਫ ਮਿਨਿਸਟਰ ਹੋਣ कोई भी सरकारी अधिकारी चाहे देश का प्रधानमंत्री हो ਯਾਨੀ ਕਿ ਕੋਈ ਵੀ ਸਰਕਾਰੀ ਅਧਿਕਾਰੀ ਹੋਵੇ ਚਾਹੇ ਸਾਰੇ ਪ੍ਰਧਾਨ ਮੰਤਰੀ ਜੀ ਹੋਣ इस मुल्क के उनके अधीन रहो ਬਾਈਬਲ ਦੱਸਦੀ ਹੈ ਕਿ ਉਹਨਾਂ ਦੇ ਅਧੀਨ ਰਹੋ लोग कहते रहते हैं उसकी एक और दो आयत में पढ़े ਜਦੋਂ ਅਸੀਂ ਰੋਮੀਓ ਦੀ ਕਿਤਾਬ 13 ਅਧਿਆਇ ਦੀ 1 ਤੇ 2 ਆਇਤ ਪੜ੍ਹਦੇ ਹਾਂ हर एक व्यक्ति प्रधान अधिकारियों के अधीन रहे क्योंकि कोई अधिकार ऐसा नहीं जो परमेश्वर की ओर से न हो देखिए हम यही अपने प्रधान अधिकारियों के अधीन रहे ਦੇਖੋ ਹਰੇਕ ਜਿਹੜਾ ਇਨਸਾਨ ਹੈ ਉਹ ਆਪਣੇ ਪ੍ਰਧਾਨ ਆਪਣੇ ਅਧਿਕਾਰੀਆਂ ਦੇ ਅਧੀਨਗੀ ਵਿੱਚ कोई ਹੈ भी बड़ा अधिकारी जो भी आपसे बड़ी है उन सबके अधीन रहो ਕੋਈ ਵੀ ਅਧਿਕਾਰੀ ਜਿਹੜੇ ਤੁਹਾਡੇ ਤੋਂ ਵੱਡੇ ਕਹਿਲਾਉਂਦੇ ਆ ਉਹਨਾਂ ਦੀ ਅਧੀਨਗੀ ਵਿੱਚ ਰਹੋ कोई भी अधिकार ऐसा नहीं जो परमेश्वर की तरफ से ना हो ਕਿਉਂਕਿ ਲਿਖਿਆ ਕੋਈ ਵੀ ਅਧਿਕਾਰ ਐਦਾਂ ਨਹੀਂ ਕਿ ਜਿਹੜਾ ਕਿ ਪਰਮੇਸ਼ਰ ਵੱਲੋਂ ਨਾ ਹੋਵੇ जिलाके और जो अधिकार हैं वे परमेश्वर की ओर से ठहराए हुए हैं। भी अधिकारी ठहराए जाते ਤੇ हैं ਜਿੰਨੇ ਵੀ ਅਧਿਕਾਰੀ ਠਹਿਰਾਏ ਜਾਂਦੇ ਨੇ ईश्वर की इजाजत के बिना नहीं ठहराए जाते ਉਹ ਪਰਮੇਸ਼ਰ ਦੀ ਇਜਾਜ਼ਤ ਦੇ ਬਿਨਾਂ ਨਹੀਂ ਠਹਿਰਾਏ ਜਾਂਦੇ पॉलिटिक्स भी है चाहे वो सरकारी अधिकारी है ਚਾਹੇ ਉਹ ਪੋਲਿਟਿਕਸ ਵਿੱਚ ਨੇ ਚਾਹੇ ਉਹ ਸਰਕਾਰੀ ਅਧਿਕਾਰੀ कोई भी सरकार बन गई किसी भी पार्टी की सरकार बन गई ਚਾਹੇ ਉਹ ਕਿਸੇ ਦੀ ਵੀ ਸਰਕਾਰ ਬਣ ਗਈ ਕਿਸੇ ਵੀ ਪਾਰਟੀ ਦੀ ਬਣ ਗਈ ईश्वर की इजाजत के बिना बन नहीं सकते ਪਰਮੇਸ਼ਰ ਦੀ ਇੱਛਾ ਦੇ ਬਿਨਾਂ ਇਜਾਜ਼ਤ ਦੇ ਬਿਨਾਂ ਬਣ ਨਹੀਂ ਸਕਦਾ सरकारी अधिकारियों का विरोध करते हैं ਸੋ ਜਦੋਂ ਤੁਸੀਂ ਸਰਕਾਰੀ ਅਧਿਕਾਰੀ ਦਾ ਵਿਰੋਧ ਕਰਦੇ ਹੋ अधिकारियों का अफसरों का मंत्रियों का विरोध करते हो ਜਾਂ ਸਰਕਾਰੀ ਅਧਿਕਾਰੀ ਦਾ ਅਫਸਰਾਂ ਦਾ ਮੰਤਰੀਆਂ ਦਾ ਵਿਰੋਧ ਕਰਦੇ ਹੋ समझो आप परमेश्वर के अधिकार का विरोध करते ਤੇ ਸਮਝ ਲਓ ਤੁਸੀਂ ਪਰਮੇਸ਼ਰ ਦੇ ਅਧਿਕਾਰ ਦਾ ਵਿਰੋਧ ਕਰਦੇ हो ਹੋ वो सरकारी अधिकारियों के अधीन रहना चाहिए ਤੁਹਾਨੂੰ ਸਰਕਾਰੀ ਅਧਿਕਾਰੀਆਂ ਦੇ ਅਧੀਨਗੀ ਵਿੱਚ ਰਹਿਣਾ ਚਾਹੀਦਾ ਹੈ ताकि तीतुस 3 उसकी एक आयत में पढ़े ਜਦੋਂ ਅਸੀਂ ਤੀਤੁਸ 3 ਅਧਿਆਏ ਉਹਦੀ 3:1 ਆਇਤ ਵਿੱਚ ਪੜ੍ਹਦੇ ਹਾਂ तीतुस 3 का 1 लोगों को सुधि दिला कि हाकिमों और अधिकारियों के अधीन रहें और उनकी आज्ञा माने और हर एक अच्छे काम के लिए तैयार रहें। जी इस पढ़ते जिसको लोगों को सुधि दिला कि हाकिमों और अधिकारियों के अधीन रहें और उनकी आज्ञा माने और हर एक अच्छे काम के लिए तैयार रहें। देखिए प्रभु का दास क्या कहता है ਦੇਖੋ ਪ੍ਰਭੂ ਦਾ ਦਾਸ ਕੀ ਕਹਿੰਦਾ ਹੈ लोगों को सुधि दिला ਲੋਕਾਂ ਨੂੰ ਸੁੱਧੀ ਦਿਲਾ जो सरकारी अधिकारियों के अधीन रहे ਕਿ ਉਹ ਸਰਕਾਰੀ ਅਧਿਕਾਰੀਆਂ ਦੇ ਅਧੀਨਗੀ ਵਿੱਚ ਰਵੇ उनकी क्या माने ਤੇ ਉਹਨਾਂ ਦੀ ਆਗਿਆ ਮੰਨੇ पहला पत्रस 2 का 13-14 में पढ़े ਜਦੋਂ ਅਸੀਂ ਪਹਿਲਾ ਪਤਰਸ 2 ਅਧਿਆਇ ਦੀ 13 ਤੇ 14 ਵਿੱਚ ਪੜ੍ਹਦੇ ਹਾਂ प्रभु के लिए मनुष्यों के ठहराए हुए हर एक प्रबंध के अधीन में रहो। प्रभु के लिए देखिए क्या लिखा है ਦੇਖੋ ਕੀ ਲਿਖਿਆ ਪ੍ਰਭੂ ਦੇ ਲਈ मनुष्यों के ठहराए हुए हर एक प्रबंध के अधीन रहो ਇਨਸਾਨਾਂ ਦੇ ਠਹਿਰਾਏ ਹੋਏ ਹਰੇਕ ਪ੍ਰਬੰਧ ਦੇ ਅਧੀਨਗੀ ਵਿੱਚ ਰਹੋ इंसानों ने जिसको अधिकार दे दिया ਇਨਸਾਨਾਂ ਨੇ ਜਿਹਨੂੰ ਅਧਿਕਾਰ ਦੇ ਦਿੱਤਾ मुख्यमंत्री बना दिया जिसको एमएलए बना दिया ਜਿਹਨੂੰ ਮੁੱਖ ਮੰਤਰੀ ਬਣਾ ਦਿੱਤੇ ਜਿਨ੍ਹਾਂ ਨੂੰ ਐਮਐਲਏ ਬਣਾ ਦਿੱਤੇ प्रधानमंत्री बना दिया ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ मनुष्यों के ठहराए के हर एक प्रबंध के अधीन रहो ਲਿਖਿਆ ਕਿ ਇਨਸਾਨਾਂ ਦੇ ਠਹਿਰਾਏ ਹੋਏ ਹਰੇਕ ਪ੍ਰਬੰਧ ਦੇ ਅਧੀਨਗੀ ਵਿੱਚ ਰਹੋ ठीक है राजा के इसलिए कि वह सब पर प्रधान है और हाकिम राजा किसी जगह सभी के ऊपर प्रधान है ਦੇਖੋ ਰਾਜਾ ਦੇ ਇਸ ਲਈ ਸਾਨੂੰ ਅਧੀਨ ਰਹਿਣਾ ਚਾਹੀਦਾ ਕਿ ਉਹ ਸਾਰਿਆਂ ਦਾ ਪ੍ਰਧਾਨ ਨੇ और हाकिमों के क्योंकि वे कुकर्मियों को दंड देने और सुकर्मियों की प्रशंसा के लिए कोई भी प्रधान है उसकी इसलिए कि उनको बड़ों को दंड देने के लिए ठहराया गया ਕੋਈ ਵੀ ਹਾਕਿਮ ਹੈ ਕੋਈ ਵੀ ਪ੍ਰਧਾਨ ਹੈ ਉਹਨਾਂ ਦੇ ਸਾਨੂੰ ਇਸ ਲਈ ਅਧੀਨ ਰਹਿਣਾ ਚਾਹੀਦਾ ਹੈ ਕਿ ਉਹ ਕੁਕਰਮ ਵਾਲਿਆਂ ਨੂੰ ਜਿਹੜੇ ਕਿ ਗੰਦੇ ਕੰਮ ਕਰਨ ਵਾਲਿਆਂ ਨੂੰ ਦੰਡ ਦੇਣ ਦੇ ਲਈ ਠਹਿਰਾਏ ਗਏ ਨੇ ये तो अगर पहला पॉइंट कि हमें सरकारी अधिकारियों का अधीन रहना चाहिए ਇਹ ਤਾਂ ਹੋ ਗਿਆ ਪਹਿਲਾ ਪੁਆਇੰਟ ਕਿ ਸਾਨੂੰ ਸਰਕਾਰੀ ਅਧਿਕਾਰੀਆਂ ਦੇ ਅਧੀਨ ਵਿੱਚ ਰਹਿਣਾ ਚਾਹੀਦਾ ਹੈ दूसरा पॉइंट ਦੂਸਰਾ ਪੁਆਇੰਟ किसके अधीन रहना चाहिए ਸਾਨੂੰ ਕਿਹਦੇ ਅਧੀਨ ਰਹਿਣਾ ਚਾਹੀਦਾ ਹੈ स्वामी के अधीन रहना ਆਪਣੇ ਆਪਣੇ ਸਵਾਮੀ ਦੇ ਅਧੀਨ ਰਹਿਣਾ ਚਾਹੀਦਾ चाहिए अपने ड्यूटी करते अपने बॉस के अधीन रहना चाहिए ਯਾਨੀ ਕਿ ਜਿੱਥੇ ਤੁਸੀਂ ਡਿਊਟੀ ਕਰਦੇ ਹੋ ਆਪਣੇ ਬੌਸ ਦੇ ਅਧੀਨ ਰਹਿਣਾ ਚਾਹੀਦਾ जो बाकी का ओनर है उसके अधीन रहना चाहिए
यानी कि उत्थे ਜਿਹੜੇ ਮਾਲਕ ਨੇ ਬੌਸ ਨੇ ਓਨਰ ਨੇ ਉਹਨਾਂ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ जिस रास्ते में आप ड्यूटी करते हो उसके हेड यानी डायरेक्टर जो भी वर्क नहीं चल यानी कि जिस जगह ਤੇ ਤੁਸੀਂ ਡਿਊਟੀ ਕਰਦੇ ਹੋ ਉੱਥੇ ਦੇ ਕੋਈ ਪ੍ਰੈਜ਼ੀਡੈਂਟ ਨੇ ਕੋਈ ਡਾਇਰੈਕਟਰ ਨੇ ਕੋਈ ਵੀ ਓਨਰ ਨੇ ਉਹਨਾਂ ਦੀ ਅਧੀਨਗੀ ਦੇ ਵਿੱਚ ਰਹਿਣਾ ਹੈ तीतुस 2:9 में पढ़े ਜਦੋਂ ਅਸੀਂ ਤੀਤੁਸ ਦੀ ਕਿਤਾਬ 2 ਅਧਿਆਇ ਦੀ 9 ਆਇਤ ਵਿੱਚ ਦੇਖਦੇ ਹਾਂ दासों को समझा कि वे अपने स्वामी के अधीन रहें और सब बातों में उन्हें प्रसन्न रखें और उलट कर जवाब न दें। दासों को समझा अपने स्वामी के अधीन रहे ਦਾਸਾਂ ਨੂੰ ਸਮਝਾ ਕਿ ਉਹ ਆਪਣੇ ਸਵਾਮੀ ਦੀ ਅਧੀਨਗੀ ਵਿੱਚ ਰਵੇ सब बातों में उनको खुश रखे ਤੇ ਲਿਖਿਆ ਕਿ ਸਾਰੀਆਂ ਗੱਲਾਂ ਦੇ ਵਿੱਚ ਉਹਨਾਂ ਨੂੰ ਖੁਸ਼ ਰੱਖੇ आपका ओनर पैकेज आपका हेड जिस तरह पैकेज करो आपसे खुश ना है ਤੁਹਾਡੇ ਓਨਰ ਤੁਹਾਡੇ ਮਾਲਿਕ ਜਿਨ੍ਹਾਂ ਦੇ ਅੰਦਰ ਤੁਸੀਂ ਡਿਊਟੀ ਕਰਦੇ ਹੋ ਜੇਕਰ ਉਹ ਤੁਹਾਡੇ ਤੋਂ ਖੁਸ਼ ਨਹੀਂ समझो ये अच्छी बात है ਤੇ समझ ਲਓ ਇਹ ਚੰਗੀ ਗੱਲ ਨਹੀਂ परमेश्वर कभी आशीष देते ਤੇ ਪਰਮੇਸ਼ਰ ਕਦੇ ਬਰਕਤ ਨਹੀਂ ਦਿੰਦਾ दूसरे की प्राकृतिक विस्तार दूसरा पढ़ेंगे इब्रानियों 13 अध्याय की 17 आयत इब्रानियों 13 अध्याय की 17 आयत अपने अगुओं की मानो और उनके अधीन रहो क्योंकि वे उनकी नाई तुम्हारे प्राणों के लिए जागते रहते जिन्हें लेखा देना पड़ेगा। अपनी अगुआ की बातों उनके अधीन रहो देखो जो ਤੁਹਾਡੇ ਅਗुवे ਮੰਨ ਲਓ ਉਹਨਾਂ ਦੇ ਤੁਸੀਂ ਅਧੀਨ ਰਹੋ उनकी बातों उनके अधीन रहो ਉਹਨਾਂ ਦੀ ਮੰਨੋ ਤੇ ਉਹਨਾਂ ਦੇ ਅਧੀਨ ਰਹੋ क्योंकि ਕਿਉਂਕਿ ਉਹ ਤੁਹਾਡੇ ਲਈ ਕਿੰਨੀ ਪ੍ਰਾਰਥਨਾ ਕਰਦੇ ਰਹਿੰਦੇ ਆ ਕਿੰਨੀ ਤੁਹਾਡੀ ਮਿਹਨਤ ਕਰਦੇ ਰਹਿੰਦੇ ਆ जातियों में से है ਜੇਕਰ ਤੁਹਾਡਾ ਅਗुवा ਤੁਹਾਡਾ ਸਵਾਮੀ ਜਿਹੜਾ अन्य ਜਾਤੀਆਂ ਵਿੱਚੋਂ ਹੈ उनके पास ड्यूटी करते हो ਤੁਸੀਂ ਉਹਨਾਂ ਕੋਲ ਡਿਊਟੀ ਕਰਦੇ ਹੋ और भी ऐसे कोशिश करो उनके क्या जो वचन के अंदर से वो दो ਤਾਂ ਵੀ ਹੋ ਸਕੇ ਤਾਂ ਉਹਨਾਂ ਦੇ ਅੰਡਰ ਵਿੱਚ ਰਹਿ ਕੇ ਉਹਨਾਂ ਦੀ ਗੱਲ ਨੂੰ ਮੰਨੋ ਕਿ ਜਿਹੜੀ ਕੋਈ ਪਰਮੇਸ਼ਰ ਦੇ ਵਚਨ ਦੇ ਵਿੱਚ ਹੈ ਯਾਨੀ ਕਿ ਪਰਮੇਸ਼ਰ ਦੇ वचन ਦੇ ਅੰਦਰ ਰਹਿ ਕੇ कोई ऐसा काम करते जो वचन तोड़ता है ਹਾਂ ਜਿਹੜਾ ਕੋਈ ਐਦਾਂ ਦੀ ਆਗਿਆ ਤੁਹਾਨੂੰ ਦਿੰਦੇ ਨੇ ਐਦਾਂ ਦਾ ਕੰਮ ਦਿੰਦੇ ਨੇ ਜਿੰਦੇ ਨਾਲ ਪਰਮੇਸ਼ਰ ਦਾ ਵਚਨ ਟੁੱਟਦਾ ਹੈ उसको ना मानो ਬੇਸ਼ੱਕ ਉਹਨੂੰ ਨਾ ਮੰਨੋ पहले पत्रस 2:18 में पढ़े ਜਦੋਂ ਅਸੀਂ ਪਹਿਲਾ ਪਤਰਸ 2 ਅਧਿਆਇ ਦੀ 18 ਆਇਤ ਵਿੱਚ ਪੜ੍ਹਦੇ ਹਾਂ ਪਹਿਲਾ ਪਤਰਸ 2 ਅਧਿਆਇ ਦੀ 18 ਆਇਤ हे सेवकों हर प्रकार के भय के साथ अपने स्वामियों के अधीन रहो हर प्रकार के डर के साथ ਹਰ ਪ੍ਰਕਾਰ ਦੇ ਡਰ ਦੇ ਨਾਲ स्वामियों के अधीन रहो ਆਪਣੇ ਆਪਣੇ ਸਵਾਮੀਆਂ ਦੇ ਅਧੀਨਗੀ ਵਿੱਚ ਰਹੋ न केवल भलों और नम्रों के पर कुटिलों के भी। देखिए बाइबल कहती है अगर आपका स्वामी ये भला हो चाहे बुरा हो ਦੇਖੋ ਬਾਈਬਲ ਕੀ ਦੱਸਦੀ ਕਿ ਤੁਹਾਡਾ ਸਵਾਮੀ ਚਾਹੇ ਭਲਾ ਹੋਵੇ ਚਾਹੇ ਬੁਰਾ ਹੋਵੇ उसके भी अधीन रहना है ਉਹਦੇ ਵੀ ਅਧੀਨ ਰਹਿਣਾ ਹੈ हालेलुया ਹਾਲੇਲੂਇਆ तीसरा किसके अधीन रहना चाहिए ਹੁਣ ਤੀਸਰਾ ਸਾਨੂੰ ਕਿਹਦੇ ਅਧੀਨ ਰਹਿਣਾ ਚਾਹੀਦਾ ਹੈ पतियों को अपने पति के अधीन रहना ਪਤਨੀਆਂ ਨੂੰ ਆਪਣੇ ਪਤੀ ਦੇ ਅਧੀਨ ਰਹਿਣਾ ਚਾਹੀਦਾ ਹੈ चाहिए पति क्योंकि पत्नी को हवा को बाद में जगह पहले आदम को बनाया गया ਕਿਉਂਕਿ ਹਵਾ ਨੂੰ ਬਾਅਦ ਵਿੱਚ ਬਣਾਇਆ ਗਿਆ ਪਹਿਲਾਂ ਆਦਮ ਨੂੰ ਬਣਾਇਆ ਗਿਆ पति की जब आपने लिखा है स्त्री को परमेश्वर श्राप देते क्या बोला था ਤੇ ਉਤਪत्ति ਦੀ ਕਿਤਾਬ ਵਿੱਚ ਲਿਖਿਆ ਹੈ ਕਿ ਔਰਤ ਨੂੰ ਪਰਮੇਸ਼ਰ ਨੇ ਸ਼ਰਾਪ ਦਿੰਦੇ ਹੋਏ ਕੀ ਕਿਹਾ पति तुझ पर प्रभुता ਕਿ करेगा ਤੇਰਾ ਪ੍ਰਤੀ ਤੇਰੇ ਤੇ ਰਾਜ ਕਰੇਗਾ इसलिए पतियों को अपने पति के अधीन रहना चाहिए ਇਸ ਲਈ ਪਤਨੀਆਂ ਨੂੰ ਆਪਣੇ ਪਤੀ ਦੇ ਅਧੀਨ ਰਹਿਣਾ ਚਾਹੀਦਾ ਹੈ जो 5:22 में पढ़े ਜਦੋਂ ਅਸੀਂ ਅਫੀਸੀਓ ਦੀ ਕਿਤਾਬ 5 ਅਧਿਆਇ ਦੀ 22 ਆਇਤ ਵਿੱਚ ਦੇਖਦੇ ਹਾਂ हे पत्नियों अपने अपने पति के ऐसे अधीन रहो जैसे प्रभु के। अपने पति के ऐसे अधीन रहो ਆਪਣੇ ਆਪਣੇ ਪਤੀ ਦੇ ਏਦਾਂ ਅਧੀਨ ਰਹੋ जो संत पौलुस कहता है ਪਤਨੀਆਂ ਨੂੰ ਸੰਤ ਪੌਲੁਸ ਕਹਿ ਰਿਹਾ ਹੈ पति के ऐसे अधीन रहो ਆਪਣੇ ਆਪਣੇ ਪਤੀ ਦੇ ਏਦਾਂ ਅਧੀਨ ਰਹੋ जैसे प्रभु के ਜਿੱਦਾਂ ਪ੍ਰਭੂ ਦੇ अगर हम इसकी 24 आयत पढ़े ਜੇਕਰ ਇਹਦੀ 24 आयत ਨੂੰ ਵੀ ਦੇਖੀਏ पर जैसे कलीसिया मसीह के अधीन है वैसे ही पत्नियां हर बात में अपने अपने पति के अधीन रहें। जैसे कलीसिया मसीह के अधीन है ਜਿਵੇਂ ਕਲੀਸਿਆ ਜਿਹੜੀ ਹੈ ਮਸੀਹ ਪ੍ਰਭੂ ਯੀਸ਼ੂ ਦੇ ਅਧੀਨ ਹੈ मसीह के अंडर में रहती है ਆਹ ਮਸੀਹ ਦੇ ਅੰਡਰ ਵਿੱਚ ਰਹਿੰਦੀ ਹੈ उसी प्रकार से पतियों को अपने पति के अधीन रहना चाहिए ਉਦਾਂ ਹੀ ਪਤਨੀਆਂ ਨੂੰ ਵੀ ਹਰ ਗੱਲ ਵਿੱਚ ਆਪਣੇ ਪਤੀ ਦੇ ਅਧੀਨ ਰਹਿਣਾ ਚਾਹੀਦਾ ਹੈ परसों 3 की 18 में पढ़े ਜਦੋਂ ਅਸੀਂ ਕਲੂਸੀਓ ਦੀ ਕਿਤਾਬ 3 ਅਧਿਆਏ ਉਹਦੀ 18 ਆਇਤ ਵਿੱਚ ਦੇਖਦੇ ਹਾਂ ਕਲੂਸੀਓ 3 उसके 18 हे पत्नियों जैसा प्रभु में उचित है वैसा ही अपने अपने पति के अधीन रहो। जैसा प्रभु में उचित है ਜਿੱਦਾਂ ਪ੍ਰਭੂ ਵਿੱਚ ਉਚਿਤ ਹੈ ਵਧੀਆ ਹੈ पति के अधीन रहो ਆਪਣੇ ਆਪਣੇ ਪਤੀ ਦੇ ਅਧੀਨ ਰਹੋ हालेलुया ਹਾਲੇਲੂਇਆ चौथा किसके अधीन रहना चाहिए ਹੁਣ ਚੌਥਾ ਕਿੰਦੇ ਅਧੀਨ ਰਹਿਣਾ ਚਾਹੀਦਾ अपने सेवकों की पासवान के ਆਪਣੇ ਆਪਣੇ ਸੇਵਕਾਂ ਦੇ ਆਪਣੇ ਆਪਣੇ ਪਾਸਵਾਨਾਂ ਦੇ जो प्रभु ने मसीह ठहरा दिया ਜਿਹੜੇ ਪਰਮੇਸ਼ਰ ਨੇ ਤੁਹਾਡੇ ਸੇਵਕ ਠਹਿਰਾ ਦਿੱਤੇ जो चंदा ठहरा दिया ਪਰਮੇਸ਼ਰ ਨੇ ਜੋ ਤੁਹਾਡੇ ਚਰਵਾਹਾ ਠਹਿਰਾ ਦਿੱਤਾ उसके अधीन रहो ਉਹਦੇ ਅਧੀਨ ਰਹੋ सेवक प्राचीन है जो आपका सेवक है जिसके पास आप वचन सीखने जाते ਜੋ हो ਤੁਹਾਡੇ ਪ੍ਰਾਚੀਨ ਨੇ ਤੁਹਾਡੇ ਵੱਡੇ ਨੇ ਜਿਨ੍ਹਾਂ ਕੋਲ ਤੁਸੀਂ ਪ੍ਰਭੂ ਦਾ ਵਚਨ ਸਿੱਖਣ ਲਈ ਜਾਂਦੇ ਹੋ पत्रस 5 की 5 पढ़ के प्रभु का दास क्या कहता है ਦੇਖੋ ਪਹਿਲਾ ਪਤਰਸ ਦੀ ਕਿਤਾਬ 5 ਅਧਿਆਇ ਦੀ 5 ਆਇਤ ਤੇ ਦੇਖੋ ਪ੍ਰਭੂ ਦਾ ਦਾਸ ਕੀ ਕਹਿੰਦਾ ਹੈ हे नव युवकों तुम भी प्राचीनों के अधीन रहो वरन को प्रभु का दास क्या बोलता है ਜਵਾਨਾਂ ਨੂੰ ਪ੍ਰਭੂ ਦਾ ਸੇਵਕ ਕੀ ਕਹਿ ਰਿਹਾ ਹੈ भी अपने प्राचीनों के
ਅਧੀਨ ਵਿੱਚ ਰਹੋ, उनकी आज्ञा में रहो, ਯਾਨੀ ਕਿ ਉਹਨਾਂ ਦੀ ਆਗਿਆ ਵਿੱਚ ਰਹੋ, आदर करो, उनके कानूनों में रहो, ਉਹਨਾਂ ਦਾ ਆਦਰ ਕਰੋ ਤੇ ਉਹਨਾਂ ਦੇ ਕਾਨੂੰਨਾਂ ਵਿੱਚ ਰਹੋ, सिस्टम में रहो। ਉਹਨਾਂ ਦੇ ਸਿਸਟਮ ਵਿੱਚ ਰਹੋ। आगे वरन तुम सब के सब एक दूसरे की सेवा के लिए दीनता से कमर बांधे रहो। एक दूसरे की सेवा के लिए दीनता से कमर बांधे रहो। ਇੱਕ ਦੂਸਰੇ ਦੀ ਸੇਵਾ ਦੇ ਲਈ ਦੀਨਤਾ ਦੇ ਨਾਲ ਆਪਣੀ ਕਮਰਾਂ ਨੂੰ ਬੰਦੇ ਰਹੋ। विश्वासी का फर्ज क्या बनता है? ਸੋ ਵਿਸ਼ਵਾਸੀਆਂ ਦਾ ਫਰਜ਼ ਕੀ ਬਣਦਾ ਹੈ? अपनी चरवाही के अधीन रहे। ਆਪਣੇ ਆਪਣੇ ਚਰਵਾਹੇ ਦੇ ਅਧੀਨ ਵਿੱਚ जो ਰਹੋ। कलीसिया अपनी चरवाही के अधीन नहीं रहते, ਜਿਹੜੀ ਕਲੀਸਿਆ ਆਪਣੇ ਚਰਵਾਹੇ ਦੇ ਅਧੀਨ ਵਿੱਚ ਨਹੀਂ ਰਹਿੰਦੀ, उसमें कलीसिया के लोग आशीष नहीं पाते। ਉਹ ਕਦੇ ਵੀ ਕਲੀਸਿਆ ਦੇ ਲੋਕ ਬਰਕਤ ਨਹੀਂ ਪਾਉਂਦੇ। ईश्वर कहते हैं, जब तक तुम्हें चरवाही या तो उसके अधीन तो रह नहीं सकते। ਪਰਮੇਸ਼ਰ ਜੀ ਕਹਿੰਦੇ ਨੇ ਕਿ ਜੇਕਰ ਮੈਂ ਤੁਹਾਨੂੰ ਜਿਹੜਾ ਚਰਵਾਹਾ ਦਿੱਤਾ ਤੁਸੀਂ ਉਹਨਾਂ ਦੀ ਅਧੀਨਗੀ ਵਿੱਚ ਨਹੀਂ ਰਹਿਣਾ उसके ਪਸੰਦ ਕਰਦੇ, अधीन तो रहना पसंद नहीं करते। ਉਹਨਾਂ ਦੀ ਆਗਿਆ ਵਿੱਚ ਤਾਂ ਰਹਿਣਾ ਪਸੰਦ ਨਹੀਂ ਕਰਦੇ, मेरी शब्दों में कैसे रह सकते? ਤਾਂ ਮੇਰੀ ਆਗਿਆ 'ਚ ਤੁਸੀਂ ਕਿੱਦਾਂ ਰਹਿ ਸਕਦੇ ਹੋ? पांचवा पॉइंट, ਹੁਣ ਪੰਜਵਾਂ ਪੁਆਇੰਟ, किसके अधीन रहना चाहिए? ਕਿੰਦੇ ਅਧੀਨ ਰਹਿਣਾ ਚਾਹੀਦਾ? सेवा करने वालों के, ਸੇਵਾ ਕਰਨ ਵਾਲਿਆਂ ਦੇ, किसी भी किस्म की सेवा करते हैं, ਜਿਹੜੇ ਕਿਸੇ ਵੀ ਕਿਸਮ ਦੀ ਸੇਵਾ ਕਰਦੇ ਨੇ, उनका भी आदर करना चाहिए, ਉਹਨਾਂ ਦਾ ਵੀ ਆਦਰ ਕਰਨਾ उनकी ਚਾਹੀਦਾ, भी आज्ञा में रहना चाहिए, ਉਹਨਾਂ ਦੀ ਵੀ ਆਗਿਆ ਮੰਨਣੀ उनकी ਚਾਹੀਦੀ, भी उनका भी अधीन रहना चाहिए। ਉਹਨਾਂ ਦੇ ਵੀ ਅਧੀਨ ਰਹਿਣਾ ਚਾਹੀਦਾ। पहले उनके 16 में पढ़े, ਜਦੋਂ ਅਸੀਂ ਪਹਿਲਾ ਕਰੰਥੀਓ 16 ਦੇ ਆਇਆਂ ਦੀ 15 ਤੇ 16 ਵਿੱਚ ਦੇਖਦੇ ਹਾਂ, देखिए वहाँ पर क्या लिखा हुआ है। ਦੇਖੋ ਉੱਥੇ ਕੀ ਲਿਖਿਆ ਹੋਇਆ ਹੈ। हे भाइयों, तुम स्तिफनास के घराने को जानते हो कि वे अखया के पहले फल हैं और पवित्र लोगों की सेवा के लिए तैयार रहते हैं। तुम ठीक ढांचे को तुम जानते हो। ਸਿਤਫਨੁਸ ਦੇ ਘਰਾਣੇ ਨੂੰ ਤੁਸੀਂ ਜਾਣਦੇ ਹੋ। जैसे पुरुष कहता है, ਪ੍ਰਭੂ ਦਾ ਦਾਸ ਸੰਤ ਪੁਰਸ਼ ਕਹਿੰਦਾ ਹੈ वे अखिया के पहले फल हैं, ਕਿ ਉਹ ਅਕਲੀਆ ਦੇ ਪਹਿਲੇ ਫਲ ਨੇ पवित्र लोग की सेवा में लगे रहते ਤੇ ਪਵਿੱਤਰ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ। हैं। तो मैं तुमसे विनती करता हूँ कि ऐसों के अधीन रहो। ये मूर्खता से पुरुष क्या कहता ਦੇਖੋ ਪ੍ਰਭੂ ਦਾ ਦਾਸ ਸੰਤ ਪੁਰਸ਼ ਕੀ ਕਹਿੰਦਾ ਹੈ, है? तुमसे विनती करता हूँ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ऐसे लोगों के अधीन रहो ਕਿ ਏਦਾਂ ਦੇ ਲੋਕਾਂ ਦੇ ਅਧੀਨ ਰਹੋ जो सेवा में लगे रहते हैं। ਜਿਹੜੇ ਸੇਵਾ ਵਿੱਚ ਲੱਗੇ ਰਹਿੰਦੇ ਨੇ। हालेलुया। ਹਾਲੇਲੂਇਆ। छठा पॉइंट, ਹੁਣ ਛਠਾ ਪੁਆਇੰਟ, बच्चों को माता पिता की आज्ञा में रहना चाहिए। ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਹੈ। बाइबल कहती है, मैं सब कुछ बाइबल में से आपको सिखा रहा हूँ। ਇਹ ਬਾਈਬਲ ਦੱਸਦੀ, ਮੈਂ ਸਾਰਾ ਕੁਝ ਬਾਈਬਲ 'ਚ ਤੁਹਾਨੂੰ ਦੱਸ ਰਿਹਾ ये जो जी उसके पहली आयत से लेकर 3 आयत तक पढ़े। ਜਦੋਂ ਅਸੀਂ ਅਫੀਸੀਓ 6 ਅਧਿਆਇ ਉਹਦੀ ਪਹਿਲੀ ਆਇਤ ਤੋਂ ਦੇਖੀਏ, 3 आयत तक ਪਹਿਲੀ ਆਇਤ ਤੋਂ ਲੈ ਕੇ 3 ਆਇਤ ਤੱਕ, पढ़े। कैसे पुरुष क्या कहता है? ਪ੍ਰਭੂ ਦਾ ਦਾਸ ਸੰਤ ਪੌਲੁਸ ਕੀ ਕਹਿੰਦਾ ਹੈ? हे बालकों, प्रभु में अपने माता पिता के आज्ञाकारी बनो। ये बालकों, ये बच्चों, हे बालਕੋ, हे ਬੱਚਿਓ, प्रभु भी अपने माता पिता की आज्ञाकारी बनो। ਪ੍ਰਭੂ ਦੇ ਵਿੱਚ ਤੁਸੀਂ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਬਣੋ। आप प्रभु से डरते हो तो अपने माता पिता की आज्ञाकारी बनो। ਜੇ ਤੁਸੀਂ ਆਪਣੇ ਪਿਤਾ ਤੋਂ, ਪਰਮੇਸ਼ਰ ਤੋਂ ਡਰਦੇ ਹੋ ਤੇ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਕਰੋ, आगे क्योंकि यह उचित है, अपनी माता और पिता का आदर कर, यह पहली आज्ञा है। जो भी मूसा के द्वारा देखी पहली आज्ञा भी है। ਔਰ ਪੁਰਾਣੇ ਨੇਮ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਮੂਸਾ ਦੇ ਦੁਆਰਾ ਦਿੱਤੀ ਗਈ ਹੈ ਪਹਿਲੀ ਆਗਿਆ ਵੀ ਹੈ तो अपने माता पिता का आदर ਕਿ करना। ਤੂੰ ਆਪਣੇ ਮਾਤਾ ਤੇ ਪਿਤਾ ਦਾ ਆਦਰ ਕਰਨਾ। आगे कि तेरा भला हो और तू धरती पर बहुत दिन तक जीवित रहे। देखो, जो बच्चे अपने माता पिता की आज्ञा में रहते हैं, ਦੇਖੋ ਜਿਹੜੇ ਬੱਚੇ ਆਪਣੀ ਮਾਤਾ ਪਿਤਾ ਦੀ ਆਗਿਆ ਵਿੱਚ ਰਹਿੰਦੇ ਨੇ, जिस बच्चों अगर आप अपने माता पिता की आज्ञा में रहोगे, ਧਿਆਨ ਨਾਲ ਸੁਣੋ ਬੱਚਿਓ, ਜੇਕਰ ਤੁਸੀਂ ਆਪਣੇ ਮਾਪਿਓ ਦੀ ਆਗਿਆ ਵਿੱਚ ਰਹੋਗੇ, अधीनगी में रहते हो, ਉਹਨਾਂ ਦੀ ਅਧੀਨਗੀ ਵਿੱਚ ਰਹਿੰਦੇ ਹੋ, सब कुछ चलाते हो, उस तरीके से चलते हो, ਉਹ ਜਿਸ ਢੰਗ ਨਾਲ ਤੁਹਾਨੂੰ ਚਲਾਉਂਦੇ, ਜੇਕਰ ਉਸੇ ढंग ਨਾਲ ਚੱਲਦੇ, किसी दिन भला होगा, ਲਿਖਿਆ ਕਿ ਇਹਦੇ ਨਾਲ ਤੁਹਾਡਾ ਭਲਾ ਹੋਵੇਗਾ बहुत दिनों तक जीवित रहेगा। ਤੇ ਤੁਸੀਂ ਬਹੁਤ ਦਿਨਾਂ ਤੱਕ ਧਰਤੀ ਤੇ ਜਿੰਦੇ ਰਹੋਗੇ। किसी लड़की को तेरा पढ़ दूंगी, किसी तेरा, तू धरती पर बहुत किसी तेरा, कि तेरा भला हो और तू धरती पर बहुत दिन तक जीवित रहे। आगे और हे बच्चे वालों, बस कि तुम धरती पे बहुत दिन तक जीवित रहे। ਕਿ ਤੁਸੀਂ ਧਰਤੀ ਵਿੱਚ ਬਹੁਤ ਦਿਨਾਂ ਤੱਕ ਜਿੰਦੇ ਰਹੋ। जो बच्चे अपने माता पिता की आज्ञा में रहकर आगे बढ़ते हैं, ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਅਧੀਨਗੀ 'ਚ ਰਹਿੰਦੇ ਨੇ, जिन बच्चों से उनके माँ बाप का दिल खुश होता है, ਜਿਨ੍ਹਾਂ ਬੱਚਿਆਂ ਤੋਂ ਨਾ ਮਾਂ-ਬਾਪ ਦਾ ਦਿਲ ਖੁਸ਼ ਹੁੰਦਾ ਹੈ, माँ बाप का आशीर्वाद उनके बच्चों पर होता है, ਉਹ ਮਾਂ-ਬਾਪ ਦਾ ਆਸ਼ੀਰਵਾਦ ਉਹ ਬੱਚਿਆਂ ਤੇ ਹੁੰਦਾ ਹੈ उन बच्चों की परमेश्वर उम्र लंबी करता है। ਤੇ ਉਹਨਾਂ ਬੱਚਿਆਂ ਦੀ ਉਮਰ ਪਰਮੇਸ਼ਰ ਲੰਬੀ ਕਰਦਾ ਹੈ। इसलिए बच्चों को अपने माँ बाप के अधीन रहना चाहिए। ਸੋ ਇਸ ਲਈ ਬੱਚਿਆਂ ਨੂੰ ਆਪਣੇ ਮਾਂ-ਬਾਪ ਦੇ ਅਧੀਨ ਰਹਿਣਾ ਚਾਹੀਦਾ ਹੈ। किन बातों से खुश होते हैं, ਉਹਨਾਂ ਦੇ ਮਾਂ-ਬਾਪ ਕਿਸ ਗੱਲਾਂ ਤੋਂ ਖੁਸ਼ ਹੁੰਦੇ ਨੇ, कौन से काम करने से रोकते हैं, ਉਹਨਾਂ ਦੇ ਮਾਂ-ਬਾਪ ਕਿਹੜੇ ਕੰਮ ਕਰਨ ਤੋਂ, ਕਿਹੜੀ ਗੱਲਾਂ ਕਰਨ ਤੋਂ ਰੋਕਦੇ ਨੇ। कौन से रोकना चाहिए, ਉਹਨਾਂ ਤੋਂ ਸਾਨੂੰ ਰੁਕਣਾ जो ਚਾਹੀਦਾ ਹੈ काम करने को कहते हैं उसको करना ਤੇ चाहिए। ਜਿਹੜੇ ਕੰਮ ਕਰਨ ਨੂੰ ਕਹਿੰਦੇ ਨੇ ਉਹ ਕਰਨੇ ਚਾਹੀਦੇ ਨੇ। बच्चे माँ बाप बच्चों को कहने का प्रार्थना किया करो, वचन पढ़ा करो, ਇੱਕ ਚੰਗੇ ਮਾਂ-ਬਾਪ ਆਪਣੇ ਬੱਚਿਆਂ ਨੂੰ ਕੀ ਕਹਿਣਗੇ ਕਿ ਪ੍ਰਾਰਥਨਾ ਕਰਿਆ ਕਰੋ, ਵਚਨ ਪੜਿਆ ਕਰੋ, संडे सर्विस अटेंड किया करो, ਸੰਡੇ ਚਰਚ ਅਟੈਂਡ ਕਰਿਆ ਕਰੋ, रोज कभी मिस ना किया ਪ੍ਰਭੂ ਬੋਝ ਕਦੇ ਮਿਸ ਨਾ ਕਰਿਆ ਕਰੋ। बच्चों से ही तो उम्मीद करते ਮਾਂ-ਬਾਪ ਬੱਚਿਆਂ ਤੋਂ ਇਹ ਉਮੀਦ ਕਰਦੇ ਨੇ, स्टडी रेगुलर किया करो, ਸਟੱਡੀ ਰੈਗੂਲਰ ਕਰਿਆ ਕਰੋ, कभी भी कोई गलत काम ना
ਤੇ ਕਦੇ ਵੀ ਕੋਈ ਗਲਤ ਕੰਮ ਨਾ ਕਰਿਆ ਕਰੋ। अगर बच्चे माँ बाप की आज्ञा में रहते हैं ਤੇ ਬੱਚੇ ਜੇਕਰ ਆਪਣੀ ਮਾਂ-ਬਾਪ ਦੀ ਆਗਿਆ ਵਿੱਚ ਰਹਿੰਦੇ ਨੇ, उनका परमेश्वर ऊंचा उठाता है। ਪਰਮੇਸ਼ਰ ਉਹਨਾਂ ਨੂੰ ਉੱਚਾ ਚੱਕਦਾ ਹੈ। जिन बच्चों के ऊपर माँ बाप का आशीर्वाद होता है ਜਿਨ੍ਹਾਂ ਬੱਚਿਆਂ ਉੱਤੇ ਮਾਪਿਓ ਦਾ ਆਸ਼ੀਰਵਾਦ ਹੁੰਦਾ ਹੈ, तो से बड़ा खुश होता है। ਪਰਮੇਸ਼ਰ ਉਹਨਾਂ ਤੋਂ ਬੜਾ ਖੁਸ਼ ਹੁੰਦਾ ਹੈ। परसों 3 के 20 में पढ़े ਜਦੋਂ ਅਸੀਂ ਕਲੋਸੀਓ 3 ਅਧਿਆਇ ਦੀ 20 ਆਇਤ ਵਿੱਚ ਦੇਖਦੇ ਹਾਂ, प्रभु को दास क्या कहता है? ਪ੍ਰਭੂ ਦਾ ਦਾਸ ਦੇਖੋ ਇੱਥੇ ਕੀ ਕਹਿੰਦਾ ਹੈ। हे बालकों, सब बातों में अपने अपने माता पिता की आज्ञा का पालन करो, क्योंकि प्रभु इससे प्रसन्न होता है। सब बातों में थोड़ी बातों में नहीं, ਸਾਰੀਆਂ ਗੱਲਾਂ ਦੇ ਵਿੱਚ, थोड़ियां ਜਿਹੀ ਗੱਲਾਂ ਵਿੱਚ नहीं, अपने माँ बाप की आज्ञाकारी करो। ਆਪਣੀ ਮਾਤਾ ਪਿਤਾ ਦੀ ਆਗਿਆਕਾਰੀ ਕਰੋ। आगे क्या लिखा है? देखिए आगे क्या लिखा है? ਦੇਖੋ ਅੱਗੇ ਕੀ ਲਿਖਿਆ ਹੈ। परमेश्वर किसको अच्छा समझता है? ਪਰਮੇਸ਼ਰ ਕਿਹਨੂੰ ਚੰਗਾ ਸਮਝਦਾ ਹੈ? परमेश्वर किस बात से खुश होता है? ਪਰਮੇਸ਼ਰ ਇਸ ਗੱਲ ਨਾਲ ਖੁਸ਼ ਹੁੰਦਾ ਹੈ। आप अपने माता पिता की सब बातों में आज्ञाकारी रहोगे, ਜਦੋਂ ਤੁਸੀਂ ਆਪਣੇ ਮਾਪਿਆਂ ਦੇ ਅੱਗੇ ਸਾਰੀ ਗੱਲਾਂ ਵਿੱਚ ਆਗਿਆਕਾਰੀਤਾ ਦਿਖਾਓਗੇ, अधीन के में रहोगे, ਉਹਨਾਂ ਦੇ ਅਧੀਨਗੀ ਵਿੱਚ ਰਹੋਗੇ। परमेश्वर को ये अच्छा लगता है। दोबारा से पढ़ दो उसको। हे बालकों, सब बातों में अपने अपने माता पिता की आज्ञा का पालन करो, क्योंकि प्रभु इससे प्रसन्न होता है। प्रभु इससे प्रसन्न होता ਕਿਉਂਕਿ ਪ੍ਰਭੂ ਇਹਨਾਂ ਤੋਂ ਖੁਸ਼ ਹੁੰਦਾ ਹੈ। है। आप सारी बातों में माँ बाप का अधिकारी ਜਦੋਂ बनोगे, ਤੁਸੀਂ ਸਾਰੀ ਗੱਲਾਂ ਵਿੱਚ ਆਪਣੇ ਮਾਪਿਆਂ ਦੀ ਆਗਿਆਕਾਰੀ ਬਣੋਗੇ। परमेश्वर को ये अच्छा लगता है। ਲਿਖਿਆ ਕਿ ਪਰਮੇਸ਼ਰ ਨੂੰ ਇਹ ਚੰਗਾ ਲੱਗਦਾ ਹੈ। परमेश्वर इससे खुश होता है। ਪਰਮੇਸ਼ਰ ਦੇ ਤੋਂ ਖੁਸ਼ ਹੁੰਦਾ ਹੈ। बच्चों को अपने माता पिता की आज्ञा में रहना चाहिए, ਸੋ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਆਗਿਆ ਵਿੱਚ ਰਹਿਣਾ ਚਾਹੀਦਾ, अधीन के में रहना चाहिए। ਉਹਨਾਂ ਦੇ ਅਧੀਨਗੀ ਵਿੱਚ ਰਹਿਣਾ ऐसा नहीं कि माँ बाप कुछ करने को कहे बच्चे कुछ करते हैं। ਐਦਾਂ ਨਹੀਂ ਕਿ ਮਾਪਿਓ ਕੁਝ ਕਰਨ ਨਹੀਂ ਕਹਿਣ ਤੇ ਬੱਚੇ ਕੁਝ ਕਰਨ। माँ बाप के बच्चे को रिश्ते में क्या इधर नहीं करना, बच्चा पिता रिश्ता इधर ही कराना है। ਮਾਪਿਓ ਕਹਿਣ ਕਿ ਬੱਚੇ ਨੂੰ ਕਹਿਣ ਕਿ ਰਿਸ਼ਤਾ ਇੱਧਰ करना है, ਪਰ ਬੱਚੇ ਕਹਿੰਦੇ ਅਸੀਂ ਰਿਸ਼ਤਾ ਇੱਧਰ ਹੀ ਕਰਨਾ ਹੈ। बाप के बच्चे स्कूल में दाखिल करना, बच्चा कहता है मैं तो दूसरे स्कूल में दाखिल होना। ਮਾਪਿਓ ਕਹਿੰਦੇ ਨੇ ਕਿ ਇਸ ਸਕੂਲ ਵਿੱਚ ਦਾਖਲਾ ਦਿਲਵਾਉਣਾ ਹੈ, ਬੱਚੇ ਕਹਿੰਦੇ ਅਸੀਂ ਉਸ ਸਕੂਲ ਵਿੱਚ ਦਾਖਲਾ ਲੈਣਾ उससे परमेश्वर को अच्छा नहीं लगता। ਹੈ। ਉਸ ਦੇ ਨਾਲ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ। को अपने जीवन परमेश्वर की अधीन रहना ਹੁਣ चाहिए। ਸੱਤਵਾਂ ਪੁਆਇੰਟ ਕਿ ਸਾਨੂੰ ਆਪਣੇ ਜੀਵਨ ਦੇ ਪਰਮੇਸ਼ਰ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ ਹੈ। उसने को अच्छा हमको पालन पोषण किया, ਜਿਸ ਪਰਮੇਸ਼ਰ ਨੇ ਸਾਨੂੰ ਰਚਿਆ, ਸਾਡਾ ਪਾਲਨ ਪੋਸ਼ਣ ਕੀਤਾ, उसकी अधीन के में रहना चाहिए। ਸਾਨੂੰ ਉਸ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ ਹੈ। इब्रानियों 12 में पढ़े, ਜਦੋਂ ਅਸੀਂ ਇਬਰਾਨੀਓ 12 ਅਧਿਆਇ ਦੀ 9 ਆਇਤ ਵਿੱਚ ਦੇਖਦੇ ਹਾਂ, ਇਬਰਾਨੀਓ 12 ਅਧਿਆਇ ਦੀ 9 ਆਇਤ, फिर जबकि हमारे शारीरिक पिता भी हमारी ताड़ना किया करते थे, तो क्या आत्माओं के पिता के और भी अधीन न रहे, जिससे जीवित रहे। पिता हमारी ताड़ना करते थे, ਜਦੋਂ ਸਾਡੇ ਸਰੀਰਕ ਪਿਤਾ ਨੇ ਜਿਹੜੇ ਸਾਡੀ ਤਾੜਨਾ ਕਰਦੇ ਨੇ, तो क्या भी आत्माओं के पिता परमेश्वर की अधीन नहीं रहना ਤਾਂ चाहिए? ਕੀ ਸਾਨੂੰ ਆਤਮਾਵਾਂ ਦੇ ਜਿਹੜੇ ਪਿਤਾ ਨੇ ਉਹਨਾਂ ਦੀ ਅਧੀਨਗੀ ਵਿੱਚ ਨਹੀਂ ਰਹਿਣਾ ਚਾਹੀਦਾ? आपको परमेश्वर की अधीन के में नहीं रहना ਕਿ चाहिए, ਸਾਨੂੰ ਪਰਮੇਸ਼ਰ ਦੀ ਅਧੀਨਗੀ ਵਿੱਚ ਨਹੀਂ ਰਹਿਣਾ ਚਾਹੀਦਾ? रहना चाहिए। ਰਹਿਣਾ ਚਾਹੀਦਾ ਹੈ। याकूब 4:7 में पढ़ते ਜਦੋਂ ਅਸੀਂ ਯਾਕੂਬ 4 ਅਧਿਆਇ ਦੀ 7 ਆਇਤ ਵਿੱਚ ਪੜ੍ਹਦੇ ਹਾਂ, जी, ਉਹਦੇ ਵਿੱਚ ਦੇਖੋ ਬਾਈਬਲ ਕੀ ਦੱਸਦੀ ਹੈ। 4 ਅਧਿਆਇ ਉਹਦੀ 7 ਆਇਤ, इसलिए परमेश्वर के अधीन हो जाओ और शैतान का सामना करो, तो वह तुम्हारे पास से भाग निकलेगा। परमेश्वर के अधीन हो जाओ, ਪਰਮੇਸ਼ਰ ਦੇ ਅਧੀਨ ਹੋ ਜਾਓ, शैतान का सामना करो, ਸ਼ੈਤਾਨ ਦਾ ਸਾਹਮਣਾ ਕਰੋ, भाग जाएगा। ਸ਼ੈਤਾਨ ਜਿਹੜਾ ਭੱਜ ਜਾਵੇਗਾ। परमेश्वर के अधीन होकर चलते हो, ਜਦੋਂ ਤੁਸੀਂ ਪਰਮੇਸ਼ਰ ਦੇ ਅਧੀਨ ਹੋ ਕੇ ਚੱਲਦੇ ਹੋ, अधीन का मतलब ਪਰਮੇਸ਼ਰ ਦੇ ਅਧੀਨ ਹੋਣ ਦਾ ਮਤਲਬ जो भी रहना, ਪਰਮੇਸ਼ਰ ਦੀ ਆਗਿਆ ਵਿੱਚ ਰਹਿਣਾ, की खुशी रहना, ਪਰਮੇਸ਼ਰ ਦੀ ਖੁਸ਼ੀ ਵਿੱਚ ਰਹਿਣਾ, हमको परमेश्वर का दुख को करना, ਜਿਨ੍ਹਾਂ ਕੰਮਾਂ ਨੂੰ ਪਰਮੇਸ਼ਰ ਕਹਿੰਦਾ ਉਹਨਾਂ ਕੰਮਾਂ ਨੂੰ ਕਰਨਾ, परमेश्वर का से मना करता हूं, ना करना। ਤੇ ਜਿਨ੍ਹਾਂ ਕੰਮਾਂ ਨੂੰ ਪਰਮੇਸ਼ਰ ਕਰਨ ਤੋਂ ਰੋਕਦਾ ਉਸ ਨੂੰ ਨਾ ਕਰਨਾ। जब आप परमेश्वर की अधीन की में होकर आगे बढ़ते हो, ਯਾਨੀ ਜਦੋਂ ਤੁਸੀਂ ਪਰਮੇਸ਼ਰ ਦੀ ਅਧੀਨਗੀ ਦੇ ਵਿੱਚ ਹੋ ਕੇ ਅੱਗੇ ਵਧਦੇ ਹੋ, अगर आप शैतान का सामना करोगे, ਤਦ ਜੇ ਤੁਸੀਂ ਸ਼ੈਤਾਨ ਦਾ ਸਾਹਮਣਾ ਕਰੋਗੇ, शैतान भागेगा। ਸ਼ੈਤਾਨ ਭੱਜੇਗਾ। हालेलुया। ਹਾਲੇਲੂਇਆ। मैं आपको कुछ एग्जांपल देता ਹੁਣ ਮੈਂ हूं। ਤੁਹਾਨੂੰ ਕੁਝ ਉਦਾਹਰਨ ਦੇ ਰਹਾ ਹਾਂ। जब गाड़ी ड्राइवर जब चलाता है, ਇੱਕ ਗੱਡੀ ਜਦੋਂ ਡਰਾਈਵਰ ਚਲਾਉਂਦਾ ਹੈ, तो गाड़ी ड्राइवर के अधीन नहीं रहती, ਤੇ ਕੀ ਗੱਡੀ ਜਿਹੜੀ ਆ ਉਹ ਡਰਾਈਵਰ ਦੇ ਅਧੀਨ ਨਹੀਂ ਰਹਿੰਦੀ? रहती है ना। ਰਹਿੰਦੀ ਹੈ ਨਾ। ड्राइवर जब चाहे उसको चला लेता है, ਡਰਾਈਵਰ ਜਦੋਂ ਚਾਹਵੇ ਉਹਨੂੰ ਚਲਾਉਂਦਾ ਹੈ। ड्राइवर के हाथ में चाबी होती है, ਡਰਾਈਵਰ ਦੇ ਹੱਥ ਵਿੱਚ ਚਾਬੀ ਹੁੰਦੀ ਹੈ। ड्राइवर जो गाड़ी का स्टीयरिंग होता है ड्राइवर के हाथ में होता है। ਯਾਨੀ ਜਿਹੜਾ ਗੱਡੀ ਦਾ ਸਟੀਅਰਿੰਗ ਹੁੰਦਾ ਉਹ ਡਰਾਈਵਰ ਦੇ ਹੱਥਾਂ ਵਿੱਚ ਹੁੰਦਾ ਹੈ। जिधर मर्जी चाहे गाड़ी चला ले, जिधर मर्जी चाहे रोक ले, ਜਿੱਧਰ ਮਰਜ਼ੀ ਚਾਹੇ ਗੱਡੀ ਚਲਾਵੇ ਤੇ ਜਿੱਧਰ ਮਰਜ਼ੀ ਚਾਹੇ ਰੋਕ ਲਵੇ, जिधर मर्जी गाड़ी को मोड़ दे, ਜਿੱਧਰ ਮਰਜ਼ੀ ਚਾਹੇ ਗੱਡੀ ਨੂੰ ਮੋੜ ਲਵੇ, गाड़ी की स्पीड कम करे ज्यादा करे, ਗੱਡੀ ਦੀ ਸਪੀਡ ਨੂੰ ਚਾਹੇ ਵਧਾਵੇ ਚਾਹੇ ਘੱਟ ਕਰੇ। गाड़ी ड्राइवर के अधीन रहती है ना। ਗੱਡੀ ਜਿਹੜੀ ਆ ਉਹ ਡਰਾਈਵਰ ਦੇ ਅਧੀਨਗੀ ਵਿੱਚ ਰਹਿੰਦੀ। सोचो अगर गाड़ी ड्राइवर के अधीन ना रहे, ਸੋਚੋ ਜੇਕਰ ਗੱਡੀ ਜਿਹੜੀ ਆ ਉਹ ਡਰਾਈਵਰ ਦੀ ਅਧੀਨਗੀ ਵਿੱਚ ਨਾ ਰਵੇ क्या ठीक रहेगा? ਤੇ ਕੀ ਵਧੀਆ ਰਹੇਗਾ? गाड़ी पता नहीं किधर चली जाए, ਗੱਡੀ पता नहीं ਕਿੱਧਰ ਨੂੰ ਚਲੀ ਜਾਏਗੀ। गाड़ी का रिमोट ड्राइवर के पास होता है, ਗੱਡੀ ਦਾ ਜਿਹੜਾ ਸਟੀਅਰਿੰਗ ਹੁੰਦਾ ਹੈ, ਰਿਮੋਟ ਹੁੰਦਾ ਹੈ, ਉਹ ਡਰਾਈਵਰ ਦੇ ਹੱਥਾਂ ਵਿੱਚ ਹੁੰਦਾ ਹੈ। गाड़ी ड्राइवर के अधीन होकर चलती है। ਯਾਨੀ ਕਿ ਗੱਡੀ ਜਿਹੜੀ ਆ ਡਰਾਈਵਰ ਦੇ ਅਧੀਨ ਹੋ ਕੇ ਚੱਲਦੀ ਹੈ। दूसरा एग्जांपल मैं देता हूँ। ਦੂਸਰਾ ਉਦਾਹਰਨ ਤੁਹਾਨੂੰ ਦੇ ਰਿਹਾ। ये
बॉडी है, ਸਾਡਾ ਜਿਹੜਾ ਇਹ ਸ਼ਰੀਰ ਹੈ, हमारे जो शरीर के अंग है, ਇਹ ਸਾਡੇ ਜਿਹੜੇ ਸ਼ਰੀਰ ਦੇ ਅੰਗ ਹੈ, दिमाग के ब्रेन के अंदर रहते हैं ना, ਇਹ ਸਾਡੇ ਦਿਮਾਗ ਸਾਡੇ ਬ੍ਰੇਨ ਦੇ ਅੰਡਰ ਵਿੱਚ ਰਹਿੰਦੇ ਆ ਨਾ। दिमाग जैसे कहते हैं उससे शरीर चलता है, ਦਿਮਾਗ ਜਿੱਦਾਂ ਕਹਿੰਦਾ ਉਦਾਂ ਸ਼ਰੀਰ ਚੱਲਦਾ ਹੈ। उसके सारे अंग उसी प्रकार से चलते हैं। ਸਰੀਰ ਦੇ ਸਾਰੇ ਅੰਗ ਉਸੇ ਢੰਗ ਨਾਲ ਚੱਲਦੇ ਨੇ। दिमाग किसी अंग को ना चलाना चाहिए, दिमाग अंग रुका रहता है, शरीर अंग रुका रहता है। ਜੇਕਰ ਦਿਮਾਗ ਕਿਸੇ ਸਰੀਰ ਨੂੰ ਨਾ ਅੰਗ ਨੂੰ ਨਾ ਚਲਾਵੇ ਤੇ ਉਹ ਅੰਗ ਜਿਹੜਾ ਹੈ ਕਿ ਰੁਕਿਆ ਰਹਿੰਦਾ ਹੈ। दिमाग के बोलने पर शरीर बोलता है, ਦਿਮਾਗ ਕਵੇ ਬੋਲਣਾ ਹੈ ਤਦ ਮੂੰਹ ਬੋਲਦਾ ਹੈ। दिमाग के हंसने पर भी हम हंसते हैं। ਦਿਮਾਗ ਕਹਿੰਦਾ ਹੁਣ ਹੱਸਣਾ ਹੈ ਤੇ ਤਦ ਅਸੀਂ ਹੱਸ ਲੈਂਦੇ ਹਾਂ। दिमाग के अंदर में रहता है। ਯਾਨੀ ਕਿ ਦਿਮਾਗ ਦੇ ਅੰਡਰ ਵਿੱਚ ਉਹ ਸਾਰਾ ਬਾਡੀ ਰਹਿੰਦਾ ਹੈ। किसी ऊपर किसी पेशेंट को देखा होगा, ਤੁਸੀਂ ਕਿਸੇ ਪੇਸ਼ੈਂਟ ਨੂੰ ਆਈਸੀਯੂ ਦੇ ਵਿੱਚ ਪੜਿਆ ਹੈ ਦੇਖਿਆ, दिमाग डेड हो गया, ਜਿਹਦਾ ਦਿਮਾਗ ਡੈਡ ਹੋ ਗਿਆ एक्सीडेंट के द्वारा उसका दिमाग बंद हो गया, ਜਾਂ ਐਕਸੀਡੈਂਟ ਦੇ ਦੁਆਰਾ ਉਹਦਾ ਦਿਮਾਗ ਜਿਹੜਾ ਬੰਦ ਹੋ ਗਿਆ। उस पर उसके शरीर का कोई अंग काम करता है, ਕਿ ਉਸ ਸਮੇਂ ਉਹਦੇ ਸਰੀਰ ਦਾ ਕੋਈ ਅੰਗ ਕੰਮ ਕਰਦਾ ਹੈ? कोई भी काम नहीं करता, ਕੋਈ ਵੀ ਕੰਮ ਨਹੀਂ ਕਰਦਾ। उसके प्राण तो चलते हो, ਬੇਸ਼ੱਕ ਉਹਦੇ ਪ੍ਰਾਣ ਤਾਂ ਚੱਲ ਰਹੇ ਹੁੰਦੇ ਨੇ, अंग कोई काम नहीं ਪਰ करता, ਉਹਦਾ ਅੰਗ ਕੋਈ ਕੰਮ ਨਹੀਂ ਕਰਦਾ। काम करता, ਕਿਉਂ ਨਹੀਂ ਕੰਮ ਕਰਦਾ? जिसके अंदर में अंग काम करते थे, ਕਿਉਂਕਿ ਜਿੰਦੇ ਅੰਡਰ ਵਿੱਚ ਅੰਗ ਜਿਹੜੇ ਕੰਮ ਕਰਦੇ ਸੀ दिमाग फेल हो गया, ਉਹ ਦਿਮਾਗ ਇਸ ਸਮੇਂ ਫੇਲ ਹੋ ਗਿਆ। डेड हो गया। ਦਿਮਾਗ ਜਿਹੜਾ ਡੈਡ ਹੋ ਗਿਆ। जैसे शरीर के सारे अंग दिमाग के अंदर में रहते हैं, ਜਿਵੇਂ ਸਰੀਰ ਦੇ ਸਾਰੇ अंग ਦਿਮਾग ਦੇ ਅੰਡਰ ਵਿੱਚ ਰਹਿੰਦੇ ਨੇ। जिस शरीर दिमाग के अंदर में काम करना बंद कर दे, ਮੰਨ ਲਓ ਸਾਰੇ ਸਰੀਰ ਦੇ ਅੰਗ ਦਿਮਾਗ ਦੇ ਅੰਡਰ ਵਿੱਚ ਰਹਿ ਕੇ ਕੰਮ ਕਰਨਾ ਬੰਦ ਕਰ ਦੇਣ। अपनी मर्जी से चलने लग जाए, ਸਾਰੇ ਅੰਗ ਆਪਣੀ ਮਨਮਰਜ਼ੀ ਦੇ ਨਾਲ ਚੱਲਣਾ ਸ਼ੁਰੂ ਕਰ ਦੇਣ। चारों की चलने लग जाए, ਫ੍ਰੀ ਹੋ ਕੇ ਆਜ਼ਾਦੀ ਨਾਲ ਚੱਲਣ ਲੱਗ ਜਾਣ। चाहे आंखें देखने लग जाए, जिधर मर्जी चाहे काम जो मर्जी सुनने लग जाए, ਜਦੋਂ ਮਰਜ਼ੀ ਜਾਏ ਅੱਖਾਂ ਦੇਖਣ ਲੱਗ ਜਾਣ, ਕੰਨ ਚਾਹੇ ਸੁਣਨ ਲੱਗ ਜਾਣ। शरीर के अंग अपनी मर्जी से काम करने लग जाए, ਸਰੀਰ ਦੇ ਅੰਗ ਮੰਨ ਲਓ ਆਪਣੀ ਮਰਜ਼ੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਣ जिस मर्जी अपनी मर्जी से सारा कुछ चलने लग ਤੇ जाए, ਆਪਣੀ ਮਰਜ਼ੀ ਦੇ ਨਾਲ ਹੀ ਸਾਰਾ ਕੁਝ ਚੱਲਣਾ ਸ਼ੁਰੂ ਕਰ ਦੇਣ। ये सब कुछ ठीक रहेगा, ਕੀ ਸਾਰਾ ਕੁਝ ਵਧੀਆ ਰਹੇਗਾ? कोई भी ठीक नहीं रहेगा, ਬਿਲਕੁਲ ਵੀ ਠੀਕ ਨਹੀਂ ਰਹੇਗਾ। किसी प्रकार से कोई एग्जाम्पल और देता तो ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਉਦਾਹਰਨ ਹੋਰ ਦੇਣਾ। जो घरों में दुकानों में जो जो बिजली आती है, ਹੁਣ ਜਿਹੜੇ ਸਾਡੇ ਘਰਾਂ ਵਿੱਚ ਮਕਾਨਾਂ 'ਚ ਦੁਕਾਨਾਂ 'ਚ ਫੈਕਟਰੀਆਂ 'ਚ ਜਿਹੜੀ ਬਿਜਲੀ आ ਰਹੀ ਹੈ, इस कार की मोट ये बिजली किस अंडर में होती है, ਇਸ ਦਾ ਰਿਮੋਟ ਜਿਹੜਾ ਕਿ ਇਹ ਬਿਜਲੀ ਜਿਹੜੀ ਚੱਲ ਰਹੀ ਹੈ ਕਿੰਦੇ ਅੰਡਰ ਵਿੱਚ ਹੁੰਦੀ ਹੈ? ये बिजली बोर्ड की हेड ऑफिस में अधीन रहती है, ਇਹ ਬਿਜਲੀ ਬੋਰਡ ਦੇ ਹੈੱਡ ਆਫਿਸ ਜਿਹੜਾ ਹੁੰਦਾ ਹੈ ਉਹਦੇ ਅੰਡਰ ਵਿੱਚ ਹੁੰਦੀ ਹੈ। हेड ऑफिस चाहे जो मर्जी की बिजली बंद कर दे, ਹੈੱਡ ਆਫਿਸ ਚਾਹੇ ਜਦੋਂ ਮਰਜ਼ੀ ਚਾਹੇ ਜਿੰਨੀ ਮਰਜ਼ੀ ਚਾਹੇ ਬਿਜਲੀ ਬੰਦ ਕਰ ਦੇ, मर्जी की बिजली बंद कर दे, ਜਿੰਨੀ ਮਰਜ਼ੀ ਚਾਹੇ ਬਿਜਲੀ ਬੰਦ ਕਰ ਦੇ, इलाके की चाहे बिजली बंद कर दे, ਚਾਹੇ ਉਹ ਜਿਸ ਮਰਜ਼ੀ ਕੇ ਇਲਾਕੇ ਦੀ ਬਿਜਲੀ ਨੂੰ ਬੰਦ ਕਰ ਦੇ, पूरे लुधियाना की पूरे पंजाब की बिजली बंद कर ਚਾਹੇ ਉਹ ਪੂਰੇ ਲੁਧਿਆਣਾ ਚਾਹੇ ਪੂਰੇ ਪੰਜਾਬ ਦੀ ਬਿਜਲੀ ਨੂੰ ਬੰਦ ਕਰ दे, बिजली भी किसी के अधीन रहती है, ਦੇਖੋ ਇਹ ਬਿਜਲੀ ਵੀ ਕਿਸੇ ਦੇ ਅੰਡਰ ਵਿੱਚ ਰਹਿੰਦੀ ਹੈ। अगर बिजली किसी का अधीन रहना बंद कर दे, ਜੇਕਰ ਬਿਜਲੀ ਕਿਸੇ ਦੇ ਅਧੀਨ ਵਿੱਚ ਰਹਿਣਾ ਬੰਦ ਕਰ ਦੇਵੇ क्या होगा, ਤਾਂ ਕੀ ਹੋਵੇਗਾ? क्या ठीक रहेगा, ਕਿ ਵਧੀਆ ਰਹੇਗਾ। मर्जी बिजली आए जहाँ मर्जी ना आए, ਜਦੋਂ ਮਰਜ਼ੀ ਬਿਜਲੀ ਆਵੇ ਜਦੋਂ ਮਰਜ਼ੀ ਨਾ ਆਵੇ। क्या करें भाई, बस में कुछ नहीं भाई, ਬਿਜਲੀ ਬੋਰਡ ਵਾਲੇ ਕੀ ਕਹਿਣਗੇ, ਦਫ਼ਤਰ ਵਾਲੇ ਸਾਡੇ ਪਾਸ ਦੀ ਗੱਲ ਨਹੀਂ। उधर से बिजली कैसे चलेगी, उधर से कैसे चलेगी, उधर कैसे आ गए, ਸਾਨੂੰ ਤਾਂ ਪਤਾ ਹੀ ਨਹੀਂ ਕਿ ਬਿਜਲੀ ਕਿੱਥੇ ਆ ਰਹੀ ਹੈ, ਕਿੱਥੇ ਜਾ ਰਹੀ ਹੈ, ਕਦੋਂ ਜਾ ਰਹੀ बिजली भी किसी के अधीन रहती ਹੈ। है, ਯਾਨੀ ਕਿ ਇਹ ਬਿਜਲੀ ਵੀ ਕਿਸੇ ਦੇ ਅਧੀਨਗੀ ਵਿੱਚ ਰਹਿੰਦੀ ਹੈ। ऊपर जैसे साउंड चल रहा है, ਜਿਵੇਂ ਦੇਖੋ ਇਹ ਸਾਡਾ ਸਾਊਂਡ ਚੱਲ ਰਿਹਾ ਹੈ, साउंड सिस्टम भी किसी के अधीन रहता है, ਇਹ ਸਾਊਂਡ ਸਿਸਟਮ ਵੀ ਕਿਸੇ ਦੇ ਅਧੀਨਗੀ ਵਿੱਚ ਰਹਿੰਦਾ ਹੈ। जो एम्पलीफायर के पास बैठा है उसके पास इसका रिमोट है, ਹੁਣ ਸਾਡੇ ਜਿਹੜੇ ਭਾਈ ਐਂਪਲੀਫਾਇਰ ਦੇ ਕੋਲ ਕੰਮ ਕਰ ਰਹੇ ਨੇ ਉਹਨਾਂ ਦੇ ਕੋਲ ਇਹ ਸਾਰੀ ਪਾਵਰ ਜਿਹੜੀ ਹੈ ਰਿਮੋਟ ਹੈ। वो चाहिए साउंड को बंद कर दे, साउंड को तेज कर दे, साउंड को ऊंचा कर दे, नीचा कर दे, ਹੁਣ ਉਹਨਾਂ ਦੇ ਹੱਥ ਵਿੱਚ ਆ, ਉਹਨਾਂ ਦੇ ਹੱਥ ਵਿੱਚ ਪੂਰੀ ਪਾਵਰ ਹੈ। ਉਹ ਜਦੋਂ ਮਰਜ਼ੀ ਸਾਊਂਡ ਨੂੰ ਬੰਦ ਕਰਨ, ਜਦੋਂ ਮਰਜ਼ੀ ਚਲਾਉਣ, ਜਦੋਂ ਮਰਜ਼ੀ ਉੱਚੇ ਕਰਨ, ਜਦੋਂ ਮਰਜ਼ੀ ਨੀਵੇਂ ਕਰਨ। उसके हाथ में साउंड ऑपरेटर के हाथ में, ਹੁਣ ਉਹ ਸਾਊਂਡ ਆਪਰੇਟਰ ਦੇ ਹੱਥਾਂ ਵਿੱਚ ਸਾਰਾ ਸਾਊਂਡ ਦੀ ਪਾਵਰ ਹੈ। साउंड ऑपरेटर के हाथ में वो तीन तारों ये साउंड सा ਜੇਕਰ ਇਹ ਸਾਰਾ ਸਾਊਂਡ ਸਿਸਟਮ ਆਪਰੇਟਰ ਦੇ ਹੱਥਾਂ ਵਿੱਚ ਨਾ ਹੋਵੇ दो तारों का साउंड का ਤਾਂ ਫਿਰ ਕੀ ਹੋਵੇਗਾ ਸਾਊਂਡ? कोई माइक चलेगा कोई नहीं चलेगा, ਤੇ ਫਿਰ ਕੋਈ ਮਾਈਕ ਚੱਲੇਗਾ ਕੋਈ ਨਹੀਂ ਚੱਲੇਗਾ। ऑपरेटर का कदम को मैंने इधर से चला रखा है, इधर से क्यों नहीं चल रहा, ਸਾਊਂਡ ਆਪਰੇਟਰ ਕਹਿਣਗੇ ਮੇਰੇ ਬਸ ਦੀ ਗੱਲ ਨਹੀਂ, ਮੈਂ ਤਾਂ ਕੁਝ ਚਲਾਇਆ ਹੈ, ਚੱਲਦਾ ਕੁਝ ਪਿਆ ਹੈ। मैं तो चला तो उधर से पता नहीं क्यों नहीं चल ਮੈਂ रहा, ਤਾਂ ਚਲਾ ਰੱਖਿਆ ਇੱਧਰ ਪਤਾ ਨਹੀਂ ਕਿਉਂ ਨਹੀਂ ਚੱਲ किसी ਰਿਹਾ। माइक के ऊपर का मैंने तो देखो बंद करके माइक चल रहा, ਕਿਸੇ ਮਾਈਕ ਦੇ ਬਾਰੇ ਕਹਿਣਗੇ ਕਿ ਮੈਂ ਤਾਂ ਬੰਦ ਕਰ ਰੱਖਿਆ ਫਿਰ ਵੀ ਚੱਲ ਰਿਹਾ। साउंड भी ऑपरेटर के अधीन रहता है, ਯਾਨੀ ਕਿ ਸਾਰਾ ਸਾਊਂਡ ਸਿਸਟਮ ਵੀ ਇੱਕ ਆਪਰੇਟਰ ਦੇ ਹੱਥਾਂ ਵਿੱਚ ਰਹਿੰਦਾ ਹੈ। कोई हल्का एग्जांपल ਮੈਂ देता ਇੱਕ ਐਗਜ਼ਾਮੀਨੇਸ਼ਨ ਹਾਲ ਦਾ ਤੁਹਾਨੂੰ ਉਦਾਹਰਨ ਦੇਣਾ ਵਾ। बच्चे पेपर देने जाते हैं, ਬੱਚੇ ਪੇਪਰ ਦੇਣ ਜਾਂਦੇ ਨੇ, सुपरटेंडेंट होता है, सुपरवाइजर होता है, ਉੱਥੇ ਸੁਪਰੀਡੈਂਟ ਹੁੰਦੇ ਨੇ, ਸੁਪਰਵਾਈਜ਼ਰ ਹੁੰਦੇ ਨੇ एग्जामिनर होते हैं, ਤੇ ਐਗਜ਼ਾਮੀਨਰ ਹੁੰਦੇ ਨੇ। वो बच्चे जितने अंडर में रहते हैं, ਬੱਚੇ ਜਿੰਨੇ ਵੀ ਹੁੰਦੇ ਨੇ ਪੇਪਰ ਦੇਣ ਜਾਂਦੇ ਨੇ ਉਹਨਾਂ ਦੇ ਅੰਡਰ ਵਿੱਚ ਰਹਿੰਦੇ ਨੇ। पेपर चलता है उनके अधीन रहते हैं, ਜਦੋਂ ਤੱਕ ਪੇਪਰ ਚੱਲ ਰਿਹਾ ਹੁੰਦਾ ਉਹਨਾਂ ਦੀ ਅਧੀਨਗੀ ਵਿੱਚ ਰਹਿੰਦੇ कि कोई बच्चा नकल ना कर सके, सीटें ना चेंज कर सके, ਤਾਂ ਕਿ ਕੋਈ ਬੱਚਾ ਆਪਣੀਆਂ ਸੀਟਾਂ ਨੂੰ ਚੇਂਜ ਨਾ ਕਰੇ, ਤਾਂ ਕਿ ਕੋਈ ਬੱਚਾ ਨਕਲਾਂ ਨਾ ਮਾਰ। उनको अधीन बच्चों को रहना पड़ता है, ਤੇ ਉਹ ਬੱਚੇ ਜਿਹੜੇ ਆ ਉਹਨਾਂ ਦੇ ਅਧੀਨਗੀ ਵਿੱਚ ਰਹਿੰਦੇ बच्चा उनके अधीन ना रहे,
ਜੇਕਰ ਕੋਈ ਪੇਪਰ ਦੇਣ ਵਾਲਾ ਬੱਚਾ ਉਸ ਹਾਲ ਦੇ ਵਿੱਚ ਉਹਨਾਂ ਦੀ ਅਧੀਨਗੀ ਵਿੱਚ ਨਾ ਰਵੇ वहाँ पे गड़बड़ फैल ਤੇ जाएगी, ਉੱਥੇ ਗੜਬੜ ਆ ਜਾਵੇਗੀ, वहाँ पे सब कुछ खराब हो जाएगा। ਉੱਥੇ ਸਭ ਕੁਝ ਖਰਾਬ ਹੋ ਜਾਵੇਗਾ। इसलिए उनको भी किसी को देख के बनाना पड़ता ਇਸ ਲਈ ਉਹਨਾਂ ਨੂੰ ਵੀ ਕਿਸੇ ਦੀ ਅਧੀਨਗੀ ਵਿੱਚ ਰਹਿਣਾ ਪੈਂਦਾ है। ਹੈ। एक हॉस्पिटल में हम लोगों ने मेडिकल स्टाफ को देखा होगा, ਇੱਕ ਹਸਪੀਟਲ ਵਿੱਚ ਤੁਸੀਂ ਮੈਡੀਕਲ ਸਟਾਫ ਨੂੰ ਦੇਖਿਆ ਹੋਵੇਗਾ। मेडिकल स्टाफ भी वहाँ की HOD के अधीन रहता है। ਮੈਡੀਕਲ ਸਟਾਫ ਵੀ ਉੱਥੋਂ ਦੇ ਡਿਪਾਰਟਮੈਂਟ ਦੇ ਐਚਓਡੀ ਦੇ ਹੱਥਾਂ ਵਿੱਚ ਰਹਿੰਦੇ ਨੇ, ਉਹਨਾਂ ਦੀ ਅਧੀਨਗੀ ਵਿੱਚ डायरेक्टर के अधीन रहते हैं, ਜਾਂ ਉਹਨਾਂ ਦੇ ਹਸਪੀਟਲ ਦੇ ਡਾਇਰੈਕਟਰ ਦੇ ਅਧੀਨਗੀ ਵਿੱਚ ਰਹਿੰਦੇ कुछ ਨੇ। ना कोई उनका हेड होता है, उसके अधीन होते हैं। ਕੋਈ ਨਾ ਕੋਈ ਉਹਨਾਂ ਦੇ ਹੈੱਡ ਹੁੰਦੇ, ਉਹਨਾਂ ਦੀ ਅਧੀਨਗੀ ਵਿੱਚ ਰਹਿ ਕੇ ਕੰਮ ਕਰਦੇ सारा स्टाफ वहाँ का किसके अधीन के में ना रहे। ਜਾਂ कि ਉੱਥੇ ਸਾਰਾ ਮੈਡੀਕਲ ਸਟਾਫ ਕਿਸੇ ਦੇ ਅਧੀਨਗੀ ਵਿੱਚ ਨਾ ਰਹੇ। बच्चे चाहे जो बच्चे छुट्टी करे, ਉਹ ਜਦੋਂ ਮਰਜ਼ੀ ਹਸਪੀਟਲ ਜਾਣ, ਜਦੋਂ ਮਰਜ਼ੀ ਛੁੱਟੀ ਕਰਨ, बच्चे छुट्टी करे, अपनी बैठे गप्पे मारते रहे, ਜਿੱਥੇ ਮਰਜ਼ੀ ਡਿਪਾਰਟਮੈਂਟ ਡਿਊਟੀ ਕਰਨ, ਜਿੱਥੇ ਮਰਜ਼ੀ ਨਾ ਕਰਨ, ਬੈਠ ਕੇ ਗੱਪਾਂ ਮਾਰਦੇ ਰਹਿਣ। कोई भी चीज कर लिया ਹਸਪੀਟਲ ਦੀ ਕੋਈ ਵੀ ਚੀਜ਼ ਆਪਣੇ ਘਰ ਵਿੱਚ ਲੈ ਆਏ होगा, ਤਾਂ ਕੀ ਹੋਵੇਗਾ? हॉस्पिटल में सब कुछ ठीक ਤੇ रहेगा, ਕੀ ਹਸਪੀਟਲ ਸਾਰਾ ਕੁਝ ਠੀਕ ਰਹੇਗਾ? बिल्कुल नहीं रहेगा। ਬਿਲਕੁਲ ਨਹੀਂ ਠੀਕ ਰਹੇਗਾ। वहाँ भी अधीनगी होती है। ਦੇਖੋ ਉੱਥੇ ਵੀ ਅਧੀਨਗੀ ਹੁੰਦੀ ਹੈ। कोई भी संस्था की समाज में जो सामाजिक संस्था जो धार्मिक संस्था देखो कोई भी संस्था है, चाहे वो सामाजिक धार्मिक संस्था है, चाहे कोई सामाजिक संस्था है, किसी न किसी हेड के अधीन होती है। वो किसी ना किसी हेड के अंडर विच होती है। एसपीटी या पीडब्ल्यूजी भी तो किसी न किसी हेड के अधीन है। देखो अपना एसपीटी है भी ना किसी न किसी हेड दे किसी दे अधीनगी विच है ना, तो तभी तो सब जगह पर आशीष रहती है। तइयों तो सारी जगह दी आशीष रहती है ना। कोई भी संस्था धार्मिक संस्था चर्च जो जो मंदिर मस्जिद गुरुद्वारा कोई भी क्यों ना हो, कोई भी धार्मिक संस्था हो, चाहे वो मंदिर होवे, मस्जिद होवे, गुरुद्वारा होवे, चर्च होवे, जो कोई समाज में भी कमांड हो, चाहे कोई भी ऑफिस हो, चाहे वो कोई समाज विच मेगा मार्ट्स होन या कोई भी ऑफिस होन, किसी न किसी की अधीन में रहता है। वो किसी दी अधीनगी विच रहंदे ने। अधीनगी ना हो जेकर उत्थे अधीनगी ना होवे क्या होगा जी, तां की होवेगा जी? मुश्किल हो जाएगा। बड़ा मुश्किल हो जाएगा। इसलिए वहाँ पे भी अधीनगी होती है। इस लिए उत्थे भी अधीनगी होंदी है। चर्च में जो पासवान होते हैं उसके अधीन भी सारे सेवादार होते हैं। ਜਿਵੇਂ ਚਰਚ ਵਿੱਚ ਪਾਸਵਾਨ ਹੁੰਦੇ ਨੇ, ਉਹਨਾਂ ਦੀ ਅਧੀਨਗੀ ਦੇ ਵਿੱਚ ਸੇਵਾਦਾਰ ਚੱਲਦੇ ਨੇ, उनके अधीनगी में कलिसिया होती है। ਉਹਨਾਂ ਦੀ ਅਧੀਨਗੀ ਦੇ ਵਿੱਚ ਕਲੀਸਿया ਹੁੰਦੀ। कलिसिया सेवादार अपने रास्ते पर चले, ਜੇਕਰ ਕਲੀਸਿया ਸੇਵਾਦਾਰ ਆਪਣੇ ਆਪਣੇ ਮਾਰਗਾਂ ਤੇ ਚੱਲਣ वहाँ पर क्या होगा? ਤੇ ਉੱਥੇ ਕੀ ਹੋ ਜਾਵੇਗਾ? आशीष नहीं होगी। ਉੱਥੇ ਆਸ਼ੀਸ਼ ਨਹੀਂ ਹੋਵੇਗੀ। पुलिस डिपार्टमेंट होता है जो ਹੁਣ ਪੁਲਿਸ ਡਿਪਾਰਟਮੈਂਟ ਜਿਹੜਾ ਹੁੰਦਾ ਹੈ, किसी न किसी के अंडर में चलता है, ਪੁਲਿਸ ਡਿਪਾर्टमेंट ਵੀ ਕਿਸੇ ਦੇ ਅੰਡਰ ਵਿੱਚ ਹੋ ਕੇ ਚੱਲਦਾ ਹੈ, वो भी किसी न किसी के अंडर में चलते हैं। ਉਹ ਵੀ ਨਾ ਕਿਸੇ ਦੇ ਅੰਡਰ ਵਿੱਚ ਹੋ ਕੇ ਚੱਲਦਾ ਹੈ। उनका भी कोई ना कोई हेड होता है। ਯਾਨੀ ਕਿ ਉਹਨਾਂ ਦਾ ਵੀ ਕੋਈ ਨਾ ਕੋਈ ਹੈਡ ਹੁੰਦਾ ਹੈ। पुलिस डिपार्टमेंट का कोई ना कोई हेड होता है। ਪੁਲਿਸ ਡਿਪਾਰਟਮੈਂਟ ਦਾ ਵੀ ਕੋਈ ਨਾ ਕੋਈ ਹੈਡ ਹੁੰਦਾ ਹੈ। जैसे ये जो थाना होता है उसका जो हेड होता है, ਜਿਵੇਂ ਇੱਕ ਥਾਣਾ ਹੁੰਦਾ ਹੈ, ਉੱਥੇ ਦੇ ਐਸਐਚਓ ਉੱਥੇ ਦੇ ਹੈਡ ਹੁੰਦੇ ਨੇ, उनको एसएचओ के अंडर में रहना पड़ता है। ਉਹਨਾਂ ਨੂੰ ਆਪਣੇ ਐਸਐਚਓ ਦੇ ਅੰਡਰ ਵਿੱਚ ਰਹਿਣਾ ਪੈਂਦਾ ਹੈ। अगर उससे बड़ा देखा जाए उससे बड़ा पुलिस कमिश्नर होता है। ਜੇਕਰ ਉਸ ਤੋਂ ਵੀ ਵੱਡੇ ਦੇਖੇ ਜਾਣ, ਪੁਲਿਸ ਕਮਿਸ਼ਨਰ ਹੁੰਦੇ ਨੇ। पुलिस कमिश्नर के अधीन रहना पड़ता है उनको। ਪੁਲਿਸ ਕਮਿਸ਼ਨਰ ਦੇ ਅਧੀਨਗੀ ਵਿੱਚ ਰਹਿਣਾ ਪੈਂਦਾ ਉਹਨਾਂ ਨੂੰ। पुलिस कमिश्नर से बड़ा एक डीजीपी होता है जो स्टेट का होता है। ਸੋ ਪੁਲਿਸ ਦੇ ਕਮਿਸ਼ਨਰ ਤੋਂ ਵੀ ਵੱਡੇ ਡੀਜੀਪੀ ਹੁੰਦੇ ਜਿਹੜੇ ਸਟੇਟ ਦੇ ਹੁੰਦੇ ਨੇ। स्टेट की पुलिस फोर्स डीजीपी का अंडर में। ਸਾਰੀ ਰਾਜ ਦੀ ਜਿਹੜੀ ਪੁਲਿਸ ਹੈ ਉਹਨਾਂ ਦੇ ਅੰਡਰ ਵਿੱਚ ਹੁੰਦੀ ਹੈ। सो कोई ना कोई अधीनगी होती है। ਸੋ ਕੋਈ ਨਾ ਕੋਈ ਅਧੀਨਗੀ ਹੁੰਦੀ ਹੈ। अगर डीजीपी पुलिस अधीनगी में ना रहे, ਮੰਨ ਲਓ ਪੁਲਿਸ ਉੱਥੇ ਦੀ ਅਧੀਨਗੀ ਵਿੱਚ ਨਾ ਰਹੇ, सब कांस्टेबल सब प्रकार की पुलिस पच्चीस चलने लग जाए, ਸਾਰੇ EMPLOYEES ਸਾਰੇ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਲੋਕ ਆਪਣੀ ਮਨਮਰਜ਼ੀ ਦੇ ਨਾਲ ਚੱਲਣਾ ਸ਼ੁਰੂ ਕਰ ਦੇਣ, क्या होगा? ਸੋ ਫਿਰ ਕੀ ਹੋਏਗਾ? फैक्ट्री बच जाएगी, सो अफड़ा दफड़ी हो जाएगी, गड़बड़ हो जाएगी। चारों तरफ गड़बड़ फैल जाएगी। देश की जो सेना है ਸਾਡੇ ਦੇਸ਼ ਦੀ ਜਿਹੜੀ ਸੈਨਾ ਹੈ वो भी किसी न किसी के अंडर में रहती ਉਹ ਵੀ ਕਿਸੇ ਦਿਨ ਇੱਕ ਅੰਡਰ ਵਿੱਚ ਰਹਿੰਦੀ ਹੈ। है। देश की सेना कमांडर के अधीन रहती है। ਸਾਡੀ ਦੇਸ਼ ਦੀ ਸੈਨਾ ਜਿਹੜੀ ਆਪਣੇ ਕਮਾਂਡਰ ਦੀ ਅਧੀਨਗੀ ਵਿੱਚ ਰਹਿੰਦੀ ਹੈ, सारी देश की सेना राष्ट्रपति के अधीन होती ਤੇ ਸਾਰੀ ਜਿਹੜੀ ਸੈਨਾ ਹੁੰਦੀ ਹੈ ਜਿਹੜੀ ਉਹ ਆਪਣੇ ਰਾਸ਼ਟਰਪਤੀ ਦੀ ਅਧੀਨਗੀ ਵਿੱਚ ਹੁੰਦੀ ਹੈ। है। डीजी कमांडर के अधीन से ना रहे, ਮੰਨ ਲਓ ਕਮਾਂਡਰ ਦੀ ਅਧੀਨਗੀ ਵਿੱਚ ਸੈਨਾ ਨਾ ਰਵੇ, कमांडर से ऊपर होके चले, ਮੰਨ ਲਓ ਕਮਾਂਡਰ ਤੋਂ ਉੱਪਰ ਹੋ ਕੇ ਚੱਲੇ राष्ट्रपति से ऊपर होके चले, ਜਾਂ ਰਾਸ਼ਟਰਪਤੀ ਤੋਂ ਉੱਪਰ ਹੋ ਕੇ ਚੱਲੇ, वहाँ पर क्या होगा जी? ਤੇ ਉੱਥੇ ਕੀ ਹੋਵੇਗਾ ਜੀ? वहाँ पर गड़बड़ होगी ना। ਉੱਥੇ ਗੜਬੜ ਹੋ ਜਾਵੇਗੀ। सो इसलिए सेना को भी एक अधीनगी में रहना पड़ता है। ਇਸ ਲਈ ਸੈਨਾ ਨੂੰ ਵੀ ਕਿਸੇ ਦੀ ਅਧੀਨਗੀ ਦੇ ਵਿੱਚ ਰਹਿਣਾ ਪੈਂਦਾ। कोई ना कोई उनको भी किसी न किसी अधीनगी में रहना पड़ता है। ਕੋਈ ਨਾ ਕੋਈ ਉਹਨਾਂ ਨੂੰ ਵੀ ਕਿਸੇ ਦੀ ਅਧੀਨਗੀ ਵਿੱਚ ਰਹਿਣਾ ਪੈਂਦਾ ਹੈ। किसी देश की सेना आजादी से अपनी मर्जी से चले, ਅਗਰ ਕਿਸੇ ਦੇਸ਼ ਦੀ ਸੈਨਾ ਆਪਣੀ ਆਜ਼ਾਦੀ ਦੇ ਨਾਲ ਮਨਮਰਜ਼ੀ ਦੇ ਨਾਲ ਚੱਲੇ बिल्कुल अच्छा नहीं रहेगा। ਤਾਂ ਉੱਥੇ ਬਿਲਕੁਲ ਵੀ ਵਧੀਆ ਨਹੀਂ सभी ਰਹੇਗਾ। चीजें अंडर में रहती है। ਸਾਰੀਆਂ ਚੀਜ਼ਾਂ ਜਿਹੜੀਆਂ ਅੰਡਰ ਵਿੱਚ तो ਰਹਿੰਦੀਆਂ। ये जितनी भी सारी सृष्टि है, ਦੇਖੋ ਇਹ ਜਿੰਨਾ ਵੀ ਸਾਰਾ ਸੰਸਾਰ ਸ੍ਰਿਸ਼ਟੀ ਹੈ, सूरज तारे हैं, ਚਾਹੇ ਉਹ ਸੂਰਜ ਚੰਦਰਮਾ ਤਾਰੇ ਨੇ, आकाश है, स्वर्गदूत है, ਆਕਾਸ਼ ਨੇ ਸਵਰਗਦੂਤ ਨੇ सारी पृथ्वी है, ਜਾਂ ਸਾਰੀ ਪ੍ਰਿਥਵੀ ਹੈ, समुद्र है, ਸਮੁੰਦਰ ਹੈ, जो भी दुष्ट आत्माएं हैं, स्वर्गदूत है, ਜਿੰਨੀਆਂ ਵੀ ਦੁਸ਼ਟ ਆਤਮਾਵਾਂ ਨੇ ਸਵਰਗਦੂਤ ਨੇ, सारी सृष्टि के लोग हैं, ਚਾਹੇ ਸਾਰੇ ਸੰਸਾਰ ਦੇ ਲੋਕ ਨੇ जो जीव जंतु जानवर हैं, ਜਾਂ ਜਿੰਨੇ ਵੀ ਜੀਵ ਜੰਤੂ ਜਾਨਵਰ ये ਨੇ, सभी के अंडर में रहते हैं। ਇਹ ਸਾਰੇ
ਸਾਡੇ ਜਿੰਦੇ ਪਰਮੇਸ਼ਰ ਦੀ ਅਧੀਨਗੀ ਵਿੱਚ ਰਹਿੰਦੇ ਨੇ, अधीन की परमेश्वर के अधीन में ना रहे, ਜੇਕਰ ਉਹ ਸਾਰੇ ਜਣੇ ਪਰਮੇਸ਼ਰ ਦੀ ਅਧੀਨਗੀ ਵਿੱਚ ਨਾ ਰਹੇ, आकाश परमेश्वर के अधीन ना रहे, ਮੰਨ ਲਓ ਆਕਾਸ਼ ਪਰਮੇਸ਼ਰ ਦੀ ਅਧੀਨਗੀ ਵਿੱਚ ਨਾ ਰਵੇ, आकाश तो कभी गिर जाएगा, ਆਕਾਸ਼ ਤਾਂ ਕਿਤੇ ਵੀ ਗਿਰ ਜਾਵੇਗਾ। आकाश के नीचे कोई पिलर नहीं, ਦੇਖੋ ਆਕਾਸ਼ ਦੇ ਨੀਚੇ ਕੋਈ ਵੀ ਪਿਲਰ ਨਹੀਂ, आकाश के नीचे खड़ा ਆਕਾਸ਼ ਕਿਸ ਚੀਜ਼ ਤੇ ਖੜਾ ਹੈ, तो कभी भी गिर जाएगा, ਉਹ ਤਾਂ ਕਦੇ ਵੀ ਗਿਰ ਜਾਏਗਾ। आकाश परमेश्वर के अधीन की ना करे, ਜੇਕਰ ਆਕਾਸ਼ ਆਪਣੇ ਪਰਮੇਸ਼ਰ ਦੀ ਅਧੀਨਗੀ ਨੂੰ ਨਾ ਕਰੇ, आकाश तो कभी भी गिर जाएगा, ਆਕਾਸ਼ ਤਾਂ ਕਦੇ ਵੀ ਗਿਰ ਜਾਵੇਗਾ। अगर परमेश्वर के अधीन की में ना रहे, ਸੂਰਜ ਚੰਦਰਮਾ ਜੇਕਰ ਪਰਮੇਸ਼ਰ ਦੀ ਅਧੀਨਗੀ ਨਾ ਕਰੇ, सूरज कभी भी गिर जाएगा, ਸੂਰਜ ਕਦੇ ਵੀ ਗਿਰ ਜਾਵੇਗਾ। जब सूरज गिरता है तो क्या होगा, ਤਾਂ ਜਦ ਸੂਰਜ ਧਰਤੀ ਤੇ ਗਿਰ ਗਿਆ ਤੇ ਕੀ ਹੋਵੇਗਾ? दुनिया तबाह हो जाएगी, ਪਤਾ ਨਹੀਂ ਕਿੰਨੀ ਦੁਨੀਆ ਜਿਹੜੀ ਤਬਾਹ ਹੋ ਜਾਵੇ। तभी अगर परमेश्वर के अधीन की में ना रहे, ਇਹ ਪ੍ਰਿਥਵੀ ਜੇਕਰ ਪਰਮੇਸ਼ਰ ਦੀ ਅਧੀਨਗੀ ਵਿੱਚ ਨਾ ये ਰਹੇ भी धस सकती है, ਤੇ ਕਿਤੇ भी ਪ੍ਰਿਥਵੀ ਜਿਹੜੀ ਹੈ ਧੱਸ ਸਕਦੀ ਹੈ बड़े बड़े लोग कुछ भी उनका हो सकता है, ਤੇ ਉੱਥੇ ਦੇ ਰਹਿਣ ਵਾਲੇ ਲੋਕਾਂ ਦਾ ਕੁਝ ਵੀ ਹੋ ਸਕਦਾ ਹੈ। सारी सृष्टि हमारे परमेश्वर के अंडर में रहती ਸੋ ਸਾਰੀ ਸ੍ਰਿਸ਼ਟੀ ਜਿਹੜੀ ਹੈ ਸਾਡੀ ਪਰਮੇਸ਼ਰ ਦੀ ਅਧੀਨਗੀ ਵਿੱਚ ਰਹਿੰਦੀ ਹੈ। है। विश्वासी जीवन की एक बात बताता हूँ, ਮੈਂ ਆਪਣੇ ਵਿਸ਼ਵਾਸੀ ਜੀਵਨ ਦੀ ਇੱਕ ਗੱਲ ਦੱਸਦਾ ਹਾਂ। विश्वासी बनकर चर्च में जाता था, अपने चर्च में अपने पास्टर के अधीन रहता था, ਜਦੋਂ ਮੈਂ ਵਿਸ਼ਵਾਸੀ ਬਣ ਕੇ ਆਪਣੇ ਚਰਚ ਵਿੱਚ ਜਾਇਆ ਕਰਦਾ ਸੀ, ਮੈਂ ਆਪਣੇ ਪਾਸਵਾਨ ਦੀ ਉਹਨਾਂ ਦੀ ਅਧੀਨਗੀ ਵਿੱਚ ਰਹਿੰਦਾ ਸੀ। कोशिश करते थे उनको सारी बातों में खुश रखो, ਕੋਸ਼ਿਸ਼ ਕਰਦਾ ਸੀ ਕਿ ਸਾਰੀ ਗੱਲਾਂ 'ਚ ਉਹਨਾਂ ਨੂੰ ਖੁਸ਼ ਰੱਖਾਂ। कोशिश करते थे अपने जीवन के सारे कामों में उनको शामिल करो, ਕੋਸ਼ਿਸ਼ ਕਰਦਾ ਕਿ ਸਾਰੇ ਆਪਣੇ ਜੀਵਨ ਦੇ ਕੰਮਾਂ ਵਿੱਚ ਉਹਨਾਂ ਨੂੰ ਸ਼ਾਮਲ ਕਰਾਂ। कोई भी काम करना है उनकी सलाह से करो, ਕੋਈ ਵੀ ਕੰਮ ਕਰਨਾ ਉਹਨਾਂ ਦੀ ਸਲਾਹ ਦੇ ਨਾਲ ਕਰਾਂ। कोई भी काम करना है उनके आशीर्वाद लेकर करो, ਕੋਈ ਵੀ ਕੰਮ ਕਰਾਂ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਕਰਾਂ। उनके आशीर्वाद से आगे बढ़ता था, ਤੇ ਜਦੋਂ ਮੈਂ ਉਹਨਾਂ ਦੇ ਆਸ਼ੀਰਵਾਦ ਲੈ ਕੇ ਅੱਗੇ ਵੱਧਦਾ ਸੀ, कामों में लोग खड़े भी होते थे, ਮੇਰੇ ਸਾਰੇ ਕੰਮਾਂ ਦੇ ਵਿੱਚ ਉਹ ਖੜੇ ਵੀ ਹੁੰਦੇ ਸੀ। खासकर मेरे जीवन में कोई प्रॉब्लम आ जाती ਖਾਸ ਕਰ ਜਦੋਂ ਮੇਰੇ ਜੀਵਨ 'ਚ ਕੋਈ ਦਿੱਕਤ ਆ ਜਾਂਦੀ ਸੀ, मेरे साथ खड़े होते थे, ਮੇਰੇ ਨਾਲ ਉਹ ਖੜੇ ਹੁੰਦੇ ਸੀ, मैं सारी बातों में उनकी सहमति लेकर आगे बढ़ता था, ਕਿਉਂਕਿ ਮੈਂ ਸਾਰੀ ਗੱਲਾਂ ਦੇ ਵਿੱਚ ਉਹਨਾਂ ਦੀ ਸਹਿਮਤੀ ਲੈ ਕੇ ਅੱਗੇ ਵੱਧਦਾ ਸੀ। उनकी अधीन की में आगे बढ़ने की कोशिश करता था। ਯਾਨੀ ਕਿ ਮੈਂ ਉਹਨਾਂ ਦੀ ਅਧੀਨਗੀ ਵਿੱਚ ਰਹਿ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ। हमारे सीनियर पास्टर जो पास्टर है जी मसीह सेनेटर में सेवा करते हैं, ਸਾਡੇ ਸੀਨੀਅਰ ਪਾਸਟਰ ਐਰਿਕ ਮਸੀਹ ਜਿਹੜੇ ਕਿ ਈਸਾ ਨਗਰ ਵਿੱਚ ਸੇਵਾ ਕਰਦੇ ਨੇ, अभी भी हमारी कोशिश रहती है, हम उनकी जगह जगह को पहल भी देते हैं, ਹੁਣ ਵੀ ਸਾਡੀ ਕੋਸ਼ਿਸ਼ ਹੁੰਦੀ ਕਿ ਜਗ੍ਹਾ ਜਗ੍ਹਾ ਤੇ ਉਹਨਾਂ ਦੀ ਗਵਾਹੀ ਦੇਣੀ ਆ। उनको मंथली कोशिश करते हैं जितने भी हमारी ड्यूटी बनती है उनको मंथली ऑफरिंग भेजना, ਸਾਡੀ ਕੋਸ਼ਿਸ਼ ਹੁੰਦੀ ਹੈ ਮੰਥਲੀ जिन्ना ਵੀ ਹੋ ਸਕੇ ਉਹਨਾਂ ਨੂੰ ਆਫਰਿੰਗ ਭੇਜਣਾ, अधीन की में आगे बढ़ना, ਉਹਨਾਂ ਦੀ ਅਧੀਨਗੀ ਦੇ ਵਿੱਚ ਅੱਗੇ कोशिश ਵਧਣਾ, करते हैं आगे बढ़ना, ਉਹਨਾਂ ਦੀ ਸਲਾਹ ਦੇ ਵਿੱਚ ਅੱਗੇ कोशिश ਵਧਣਾ। करते हैं जितने कामों में सलाह लेनी चाहिए जो लेते हैं, ਕੋਸ਼ਿਸ਼ ਕਰਦੇ ਜਿੰਨੇ ਕੰਮਾਂ 'ਚ ਉਹਨਾਂ ਤੋਂ ਸਲਾਹ ਲੈਣੀ ਚਾਹੀਦੀ ਲੈਂਦੇ ਆ। अधीन की में किसी के रहेंगे ਮੰਨ ਲਓ ਅਸੀਂ ਕਿਸੇ ਦੀ ਅਧੀਨ ਵਿੱਚ ਜਦ ਰਵਾਂਗੇ तो किसी का अधीन में रख पाएंगे, ਤਾਂ ਹੀ ਤਾਂ ਕਿਸੇ ਨੂੰ ਅਧੀਨ ਵਿੱਚ ਰੱਖ ਪਾਵਾਂਗੇ। किसी के अधीन नहीं रहेंगे, ਜੇਕਰ ਆਪਾਂ ਕਿਸੇ ਦੇ ਅਧੀਨਗੀ ਵਿੱਚ ਨਹੀਂ ਰਹਿ किसी को ਪਾਵਾਂਗੇ अधीन रख भी नहीं ਤੇ पाएंगे, ਕਿਸੇ ਨੂੰ ਅਧੀਨ ਰੱਖ ਵੀ ਨਹੀਂ ਪਾਵਾਂਗੇ। अधीन की में रहने से याद रखो परमेश्वर खुश होता है, ਅਧੀਨਗੀ ਵਿੱਚ ਰਹਿਣ ਦੇ ਨਾਲ ਯਾਦ ਰੱਖੋ ਪਰਮੇਸ਼ਰ ਖੁਸ਼ ਹੁੰਦਾ ਹੈ। ऐसा नहीं कि अधीन की में रहने से परमेश्वर को अच्छा नहीं लगता, ਐਦਾਂ ਨਹੀਂ ਕਿ ਅਧੀਨਗੀ ਵਿੱਚ ਰਹਿਣ ਨਾਲ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ। परमेश्वर की आशीष अधीन भी है जब आप अधीन की में रहते हैं, ਪਰਮੇਸ਼ਰ ਦੀ ਬਰਕਤਾਂ ਆਉਂਦੀਆਂ ਹੀ ਤਦ ਹੈ ਜਦੋਂ ਤੁਸੀਂ ਅਧੀਨਗੀ ਵਿੱਚ ਰਹਿੰਦੇ ਹੋ। जो लोग अधीन की में रहते हैं परमेश्वर को बड़ी खुशियाँ देता है, ਜਿਹੜੇ ਲੋਕ ਅਧੀਨਗੀ ਵਿੱਚ ਰਹਿੰਦੇ ਆ ਪਰਮੇਸ਼ਰ ਉਹਨਾਂ ਨੂੰ ਖੁਸ਼ਹਾਲੀ ਦਿੰਦਾ ਹੈ। जो कोई भी दूसरे जिस जमीन पर किसी का अधीन रहना पसंद नहीं करता, ਜਿਹੜਾ इनसान ਇਸ ਧਰਤੀ ਤੇ ਕਿਸੇ ਦੀ ਅਧੀਨਗੀ ਵਿੱਚ ਰਹਿਣਾ ਪਸੰਦ ਨਹੀਂ ਕਰਦਾ, किसी के अंडर में क्यों रहो, ਉਹ ਕਹਿੰਦਾ ਮੈਂ ਕਿਸੇ ਦੇ ਅੰਡਰ ਵਿੱਚ ਕਿਉਂ ਰਵਾਂ, किसी के आगे में क्यों रहो, ਮੈਂ ਕਿਸੇ ਦੀ ਆਗਿਆ ਵਿੱਚ ਕਿਉਂ ਰਵਾਂ, आजादी से चलूंगा, ਮੈਂ ਤਾਂ ਆਜ਼ਾਦੀ ਨਾਲ ਚੱਲਾਂਗਾ। परमेश्वर के कैसे अधीन रह सकता ਤੇ है, ਉਹ ਪਰਮੇਸ਼ਰ ਦੇ ਕਿੱਦਾਂ ਅਧੀਨ ਰਹਿ ਸਕਦਾ ਹੈ? ये पक्की बात है, परमेश्वर के अधीन में नहीं रह सकता, ਇਹ ਗੱਲ ਪੱਕੀ ਹੈ ਕਿ ਉਹ ਪਰਮੇਸ਼ਰ ਦੀ ਅਧੀਨਗੀ ਵਿੱਚ ਵੀ ਨਹੀਂ ਰਹਿ ਸਕਦਾ। अधीन रहना कोई बुरी बात नहीं, ਅਧੀਨ ਰਹਿਣਾ ਕੋਈ ਬੁਰੀ ਗੱਲ ਨਹੀਂ ਹੈ। आप इसके अधीन की में होकर आगे बढ़ते हैं, इस बात को इंसान ना समझा, ਜੇਕਰ ਤੁਸੀਂ ਕਿਸੇ ਦੀ ਅਧੀਨਗੀ ਵਿੱਚ ਹੋ ਕੇ ਰਹਿੰਦੇ ਹੋ ਤੁਸੀਂ ਆਪਣੀ ਬੇਇੱਜ਼ਤੀ ਵਾਲੀ ਗੱਲ ਨਾ ਸਮਝਣਾ। इससे आपकी इज्जत होगी, ਇਸ ਦੇ ਨਾਲ ਤੁਹਾਡੀ ਇੱਜ਼ਤ ਹੋਵੇਗੀ, आपको समझदार कहेंगे, ਲੋਕ ਤੁਹਾਨੂੰ ਸਮਝਦਾਰ ਕਹਿਣਗੇ। जिसके अधीन रहना चाहिए उसके अधीन रहा करो, ਤੇ ਜਿੰਦੇ ਅਧੀਨ ਰਹਿਣਾ ਚਾਹੀਦਾ ਉਹਦੇ ਅਧੀਨ ਰਿਹਾ ਕਰੋ, जिसको अधीन रखना चाहिए उसको अधीन रखो, ਤੇ ਜਿਹਨੂੰ ਅਧੀਨ ਰੱਖਣਾ ਚਾਹੀਦਾ ਉਸ ਨੂੰ ਰੱਖਿਆ ਕਰੋ, जिसकी जब तक अधीन है जब तक अधीन रहो, ਤੇ ਜਿੰਦੇ जद तक अधीन रहना चाहिए तद तक अधीन रहो, जिसके अधीन है उसके अधीन रहो, ਤੇ ਜਿੰਦੇ ਅਧੀਨ ਰਹਿਣਾ ਚਾਹੀਦਾ ਉਹਦੇ अधीन रहो। जो कोई व्यक्ति किसी के अधीन में रहना पसंद नहीं करता, ਜੋ ਕੋਈ ਇਨਸਾਨ ਕਿਸੇ ਦੀ ਅਧੀਨਗੀ ਵਿੱਚ ਰਹਿਣਾ ਪਸੰਦ ਨਹੀਂ ਕਰਦਾ, आपको पता है मतलब क्या है, ਇਸ ਦਾ ਪਤਾ ਕੀ ਮਤਲਬ ਕੀ ਹੈ? व्यक्ति सही सिस्टम में चलना पसंद नहीं करता, ਉਹ ਇਨਸਾਨ ਸਹੀ ਸਿਸਟਮ ਵਿੱਚ ਰਹਿਣਾ ਚੱਲਣਾ ਪਸੰਦ ਨਹੀਂ ਕਰਦਾ, व्यक्ति अनुशासन में चलना पसंद नहीं ਉਹ करता, ਇਨਸਾਨ ਅਨੁਸ਼ਾਸਨ ਵਿੱਚ ਰਹਿਣਾ ਚੰਗਾ ਸਮਝ ਨਹੀਂ ਕਰਦਾ, अनुशासन पसंद ही नहीं, ਉਹਨੂੰ ਇਨਸਾਨ ਅਨੁਸ਼ਾਸਨ ਜਿਹੜਾ ਪਸੰਦ ਹੀ उसको ਨਹੀਂ, सिस्टम पसंद ही नहीं, ਉਹਨੂੰ ਸਿਸਟਮਸ ਪਸੰਦ ਨਹੀਂ उसको ਹੈ, कानून पसंद ही नहीं, ਉਹਨੂੰ ਕਾਨੂੰਨ ਪਸੰਦ ਨਹੀਂ ਹੈ। जो व्यक्ति अधीन की में रहना पसंद करता है, ਜਿਹੜਾ ਇਨਸਾਨ ਅਧੀਨਗੀ ਵਿੱਚ ਰਹਿਣਾ ਪਸੰਦ ਕਰਦਾ ਹੈ उसको अनुशासन पसंद है, ਸਮਝ ਲਓ ਉਹਨੂੰ ਅਨੁਸ਼ਾਸਨ ਪਸੰਦ ਹੈ, उसको सिस्टम पसंद है, ਸਮਝ ਲਓ ਉਹਨੂੰ ਸਿਸਟਮ ਪਸੰਦ ਹੈ, वो व्यक्ति के अंदर नम्रता मिलेगी, ਤੇ ਉਹ ਇਨਸਾਨ ਦੇ ਅੰਦਰ
ਤੁਹਾਨੂੰ ਦੀਨਤਾ ਮਿਲੇਗੀ देखिए कोई व्यक्ति कभी अपने आप को ऊंचा समझेगा ही नहीं। ਕਿਉਂਕਿ ਉਹ ਇਨਸਾਨ ਕਦੇ ਆਪਣੇ ਆਪ ਨੂੰ ਉੱਚਾ ਨਹੀਂ ਸਮਝੇਗਾ। किसी की जिम्मेदारी का मतलब क्या समझते हो? ਕਿਸੇ ਦੀ ਅਧੀਨਗੀ ਵਿੱਚ ਰਹਿਣ ਦਾ ਮਤਲਬ ਕੀ ਸਮਝਦੇ? कोई आपसे बड़ा है जो आपके ऊपर अधिकार रखता है, ਕੋਈ ਤੁਹਾਡੇ ਤੋਂ ਵੱਡਾ ਹੈ ਜਿਹੜਾ ਤੁਹਾਡੇ ਉੱਤੇ ਅਧਿਕਾਰ ਰੱਖਦਾ ਹੈ, आपके ऊपर कंट्रोल रखता है, ਜਿਹੜਾ ਤੁਹਾਡੇ ਉੱਤੇ कंट्रोल ਰੱਖਦਾ ਹੈ जिसकी आप देखिए लोग आगे बढ़ रहे ਤੇ हो। ਜਿਹਦੀ ਅਧੀਨਗੀ ਵਿੱਚ ਹੋ ਕੇ ਤੁਸੀਂ ਅੱਗੇ ਵੱਧ ਰਹੇ ਹੋ। जब आपको कभी जरूरत पड़ेगी ਯਾਦ ਰੱਖਣਾ ਜਦੋਂ ਤੁਹਾਨੂੰ ਕਦੀ ਜ਼ਰੂਰਤ ਪਵੇਗੀ आपके साथ खड़ा भी होगा, ਉਹ ਤੁਹਾਡੇ ਨਾਲ ਖੜੇ ਨਹੀਂ ਹੋਣਗੇ। कोई खड़ा हो ना हो, ਕੋਈ ਖੜਾ ਹੋਵੇ ਚਾਹੇ ਨਾ ਹੋਵੇ, आपका सीनियर, आपका बॉस, आपके साथ जरूर खड़ा हो। ਪਰ ਤੁਹਾਡੇ ਸੀਨੀਅਰ, ਤੁਹਾਡੇ ਅਗुवे, ਤੁਹਾਡੇ ਬੌਸ ਤੁਹਾਡੇ ਨਾਲ ਜ਼ਰੂਰ ਖੜੇ होਣਗੇ। बच्चे बॉस के अपने बड़ों की आज्ञा में जोड़ रहा करो। ਸੋ ਆਪਣੇ ਬੌਸ, ਆਪਣੇ ਵੱਡਿਆਂ ਦੇ, ਆਪਣੇ ਅਧਿਕਾਰੀਆਂ ਦੇ ਅਧੀਨਗੀ ਵਿੱਚ ਜੁੜ ਰਿਹਾ ਕਰੋ। अभी जो देश है, देश आतंक से चलता है, ਹੁਣ ਇਹ देश ਜਿਹੜਾ ਦੇਸ਼ ਅਧੀਨਗੀ ਦੇ ਵਿੱਚ ਚੱਲਦਾ ਹੈ। देश में आतंक ना हो, ਜੇਕਰ ਦੇਸ਼ ਦੇ ਵਿੱਚ ਅਧੀਨਗੀ ਨਾ सब ਹੋਵੇ कुछ गड़बड़ हो जाएगा, ਸਾਰਾ ਕੁਝ ਗੜਬੜ ਹੋ इस ਜਾਏਗਾ। कंट्रोल में रहेगा, ਕੋਈ ਕਿਸੇ ਦਾ ਅੰਡਰ ਵਿੱਚ ਨਹੀਂ ਰਹੇਗਾ। का राज खत्म हो जाएगा। ਕਾਨੂੰਨ ਦਾ ਰਾਜ ਜਿਹੜਾ ਹੈ ਖਤਮ ਹੋ ਜਾਏਗਾ। समाज आतंक से चलता है, ਇਹ ਸਮਾਜ ਜਿਹੜਾ ਹੈ ਅਧੀਨਗੀ ਦੇ ਨਾਲ ਚੱਲਦਾ ਹੈ। घर परिवार भी आतंक से चलते हैं। ਸਾਡੇ ਘਰ ਪਰਿਵਾਰ ਵੀ ਜਿਹੜੇ ਅਧੀਨਗੀ ਦੇ ਨਾਲ ਚੱਲਦੇ ਨੇ। जिन घरों को परमेश्वर आशीष भी देता है, जिन घरों में आतंक की होती है, ਉਹਨਾਂ ਘਰਾਂ ਵਿੱਚ ਪਰਮੇਸ਼ਰ ਬਰਕਤ ਵੀ ਦਿੰਦਾ ਹੈ ਜਿੱਥੇ ਅਧੀਨਗੀ ਹੁੰਦੀ ਹੈ। जिन घरों में बच्चे अपने माँ बाप के अंडर में रहते हैं, ਜਿੱਥੇ ਬੱਚੇ ਆਪਣੇ ਮਾਪੇ ਦੇ ਪਤਨੀ ਆਪਣੇ ਪਤੀ ਦੀ ਅਧੀਨਗੀ ਵਿੱਚ ਰਹਿੰਦੀ जो ਹੈ संस्थाएं भी आतंक से चलती हैं, ਤੇ ਸੰਸਥਾਵਾਂ ਵੀ ਜਿਹੜੀਆਂ ਨੇ ਉਹ ਅਧੀਨਗੀ ਦੇ ਵਿੱਚ ਹੁੰਦੀਆਂ ਨੇ। संस्थाओं में एम्प्लॉइज अपने हेड के, अपने मैनेजर के, अपने डायरेक्टर के अधीनगी में ना रहे, ਜੇਕਰ ਸੰਸਥਾ ਵਿੱਚ EMPLOYE ਜਿਹੜੇ ਆਪਣੇ ਹੈੱਡ ਦੇ, ਆਪਣੇ ਵੱਡੇ ਦੇ, ਆਪਣੇ ਬੌਸ ਦੇ ਅਧੀਨਗੀ ਵਿੱਚ ਨਾ ਰਹਿਣ, सो वहाँ पे अस्त-व्यस्त सब कुछ हो जाएगा। ਸੋ ਉੱਥੇ ਸਾਰਾ ਕੁਝ ਜਿਹੜਾ ਕਿ ਖਰਾਬ ਹੋ ਜਾਏਗਾ, ਇੱਧਰ ਉੱਧਰ ਹੋ ਜਾਏਗਾ। कानून का राज तो होगा नहीं, ਕਿਉਂਕਿ ਉੱਥੇ ਕਾਨੂੰਨ ਕੋਈ ਹੋਵੇਗਾ ਨਹੀਂ, ਉੱਥੇ ਕੋਈ ਕਿਸੇ ਦਾ ਰਾਜ ਨਹੀਂ ਹੋਵੇਗਾ किसी से डरेगा। ਤੇ ਨਾ ਕੋਈ ਕਿਸੇ ਤੋਂ ਡਰੇਗਾ। घरों परिवारों में आतंक की होती है, वो घर परिवार बर्बाद हो जाते हैं। ਜਿਨ੍ਹਾਂ ਘਰਾਂ ਪਰਿਵਾਰਾਂ ਵਿੱਚ ਅਧੀਨਗੀ ਨਹੀਂ ਹੁੰਦੀ ਉਹ ਘਰ ਪਰਿਵਾਰ ਬਰਬਾਦ ਹੋ ਜਾਂਦੇ ਨੇ। अधीनगी से परमेश्वर बहुत खुश होता है, ਅਧੀਨਗੀ ਦੇ ਨਾਲ ਪਰਮੇਸ਼ਰ ਖੁਸ਼ ਹੁੰਦਾ ਹੈ। अधीनगी के घर काल हो जाते हैं, ਬਿਨਾਂ ਜਿਹੜੇ ਅਧੀਨਗੀ ਦੇ ਘਰ ਜਿਹੜੇ ਹੈ ਖਰਾਬ ਹੋ ਜਾਂਦੇ ਨੇ, ਉਜਾੜ ਹੋ ਜਾਂਦੇ ਨੇ, काल हो जाते हैं। ਕੰਗਾਲ ਵੀ ਹੋ ਜਾਂਦੇ ਨੇ। वहाँ पर सब लोग अपने रास्ते पर चलते हैं, ਕਿਉਂਕਿ ਉੱਥੇ ਲੋਕ ਸਾਰੇ ਆਪਣੇ ਆਪਣੇ ਰਸਤਿਆਂ ਤੇ ਚੱਲਦੇ ਨੇ। छोटे बच्चे अपने रास्ते पर, बड़े बच्चे अपने रास्ते पर। ਛੋਟੇ ਬੱਚੇ ਆਪਣੇ ਰਸਤਿਆਂ ਤੇ, ਵੱਡੇ ਬੱਚੇ ਆਪਣੇ ਰਸਤਿਆਂ ਤੇ। जिस घर में खुदा का डर नहीं होगा, ਤੇ ਜਿਸ ਘਰ ਵਿੱਚ ਖੁਦਾ ਦਾ ਡਰ ਨਹੀਂ ਹੋਏਗਾ, बड़ों का डर नहीं होगा, ਵੱਡਿਆਂ ਦਾ ਡਰ ਨਹੀਂ ਹੋਏਗਾ, उस घर में समझो परमेश्वर का डर नहीं, ਤੇ ਉਸ ਘਰ ਵਿੱਚ ਸਮਝੋ ਪਰਮੇਸ਼ਰ ਦਾ ਡਰ ਨਹੀਂ। वहाँ पर से परमेश्वर का हाथ उठ जाता ਤੇ है, ਉਸ ਜਗ੍ਹਾ ਤੋਂ ਪਰਮੇਸ਼ਰ ਦਾ ਹੱਥ ਚੱਕਿਆ ਜਾਂਦਾ परमेश्वर ਹੈ। की बरकतें नहीं आएंगी। ਪਰਮੇਸ਼ਰ ਦੀ ਬਰਕਤਾਂ ਨਹੀਂ अगर ਆਣਗੀਆਂ। आप खुदा की बरकतें चाहते हो, ਸੋ ਜੇ ਤੁਸੀਂ ਪਰਮੇਸ਼ਰ ਦੀ ਬਰਕਤਾਂ ਚਾਹੁੰਦੇ ਹੋ, की ठहराई हुई प्रबंध की अधीन ना करो। ਪਰਮੇਸ਼ਰ ਦੇ ਠਹਿਰਾਏ ਹੋਏ ਪ੍ਰਬੰਧ ਦੇ ਅੰਡਰ ਵਿੱਚ ਰਿਹਾ। बच्चे अपने माँ बाप के अधीन होकर नहीं चलते, ਜਿਹੜੇ ਬੱਚੇ ਆਪਣੇ ਮਾਪੇ ਦੇ ਅਧੀਨ ਹੋ ਕੇ ਨਹੀਂ ਚੱਲਦੇ, आज्ञा में नहीं चलते, ਉਹਨਾਂ ਦੀ ਆਗਿਆ ਵਿੱਚ ਨਹੀਂ ਚੱਲਦੇ, बच्चे बिगड़ जाते हैं, ਉਹ ਬੱਚੇ ਵਿਗੜ ਜਾਂਦੇ, संगति में पड़ जाते हैं, ਗਲਤ ਸੰਗਤੀ ਵਿੱਚ ਪੈ ਜਾਂਦੇ, बच्चे से शादियां करवाते हैं, ਮਨਮਰਜ਼ੀ ਦੇ ਨਾਲ ਵਿਆਹ ਕਰਵਾਉਂਦੇ ਨੇ, बच्चे से खाते पीते पहनते घूमते फिरते हैं, ਮਨਮਰਜ਼ੀ ਦੇ ਨਾਲ ਖਾਂਦੇ ਪੀਂਦੇ ਪਹਿਨਦੇ ਘੁੰਮਦੇ ਫਿਰਦੇ ਨੇ। क्योंकि उनमें बड़ों का कोई डर तो होता नहीं। ਕਿਉਂਕਿ ਉਹਨਾਂ ਦੇ ਅੰਦਰ ਵੱਡਿਆਂ ਦਾ ਕੋਈ ਡਰ ਨਹੀਂ ਹੁੰਦਾ। एक दिन ऐसे बच्चे बर्बाद हो जाते ਤੇ हैं। ਇੱਕ ਦਿਨ ਦੇਖਿਆ ਜਾਂਦਾ ਹੈ ਕਿ ਏਦਾਂ ਹੀ ਬੱਚੇ ਜਿਹੜੇ ਬਰਬਾਦ ਹੋ ਜਾਂਦੇ ਨੇ। ये बच्चों का नाश क्यों हुआ? ਬਾਈਬਲ 'ਚ ਲਿਖਿਆ कि ਏਲੀ ਦੇ ਬੱਚਿਆਂ ਦਾ ਨਾਸ਼ ਕਿਉਂ ਹੋਇਆ? इनकी बात के बात है, ਕਿਉਂਕਿ ਉਹ ਆਪਣੇ ਬਾਪ ਦੀ ਆਗਿਆ ਨਹੀਂ ਮੰਨਦੇ। चरित्र खराब होता है। ਉਹਨਾਂ ਦਾ ਕਰੈਕਟਰ ਖਰਾਬ ਹੁੰਦਾ ਸੀ। उनका पिता ईश्वर को समझाता तो था, ਉਹਨਾਂ ਦਾ ਪਿਤਾ ਏਲੀ ਉਹਨਾਂ ਨੂੰ ਸਮਝਾਉਂਦਾ ਤਾਂ ਸੀ, ਪਰ ਉਹ ਮੰਨਦੇ ਨਹੀਂ। ईश्वर ने उनके बच्चों का नाश कर दिया। ਪਰਮੇਸ਼ਰ ਨੇ ਇੱਕ ਦਿਨ ਉਹਦੇ ਬੱਚਿਆਂ ਦਾ ਨਾਸ਼ ਕਰ ਦਿੱਤਾ। जो बच्चे अपने माँ बाप के अधीन होकर नहीं चलते, ਤੇ ਜਿਹੜੇ ਬੱਚੇ ਆਪਣੇ ਮਾਪੇ ਦੇ ਅਧੀਨ ਹੋ ਕੇ ਨਹੀਂ ਚੱਲਦੇ, ये बातें कुछ के अधीन है। ਇਹ ਪੱਕੀ ਗੱਲ ਹੈ ਕਿ ਉਹ ਸ਼ੈਤਾਨ ਦੀ ਅਧੀਨ। कोई व्यक्ति अगर माँ बाप के परमेश्वर के अधीन नहीं होगा, ਕੋਈ ਇਨਸਾਨ, ਕੋਈ ਵੱਡਾ ਕੋਈ ਛੋਟਾ ਜਿਹੜਾ ਆਪਣੇ ਪਰਮੇਸ਼ਰ ਦੇ ਆਪਣੇ ਮਾਪੇ ਦੇ ਅਧੀਨ ਨਹੀਂ ਹੋਵੇਗਾ, समझो शैतान के अधीन ਸਮਝ है। ਲਓ ਸ਼ੈਤਾਨ ਦੇ ਅਧੀਨ ਹੈ। दफ्तरों में संस्थाओं में अधीन के नहीं होती, ਜਿਨ੍ਹਾਂ ਦਫ਼ਤਰਾਂ ਦੇ ਵਿੱਚ, ਜਿਨ੍ਹਾਂ ਸੰਸਥਾਵਾਂ ਦੇ ਵਿੱਚ ਅਧੀਨਗੀ ਨਹੀਂ ਹੁੰਦੀ, वो संस्थाएं कभी तरक्की नहीं करती, ਉਹ ਸੰਸਥਾਵਾਂ ਕਦੇ ਵੀ ਤਰੱਕੀ ਨਹੀਂ ਕਰਦੀਆਂ। भ्रष्टाचार बढ़ जाता ਉੱਥੇ है, ਭ੍ਰਸ਼ਟਾਚਾਰ ਜਿਹੜਾ ਫੈਲ ਜਾਂਦਾ ਹੈ, पाप बढ़ जाता है, ਉੱਥੇ ਪਾਪ ਵੱਧ ਜਾਂਦਾ ਹੈ, पापों का वहाँ पर श्राप ਤੇ होगा, ਜਿੱਥੇ ਪਾਪ होਣਗੇ ਉੱਥੇ ਸ਼ਰਾਪ ਵੀ ਹੋਣਗੇ। घाटा आएगा, वहाँ पर तरक्की रुक जाती है। ਉੱਥੇ ਘਾਟੇ ਆਏਗਾ ਤੇ ਉੱਥੇ ਜਿਹੜੀ ਹੈ ਦਿੱਕਤਾਂ ਵੱਧ ਜਾਣਗੀਆਂ, ਪ੍ਰਮੋਸ਼ਨ ਨਹੀਂ ਹੋਵੇਗੀ। देश में भ्रष्टाचार जब बढ़ गया, वहाँ पर घाटा आ जाता है, गरीबी आ जाती है, ਜਿਸ ਦੇਸ਼ ਵਿੱਚ ਜਿਹੜੇ ਕਿ ਭ੍ਰਸ਼ਟਾਚਾਰ ਵੱਧ ਜਾਂਦਾ ਉੱਥੇ ਗਰੀਬੀ ਆ ਜਾਂਦੀ, ਕੰਗਾਲੀ ਆ ਜਾਂਦੀ। रिश्वतखोरी बढ़ जाती है, समझो वहाँ पर कोई किसी से डरता नहीं, ਜਿੱਥੇ ਰਿਸ਼ਵਤਖੋਰੀ ਵੱਧ ਜਾਂਦੀ ਉੱਥੇ ਸਮਝ ਲਓ ਕੋਈ ਕਿਸੇ ਤੋਂ ਡਰਦਾ ਨਹੀਂ, कोई किसी के अधीन नहीं रहता, ਕੋਈ ਕਿਸੇ ਦੇ ਅਧੀਨ ਨਹੀਂ सब ਰਹਿੰਦਾ। सब रिश्वत लेते हैं, सब सब अपने रास्तों पर चलते हैं, ਸਾਰੇ ਸਾਰੇ ਰਿਸ਼ਵਤ ਲੈਂਦੇ, ਸਾਰੇ ਸਾਰੇ ਆਪਣੇ ਹੀ ਰਸਤਿਆਂ ਤੇ ਚੱਲਦੇ ਨੇ। दूसरे की अधीनगी पर खड़ी है। ਅੱਜ ਸਾਰੀ ਦੁਨੀਆ ਜਿਹੜੀ ਹੈ ਇੱਕ ਦੂਜੇ ਦੀ ਅਧੀਨਗੀ ਵਿੱਚ ਖੜੀ ਹੈ। जिस दुनिया से अधीनगी खत्म हो गई,
जिस समय जिस घड़ी इस दुनिया तो अधीनगी खत्म हो गई, आप लोगों की आज्ञा का पालन खत्म हो गया, यानी कि अपने तो वड्डे दी आज्ञा का पालन खत्म हो गया, उस दिन इस दुनिया की बर्बादी शुरू हो जाए। तो उस घड़ी तो दुनिया की बर्बादी शुरू हो जाए। इस दुनिया में भी कितने लोग ऐसे हैं फिर भी इस संसार दे विच किन्ने लोग ऐदा दे ने जो कि अभी भी एक दूसरे के अधीन रहते हैं। ਜਿਹੜੇ ਹਾਲੇ भी एक दूजे के अधीनगी विच रहते। देखिए, जिस भी किसी भी जगह पर जाओ, याद रखो, जिस भी किसी जगह ते जाओ, अपनी रिश्तेदारी में जाओ, चाहे अपने रिश्तेदारी में जाओ, उनके कानूनों का पालन करो। उन्हां दे कानून का पालन वो करो। किस समय खाते हैं, पीते हैं, सोते हैं, उनके साथ चलो। और जिस समय खाते हैं, पींदे हैं, सोंदे हैं, उन्हां दे नाल चलो। वो जिस समय खाते पीते हैं, उसी में खाओ। जिस समय वो खाते पींदे हैं, उन्हां दे नाल खाओ। कुछ अधीन हो जाओ, तो वहाँ रहो। यानी कि जब तक तुसी अपने रिश्तेदारी विच रहो, उन्हां दे अधीन हो जाओ। ऐसे नहीं कि आप खाते हैं, दोपहर का खाना एक बजे खाते हैं, वो खाते हैं 3 बजे। मान लो तुसी दोपहर का खाना अपने घर विच खांदे हो 1 वजे, मान लो जिथे जगह तुसी गए हो रिश्तेदारी चो खांदे ने 3 वजे। लोगों को कहते हैं, मुझे 1 बजे खाता हूँ, मुझे 1 बजे खाना चाहिए। तुसी कहो नहीं, मैं तो 1 वजे अपने घर च खाना, मैनू भी 1 वजे इत्थे खाना चाहिदा है। ये गलत बात है, आप उनके अधीन नहीं हो। ਤਾਂ ਇਹ ਗਲਤ ਗੱਲ ਹੈ, ਤੁਸੀਂ ਉਹਨਾਂ ਦੀ ਅਧੀਨਗੀ ਵਿੱਚ ਨਹੀਂ ਹੋ। आप किसी रिश्तेदारी में जाओ, ਚਾਹੇ ਤੁਸੀਂ ਕਿਸੇ ਰਿਸ਼ਤੇਦਾਰੀ ਜਾਓ, किसी दफ्तर में जाओ, ਚਾਹੇ ਕਿਸੇ ਦਫ਼ਤਰ ਵਿੱਚ ਜਾਓ, दूसरे शहर में, दूसरे राज्य में जाओ, ਕਿਸੇ ਦੂਸਰੇ ਸ਼ਹਿਰ, ਕਿਸੇ ਦੂਸਰੇ ਰਾਜ ਦੇ ਵਿੱਚ किसी ਜਾਓ, दूसरे देश में जाओ, ਜਾਂ ਕਿਸੇ ਦੂਸਰੇ ਦੇਸ਼ ਵਿੱਚ ਜਾਓ, उनके सिस्टम को फॉलो करो, ਉੱਥੋਂ ਦੇ ਸਿਸਟਮਸ ਨੂੰ ਫੋਲੋ ਕਰੋ, उनके अधीन हो जाओ, ਉਹਨਾਂ ਦੇ ਅਧੀਨ ਹੋ ਜਾਓ, उनके हेड्स के अधीन हो जाओ, ਉੱਥੋਂ ਦੇ ਹੈਡਸ ਜਿਹੜੇ ਨੇ ਉਹਨਾਂ ਦੇ ਅਧੀਨ ਹੋ ਜਾਓ, उनके ऑफिसर के अधीन हो जाओ। ਉਹਨਾਂ ਦੇ ਆਫੀਸਰ ਦੇ ਅਧੀਨ ਹੋ ਜਾਓ। सिर्फ जो तुम्हें सच ऊपर तक अपने बड़ों के अधीन रहना चाहिए। ਸੱਚ ਪੁੱਛੋ ਤਾਂ ਸਾਨੂੰ ਸਾਰੀ ਉਮਰ ਤੱਕ ਆਪਣੇ ਵੱਡਿਆਂ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ ਹੈ। ये किसी परमेश्वर खुश होता है। ਬਾਈਬਲ 'ਚ ਲਿਖਿਆ ਹੈ ਪਰਮੇਸ਼ਰ ਇਸ ਦੇ ਨਾਲ ਖੁਸ਼ ਹੁੰਦਾ ਹੈ। आज काफी लोग ऐसे हैं जिनके अधीन रहना चाहिए, उनके अधीन दूर रहते हैं। ਅੱਜ ਕਿੰਨੇ ਲੋਕ ਐਦਾਂ ਹੈ ਜਿਨ੍ਹਾਂ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ, ਉਹਨਾਂ ਦੀ ਅਧੀਨਗੀ ਵਿੱਚ ਨਹੀਂ ਰਹਿੰਦੇ, जिसके अधीन नहीं रहना चाहिए, उसके अधीन रहते हैं। ਤੇ ਜਿਨ੍ਹਾਂ ਦੀ ਅਧੀਨਗੀ ਵਿੱਚ ਨਹੀਂ ਰਹਿਣਾ ਚਾਹੀਦਾ, ਉਹਨਾਂ ਦੀ ਅਧੀਨਗੀ ਵਿੱਚ ਰਹਿੰਦੇ। जैसे कई लोग नशे के अधीन रहते हैं, ਕਈ ਲੋਕ ਜਿਵੇਂ ਨਸ਼ੇ ਕਰਨ ਦੇ ਅਧੀਨਗੀ ਵਿੱਚ नशे ਰਹਿੰਦੇ, के बिना जिंदगी जी नहीं पाते। ਨਸ਼ੇ ਤੋਂ ਬਿਨਾਂ ਉਹ ਜੀ ਨਹੀਂ और ਪਾਉਂਦੇ। नशे के अधीन नहीं रहना चाहिए, उसके अधीन रहते हैं। ਨਸ਼ੇ ਦੇ ਅਧੀਨ ਨਹੀਂ ਰਹਿਣਾ ਚਾਹੀਦਾ, ਫਿਰ ਵੀ ਉਸ ਦੇ ਅਧੀਨਗੀ ਵਿੱਚ ਰਹਿੰਦੇ। प्रेम के अधीन रहते हैं, ਕਈ ਲੋਕ ਪਾਪ ਕਰਨ ਦੇ ਵਿੱਚ नशे के अधीन रहते हैं। ਰਿਸ਼ਵਤ ਦੀ ਅਧੀਨਗੀ ਵਿੱਚ ਰਹਿੰਦੇ। जिंदगी में गुजारा नहीं होता, ਰਿਸ਼ਵਤ ਲਏ ਬਿਨਾਂ ਉਹਨਾਂ ਦੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ। अधीन नहीं होना चाहिए, उसके अधीन रहते हैं। ਜਿੰਦੇ ਅਧੀਨ ਨਹੀਂ ਹੋਣਾ ਚਾਹੀਦਾ, ਉਹਦੇ ਅਧੀਨ ਹੁੰਦੇ। कई लोग अपने शरीर के अधीन रहते हैं। ਕਈ ਲੋਕ ਆਪਣੇ ਸਰੀਰ ਦੇ ਅਧੀਨ ਹੁੰਦੇ। शरीर ने जो कहा बस वो करना। ਸਰੀਰ ਨੇ ਉਹਨਾਂ ਨੂੰ ਜੋ ਕੁਝ ਕਿਹਾ ਬਸ ਉਹੀ ਕੁਝ ਕਰਨਾ। रोजा नहीं रखना तो नहीं रखना। ਸਰੀਰ ਨੇ ਕਿਹਾ ਕਿ ਅੱਜ ਰੋਜ਼ਾ ਨਹੀਂ ਰੱਖਣਾ ਤੇ ਉਹਨਾਂ ਨੇ ਨਹੀਂ ਰੱਖਣਾ। शरीर के अधीन हो जाते हैं। ਸਰੀਰ ਦੇ ਅਧੀਨ ਹੋ ਜਾਂਦੇ जिसके कोई को अधीन होना चाहिए, उसके अधीन होते ਤੇ नहीं। ਜਿੰਦੇ ਅਧੀਨ होना ਚਾਹੀਦਾ ਉਹਦੇ ਅਧੀन नहीं ਹੁੰਦੇ। कई लोग ऐसे होते हैं जब वो कुछ सीख जाते हैं, एटीट्यूड की तरह चमत्कार होने लग गए। ਮੰਨ ਲਓ ਕਈ ਲੋਕ ਏਦਾਂ ਦੇ ਹੁੰਦੇ ਜਿਹੜੇ ਸਿੱਖ ਜਾਂਦੇ ਨੇ, ਉਹਨਾਂ ਦੁਆਰਾ ਚਮਤਕਾਰ ਹੋਣੇ ਸ਼ੁਰੂ ਹੋ ਜਾਂਦੇ। बस कुछ बचन का ज्ञान हो गया, ਉਹਨਾਂ ਦੇ ਕੋਲ ਕੁਝ ਬਚਨ ਦਾ ਗਿਆਨ ਹੋ ਗਿਆ, बस अच्छी ड्यूटी आ ਉਹਨਾਂ गई, ਦੇ ਕੋਲ ਚੰਗੀ ਡਿਊਟੀ ਆ ਗਈ, उनका ਚੰਗਾ ਵਪਾਰ ਸ਼ੁਰੂ ਹੋ ਗਿਆ। लोग सीनियर के अधीन नहीं रहना पसंद ਉਹ करते। ਫਿਰ ਆਪਣੇ ਵੱਡਿਆਂ ਦੇ, ਆਪਣੇ ਸੀਨੀਅਰ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ। कुछ शब्द लोग ऐसे दुनिया में देखे हैं, ਕਿੰਨੀ ਕਲੀਸਿਆਵਾਂ ਦੇ ਵਿੱਚ ਏਦਾਂ ਦੇ ਲੋਕ ਦੇਖੇ ਨੇ, उनके बच्चे ट्रेनिंग करके आते हैं, ਜਦੋਂ ਉਹਨਾਂ ਦੇ ਬੱਚੇ ਬਾਈਬਲ ਟ੍ਰੇਨਿੰग ਕਰਕੇ ਆਉਂਦੇ ਨੇ, पैसों की जिंदगी छोड़ देते हैं। ਉਹ ਆਪਣੇ ਪਾਸਟਰ ਦੀ ਅਧੀਨਗੀ ਨੂੰ ਛੱਡ ਦਿੰਦੇ ਨੇ। उनको जिनके जरिए आशीष मिली, जिनके जरिए ट्रेनिंग मिली, जिस अनुशासन को ये शिक्षा मिली, उनको अधीन की कभी नहीं छोड़ना चाहिए। ਸੋ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਜਿਸ ਜਰੀਏ ਅਸੀਂ ਉੱਠੇ ਹਾਂ, ਜਿਸ ਜਰੀਏ ਜਿਹਨੂੰ ਜਿੱਥੇ ਸਾਨੂੰ ਸਿਖਾਇਆ ਗਿਆ, ਉਸ ਦੀ ਸਾਨੂੰ ਹਮੇਸ਼ਾ ਤੱਕ ਅਧੀਨਗੀ ਕਰਨੀ ਚਾਹੀਦੀ ਹੈ। वो क्या कहते हैं, वो कहते हैं तो सब कुछ सीखे, अपने पैसों के अधीन रहने की क्या जरूरत है? ਉਹ ਕਹਿੰਦੇ ਨੇ ਹੁਣ ਤਾਂ ਅਸੀਂ सारा कुछ सीख गए, ਸਾਨੂੰ पास्टर ਦੀ ਅਧੀਨਗੀ ਕਰਨ ਦੀ ਕੀ ਜ਼ਰੂਰਤ वो ਹੈ। बिना आजादी का जीवन जीना ਉਹ पसंद करते हैं। ਫਿਰ ਆਜ਼ਾਦੀ ਦਾ ਜੀਵਨ ਜੀਣਾ ਪਸੰਦ ਕਰਦੇ ਨੇ। सारे विश्वासी, सारे सेवक अपने पासवानों के अधीन की में रहते ਪਰ हैं। ਇਸੇ ਪ੍ਰੇ ਟਾਵਰ ਸਾਰੇ ਸੇਵਾਦਾਰ, ਸਾਰੇ ਵਿਸ਼ਵਾਸੀ ਆਪਣੇ ਪਾਸਵਾਨ ਦੀ ਅਧੀਨਗੀ ਵਿੱਚ ਰਹਿੰਦੇ ਨੇ। पासवान की कोशिश करते हैं, मेरा ड्यूटी का स्टाफ की ड्यूटी करता है, वो भी अपने पासवानों के अधीन की में रहने की कोशिश करते हैं। ਜਿਹੜੇ ਡੇਲੀ ਦਾ ਸਟਾਫ ਇੱਥੇ ਡਿਊਟੀ ਕਰਦਾ, ਉਹ ਵੀ ਕੋਸ਼ਿਸ਼ ਕਰਦੇ ਆਪਣੇ ਪਾਸਵਾਨ ਦੀ ਅਧੀਨਗੀ ਵਿੱਚ ਰਹਿੰਦੇ ਨੇ, क्योंकि हम खुद अनुशासन में रहना पसंद करते हैं। ਕਿਉਂਕਿ ਅਸੀਂ ਖੁਦ ਅਨੁਸ਼ਾਸਨ ਵਿੱਚ ਰਹਿਣਾ ਪਸੰਦ ਕਰਦੇ इसलिए ਹਾਂ। परमेश्वर की आशीष हम पर बनी रहती ਸੋ है। ਇਸ ਲਈ ਪਰਮੇਸ਼ਰ ਦੀ ਬਰਕਤ ਇੱਥੇ ਬਣੀ ਰਹਿੰਦੀ ਹੈ। जिस भी संस्था के कर्मचारी अपने हेड के अधीन नहीं रहते, ਸੋ ਜਿਸ ਵੀ ਸੰਸਥਾ ਦੇ ਕਰਮਚਾਰੀ ਆਪਣੇ ਹੈਡ ਦੀ ਅਧੀਨਗੀ ਵਿੱਚ ਨਹੀਂ उस ਰਹਿੰਦੇ, संस्था में बरकत नहीं होगी। ਉਸ ਸੰਸਥਾ ਵਿੱਚ ਬਰਕਤ ਨਹੀਂ ਹੋਣੀ। जो कलीसिया के विश्वासी अपने पासवान की आज्ञा में नहीं रहते, ਤੇ ਜਿਹੜੀ ਕਲੀਸਿया ਦੇ ਲੋਕ, ਵਿਸ਼ਵਾਸੀ ਲੋਕ ਆਪਣੇ ਪਾਸਵਾਨ ਦੀ ਅਧੀਨਗੀ ਵਿੱਚ ਨਹੀਂ ਰਹਿੰਦੇ, परमेश्वर उस संगत को, उस कलीसिया को कभी आशीषित नहीं करता। ਪਰਮੇਸ਼ਰ ਉਸ ਕਲੀਸਿया ਨੂੰ, ਉਸ ਸੰਗਤ ਨੂੰ, ਉਸ ਲੋਕਾਂ, ਵਿਸ਼ਵਾਸੀਆਂ ਨੂੰ ਕਦੇ ਵੀ ਬਰਕਤ ਨਹੀਂ ਦਿੰਦਾ। परमेश्वर सिस्टम का परमेश्वर आगुल चाहते सब लोग सिस्टम में रहे। ਪਰਮੇਸ਼ਰ ਸਾਡਾ ਸਿਸਟਮ ਦਾ ਪਰਮੇਸ਼ਰ, ਉਹ ਚਾਹੁੰਦਾ ਹੈ ਕਿ ਸਾਰੇ ਲੋਕ, ਉਹਦੇ ਜਿਹੜੇ ਲੋਕ ਹੈ ਬਣਾਏ ਗਏ, ਉਹ ਸਾਰੇ ਸਿਸਟਮ ਵਿੱਚ ਰਹਿਣ। सरकारी अधिकारी के अधीन रहना ਸੋ चाहिए। ਸਾਨੂੰ ਸਰਕਾਰੀ ਅਧਿਕਾਰੀ ਦੇ ਅਧੀਨਗੀ ਵਿੱਚ ਰਹਿਣਾ ਚਾਹੀਦਾ ਹੈ, जिनके अधीन रहना चाहिए, उनके अधीन जोर रहा ਤੇ करें। ਜਿਨ੍ਹਾਂ ਦੇ ਅਧੀਨ ਰਹਿਣਾ ਚਾਹੀਦਾ, ਉਹਨਾਂ ਦੇ ਅਧੀਨ ਜ਼ਰੂਰ ਰਹੋ। हमें अपने आस पड़ोस कुछ बोलना,
ਗਲੀ ਮੁਹੱਲਾ ਜਿਨ੍ਹਾਂ ਦੇ ਅਧੀਨਗੀ ਵਿੱਚ ਰਹਿਣਾ ਚਾਹੀਦਾ ਉਹਨਾਂ ਦੇ ਅਧੀਨਗੀ ਵਿੱਚ ਜ਼ਰੂਰ ਰਹਿਣਾ ਚਾਹੀਦਾ ਹੈ। ਆਪਣੇ ਵੱਡੇ ਭਾਈ ਭੈਣਾਂ ਦੇ ਅਧੀਨਗੀ ਵਿੱਚ ਜੇਕਰ ਰਹਿਣਾ ਚਾਹੀਦਾ ਉਹਨਾਂ ਦੀ ਅਧੀਨਗੀ ਵਿੱਚ ਬਣੇ ਰਹਿਣਾ ਚਾਹੀਦਾ। ਪਤਨੀ ਨੂੰ ਪਤੀ ਦੇ ਅਧੀਨ ਵਿੱਚ ਰਹਿਣਾ ਚਾਹੀਦਾ। ਆਪਣੇ ਬੌਸ ਦੇ ਅਧੀਨਗੀ ਵਿੱਚ ਰਹੋ ਜਿੱਥੇ ਤੁਸੀਂ ਡਿਊਟੀ ਕਰਦੇ ਹੋ, ਯਾਨੀ ਕਿ ਆਪਣੇ ਹੈਡ ਦੇ, ਆਪਣੇ ਬੌਸ ਦੇ, ਆਪਣੇ ਡਾਇਰੈਕਟਰ ਦੇ ਅਧੀਨਗੀ ਵਿੱਚ ਰਹੋ ਜਿੱਥੇ ਤੁਸੀਂ ਸਰਵਿਸ ਕਰਦੇ ਹੋ। ਅਧੀਨਗੀ ਕਰਨ ਦੇ ਨਾਲ ਪਰਮੇਸ਼ਰ ਦੇ ਲੋਕਾਂ ਤੁਹਾਡੀ ਇੱਜ਼ਤ ਨਹੀਂ ਘਟੇਗੀ ਬਲਕਿ ਤੁਹਾਡੀ ਇੱਜ਼ਤ ਵਧੇਗੀ। ਲੋਕ ਤੁਹਾਨੂੰ ਸਮਝਦਾਰ ਕਹਿੰਦੇ। ਜੇਕਰ ਅਸੀਂ ਘੱਟ ਬੋਲਾਂਗੇ, ਫਾਲਤੂ ਨਹੀਂ ਬੋਲਾਂਗੇ, ਉਲਟ ਕੇ ਜਵਾਬ ਨਹੀਂ ਦੇਵਾਂਗੇ ਤੇ ਇਹਦੇ ਨਾਲ ਤੁਹਾਡੀ ਇੱਜ਼ਤ ਵਧੇਗੀ। ਲੋਕ ਕਹਿਣਗੇ ਤਾਂ ਬੜਾ ਸਮਝਦਾਰ ਇਨਸਾਨ, ਇਹ ਤਾਂ ਆਪਣੇ ਸੀਨੀਅਰ ਦਾ, ਆਪਣੇ ਬੌਸ ਦਾ, ਆਪਣੇ ਪਾਸਵਾਨ ਦਾ ਬੜਾ ਆਗਿਆਕਾਰੀ ਹੈ, ਉਹਨਾਂ ਦੀ ਅਧੀਨਗੀ ਵਿੱਚ ਰਹਿੰਦਾ। ਇਹ ਤਾਂ ਕਦੇ ਉਹਨਾਂ ਤੋਂ ਬਿਨਾਂ ਪੁੱਛੇ, ਉਹਨਾਂ ਦੀ ਬਿਨਾਂ ਆਗਿਆ ਲਿੱਤੇ ਕੋਈ ਕੰਮ ਨਹੀਂ ਕਰਦਾ। ਯਾਨੀ ਕਿ ਜਿਨ੍ਹਾਂ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ ਉਹਨਾਂ ਦੀ ਅਧੀਨਗੀ ਵਿੱਚ ਰਿਹਾ ਕਰੋ। ਬਾਈਬਲ ਕਹਿੰਦੀ ਕਿ ਪਤਨੀ ਨੂੰ ਆਪਣੇ ਪਤੀ ਦੇ ਅਧੀਨਗੀ ਵਿੱਚ ਰਹਿਣਾ ਚਾਹੀਦਾ, ਪਰ ਸਿਰਫ ਉਹਨੂੰ ਆਪਣੇ ਪਤੀ ਦੇ ਅਧੀਨ ਰਹਿਣਾ ਚਾਹੀਦਾ, ਸਾਰੇ ਪੁਰਸ਼ਾਂ ਦੇ ਅਧੀਨ ਨਹੀਂ। ਹਾਂ, ਪਤਨੀ ਨੂੰ ਆਪਣੇ ਪਤੀ ਦੇ ਅਧੀਨਗੀ ਵਿੱਚ ਜ਼ਰੂਰ ਰਹਿਣਾ ਚਾਹੀਦਾ। ਬਾਕੀ ਸਾਰੇ ਪੁਰਸ਼ਾਂ ਦਾ ਆਦਰ ਕਰੇ, ਉਹਨਾਂ ਦਾ ਰਿਸਪੈਕਟ ਕਰਨ, ਜਿਹੜੇ ਉਹਨਾਂ ਦੇ ਘਰ ਵਿੱਚ ਆ ਜਾਂਦੇ। ਸੋ ਅਸੀਂ ਅੱਜ ਤੋਂ ਵਚਨ ਤੋਂ ਸਿੱਖਿਆ ਕਿ ਪ੍ਰਭੂ ਦੇ ਵਿੱਚ, ਪ੍ਰਭੂ ਦਾ ਡਰ ਮੰਨਦੇ ਹੋਏ ਸਾਰੇ ਅਧਿਕਾਰੀਆਂ ਦੇ ਅਧੀਨ ਵਿੱਚ ਰਹੋ, ਇੱਕ ਦੂਸਰੇ ਦੇ ਅਧੀਨ ਰਹੋ। ਛੋਟੇ ਬੱਚਿਆਂ ਨੂੰ ਆਪਣੇ ਵੱਡੇ ਭਾਈ ਭੈਣ, ਆਪਣੇ ਮਾਂ-ਬਾਪ ਦੇ ਆਗਿਆਕਾਰੀ ਤੇ ਸਾਰੇ ਬੱਚਿਆਂ ਨੂੰ ਆਪਣੇ ਮਾਂ-ਬਾਪ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ। ਜਿੱਥੇ ਡਿਊਟੀ ਕਰਦੇ ਨੇ ਆਪਣੇ ਹੈਡ ਦੀ ਅਧੀਨਗੀ ਵਿੱਚ ਰਹੋ। ਸੇਵਾਦਾਰਾਂ ਨੂੰ, ਕਲੀਸਿਆ ਨੂੰ ਆਪਣੇ ਪਾਸਵਾਨ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ। ਦੇਖੋ ਪਰਮੇਸ਼ਰ ਦੀ ਇਸ ਦੇ ਨਾਲ ਕਿੰਨੀ ਬਰਕਤ ਹੈ। ਜਦੋਂ ਤੁਸੀਂ ਜ਼ਮੀਨ ਵਿੱਚ ਰਹਿੰਦੇ ਆਪਣੇ ਵੱਡਿਆਂ ਦੀ ਆਗਿਆ ਦਾ ਪਾਲਣ ਨਹੀਂ ਕਰਦੇ, ਆਪਣੇ ਵੱਡਿਆਂ ਦੇ ਅਧੀਨ ਵਿੱਚ ਨਹੀਂ ਰਹਿ ਸਕਦੇ, ਤੁਸੀਂ ਪਰਮੇਸ਼ਰ ਦੇ ਅਧੀਨ ਕਿੱਦਾਂ ਰਹੋਗੇ? ਪਰਮੇਸ਼ਰ ਨੇ ਇਸ ਧਰਤੀ ਤੇ ਜਿਨ੍ਹਾਂ ਨੂੰ ਰੱਖਿਆ ਹੈ, ਜੇਕਰ ਤੁਸੀਂ ਉਹਨਾਂ ਦੇ ਅਧੀਨ ਰਹਿਣਾ ਤਾਂ ਪਸੰਦ ਨਹੀਂ ਕਰਦੇ, ਤੁਸੀਂ ਕਹਿੰਦੇ ਮੈਂ ਤਾਂ ਪਰਮੇਸ਼ਰ ਦੇ ਅਧੀਨ। ਪਰਮੇਸ਼ਰ ਦੇ ਅਧੀਨ ਤੁਸੀਂ ਕਿੱਦਾਂ ਹੋ ਸਕਦੇ? ਪਰਮੇਸ਼ਰ ਨੇ ਸੰਸਾਰਿਕ ਤੌਰ ਤੇ ਵੀ ਤੁਹਾਡੇ ਉੱਤੇ ਕੋਈ ਵੱਡੇ ਠਹਿਰਾਏ ਨੇ। ਸਈਓ ਪਰਮੇਸ਼ਰ ਦਾ ਸੇਵਕ ਸੰਤ ਪੌਲੁਸ ਇਫਿਸੀਓ 5 ਅਧਿਆਇ ਜਿਵੇਂ 21 ਅਤੇ 23 ਪੜ੍ਹਿਆ ਸੀ, ਮਸੀਹ ਦੇ ਡਰ ਦੇ ਨਾਲ ਇੱਕ ਦੂਜੇ ਦੇ ਅਧੀਨ ਰਹੋ। ਜਿੰਨਾ ਤੁਸੀਂ ਅਧੀਨਗੀ ਦੇ ਵਿੱਚ ਦਿਨ ਗੁਜ਼ਾਰੋ, ਪਰਮੇਸ਼ਰ ਤੁਹਾਡੇ ਨਾਲ ਰਹੇਗਾ, ਪਰਮੇਸ਼ਰ ਤੁਹਾਡੇ ਤੋਂ ਖੁਸ਼ ਰਹੇਗਾ, ਪਰਮੇਸ਼ਰ ਤੁਹਾਨੂੰ ਤਰੱਕੀ ਦੇਵੇਗਾ। ਕਿਉਂਕਿ ਅਧੀਨ ਰਹਿਣ ਵਾਲਾ ਇਨਸਾਨ ਜਿਹੜਾ ਦੀਨ ਬਣ ਜਾਂਦਾ ਹੈ, ਨੰਬਰ ਬਣ ਜਾਂਦਾ ਹੈ ਤੇ ਪਰਮੇਸ਼ਰ ਉਹਨਾਂ ਤੋਂ ਖੁਸ਼ ਹੁੰਦਾ ਹੈ ਤੇ ਪਰਮੇਸ਼ਰ ਸਮਾਂ ਪੈ ਕੇ ਉਹਨਾਂ ਨੂੰ ਉੱਚਾ ਚੱਕਦਾ ਹੈ। ਜੇਕਰ ਏਲੀਸ਼ਾ ਜਿਹੜਾ ਏਲੀਆ ਦੇ ਅਧੀਨਗੀ ਚ ਨਾ ਰਹਿੰਦਾ, ਇੱਕ ਦਿਨ ਉਹਨੂੰ ਦੁਗਣਾ ਮਸਾ ਕਿੱਦਾਂ ਮਿਲਦਾ? ਜੇਕਰ ਰੂਥ ਆਪਣੀ ਸੱਸ ਦੇ ਅਧੀਨ ਨਾ ਰਹਿੰਦੀ, ਇੱਕ ਦਿਨ ਉਹਦਾ ਇਸ ਤਰੀਕੇ ਦਾ ਵਿਆਹ ਨਾ ਹੁੰਦਾ, ਉਹਦੇ ਘਰ ਬੱਚਾ ਨਾ ਹੁੰਦਾ, ਉਹਦਾ ਉਹਦਾ ਦਾਤਾ ਨਾ ਬੰਦਾ। ਸੋ ਅਧੀਨਗੀ ਦੇ ਨਾਲ ਤਰੱਕੀ ਸਾਰੇ ਸਾਡੀ ਆਪਣੀ ਅੱਖਾਂ ਨੂੰ ਬੰਦ ਕਰ। ਪ੍ਰਭੂ ਦਾ ਵਚਨ ਤੁਸੀਂ ਸੁਣਿਆ ਤੇ ਪ੍ਰਭੂ ਨੂੰ ਕਹਿ ਦਿਓ, ਜੇ ਤੁਸੀਂ ਕਿਤੇ ਗਲਤੀ ਕਰਦੇ ਹੋ, ਕਿਸੇ ਦੇ ਅਧੀਨਗੀ ਵਿੱਚ ਨਹੀਂ ਰਹਿੰਦੇ, ਬੱਚਿਓ ਜੇਕਰ ਤੁਸੀਂ ਆਪਣੇ ਮਾਂ-ਬਾਪ ਦੀ ਅਧੀਨਗੀ ਵਿੱਚ ਨਹੀਂ ਰਹਿੰਦੇ, ਜੇਕਰ ਤੁਹਾਡੇ ਮਾਂ-ਬਾਪ ਤੁਹਾਡੇ ਤੋਂ ਖੁਸ਼ ਨਹੀਂ ਹੈ, ਮਾਂ-ਬਾਪ ਦੀ ਆਗਿਆ ਦਾ ਪਾਲਣ ਨਹੀਂ ਕਰਦੇ, ਤੋਬਾ ਕਰ ਲਓ, ਪਛਤਾਪ ਕਰ ਲਓ, ਮਾਂ-ਬਾਪ ਤੋਂ ਮਾਫੀ ਮੰਗ ਲਓ, ਮਾਂ-ਬਾਪ ਦੇ ਅੱਗੇ ਪਛਤਾਪ ਕਰ ਲਓ। ਜਦੋਂ ਉਹਨਾਂ ਦਾ ਆਸ਼ੀਰਵਾਦ ਤੁਹਾਡੇ ਉੱਤੇ ਹੋ ਜਾਵੇਗਾ ਤਾਂ ਪਰਮੇਸ਼ਰ ਤੁਹਾਡੇ ਘਰਾਂ ਵਿੱਚ ਬੜੀ ਬਰਕਤ ਦੇਵੇਗਾ। ਜਿਸ ਜਗ੍ਹਾ ਵਿੱਚ ਡਿਊਟੀ ਕਰਦੇ ਹੋ ਆਪਣੇ ਸਵਾਮੀ ਦੀ ਅਧੀਨ ਵਿੱਚ, ਕਲੀਸਿਆ ਦੇ ਲੋਕ, ਵਿਸ਼ਵਾਸੀ ਲੋਕ ਆਪਣੇ ਪਾਸਬਾਨ ਦੀ ਅਧੀਨ ਜੋ ਸੇਵਾ ਕਰਦੇ ਆਪਣੇ ਪਾਸਬਾਨ, ਆਪਣੇ ਅਗਵੇ ਦੀ ਅਧੀਨਗੀ ਵਿੱਚ ਰਿਹਾ। ਕਈ ਲੋਕ
ਉਹ ਖੁਦ ਹੀ ਅਗਵੇ ਹੁੰਦੇ ਨੇ, ਉਹ ਕਹਿੰਦੇ ਸਾਡਾ ਸੀਨੀਅਰ ਕੋਈ ਵੀ ਨਹੀਂ। सभी का कोई ना कोई बड़ा सीनियर जरूर होता है। ਸੋ ਕਿਸੇ ਨਾ ਕਿਸੇ ਦਾ ਜ਼ਰੂਰ ਵੱਡਾ ਕੋਈ ਸੀਨੀਅਰ, ਕੋਈ ਉਹਨਾਂ ਦਾ ਵੱਡਾ ਜ਼ਰੂਰ ਹੁੰਦਾ ਹੈ। आपके जीवन में अधीनगी आ गई, ਜਦੋਂ ਤੁਹਾਡੇ ਜੀਵਨ 'ਚ ਅਧੀਨਗੀ ਆ ਗਈ, कि बरकत आ जाए, ਪਰਮੇਸ਼ਰ ਦੀ ਬਰਕਤ ਆ ਜਾਏ। प्रार्थना करें। ਆਓ ਅਸੀਂ ਪ੍ਰਾਰਥਨਾ ਕਰੀਏ। तेरे लोगों ने तेरे वचन को बड़ा ध्यान से सुना है। ਖੁਦਾਵੰਦ ਤੁਹਾਡੇ ਬੱਚਿਆਂ ਨੇ ਤੁਹਾਡੀ ਬਾਣੀ ਨੂੰ ਬੜੇ ਚੰਗੇ ਢੰਗ ਨਾਲ ਸੁਣਿਆ ਹੈ। तेरे लोग के वचन सुनते पहले करने वाले बन जा। ਹੁਣ ਤਾਂ ਪ੍ਰਭੂ ਜੀ ਤੁਹਾਡੇ ਬੱਚੇ ਇਸ ਵਚਨਾਂ ਨੂੰ ਸੁਣਨ ਵਾਲੇ ਨਹੀਂ ਬਲਕਿ ਉਸ ਤੇ ਚੱਲਣ ਵਾਲੇ ਬਣ ਜਾਣ, लोग जिनके अधीन जीवन के अधीन रहा करें। ਤਾਂ ਕਿ ਪ੍ਰਭੂ ਜੀ ਤੁਹਾਡੇ ਲੋਕ ਜਿਨ੍ਹਾਂ ਦੀ ਅਧੀਨਗੀ ਵਿੱਚ ਰਹਿਣਾ ਚਾਹੀਦਾ ਉਹਨਾਂ ਦੀ ਅਧੀਨਗੀ ਵਿੱਚ ਰਿਹਾ ਕਰਨ। जिनके अंदर बिठाकर जीवन बिताने, जिनके अंदर रहना सिखाओ उनको। ਹੋ ਜਿਨ੍ਹਾਂ ਦੇ ਅੰਡਰ ਵਿੱਚ ਰਹਿ ਕੇ ਉਹਨਾਂ ਨੂੰ ਜੀਵਨ ਜੀਣਾ ਚਾਹੀਦਾ ਉਹਨਾਂ ਦੇ ਅੰਡਰ ਵਿੱਚ ਰਹਿਣਾ ਸਿਖਾਓ। ये सभी एक समय सभी माँ बाप के अंदर में रहे। ਪ੍ਰਭੂ ਯੀਸ਼ੂ ਮਸੀਹ ਵੀ ਦੁਨਿਆਵੀ ਤੌਰ ਤੇ ਇੱਕ ਆਪਣੇ ਮਾਪੇ ਦੇ ਅੰਡਰ ਵਿੱਚ ਇੱਕ ਸਮੇਂ ਤੱਕ ਰਹੇ, सभी माँ बाप के अंडर में रहे। ਇੱਕ ਸਮੇਂ ਤੱਕ ਉਹ ਵੀ ਆਪਣੇ ਦੁਨਿਆਵੀ ਮਾਪੇ ਦੇ ਅੰਡਰ ਵਿੱਚ ਰਹੇ। मेरे पिता ने भेजा, मेरे पिता की मर्जी को पूरा करना मेरा फर्ज है। ਜੋ ਆਪਣੇ ਆਤਮੀ ਪਿਤਾ ਬਾਰੇ ਕਹਿੰਦੇ ਨੇ, ਮੈਂ ਆਪਣੇ ਆਤਮੀ ਪਿਤਾ ਨੇ ਮੈਨੂੰ ਭੇਜਿਆ, ਉਹਨਾਂ ਦੀ ਮਰਜ਼ੀ ਨੂੰ ਪੂਰਾ ਮੈਂ ਕਰਨਾ ਹੈ। सभी को बताओ, सिखाओ, सबसे बात करो ताकि तेरे सब लोग मेरा जीवन के अंदर में रहा करें। ਉਹ ਪ੍ਰਭੂ ਜੀ ਸਾਰਿਆਂ ਨੂੰ ਸਿਖਾਓ, ਸਾਰਿਆਂ ਨੂੰ ਦੱਸੋ ਤਾਂ ਕਿ ਜਿਨ੍ਹਾਂ ਦੇ ਅੰਡਰ ਵਿੱਚ ਇਹਨਾਂ ਨੂੰ ਰਹਿਣਾ ਚਾਹੀਦਾ ਉਹਨਾਂ ਦੇ ਅੰਡਰ ਵਿੱਚ ਰਹਿਣਾ ਉਹਨਾਂ ਨੂੰ ਸਿਖਾਓ, आशीर्वाद सबको मिलता रहे। ਤਾਂ ਕਿ ਆਪਣੇ ਤੋਂ ਵੱਡਿਆਂ ਦਾ ਆਸ਼ੀਰਵਾਦ ਇਹਨਾਂ ਸਭਨਾਂ ਨੂੰ ਮਿਲਦਾ ਰਹੇ। किसी आप खुश होते हैं, ਕਿਉਂਕਿ ਜਿਵੇਂ ਅਸੀਂ ਤੁਹਾਡੇ ਵਚਨ ਤੋਂ ਸਿੱਖਿਆ ਹੈ ਕਿ ਅਧੀਨਗੀ ਦੇ ਨਾਲ ਤੁਸੀਂ ਖੁਸ਼ ਹੁੰਦੇ ਹੋ, किसी आपकी बरकतें आती हैं, ਅਧੀਨਗੀ ਦੇ ਨਾਲ ਤੁਹਾਡੀਆਂ ਆਸ਼ੀਸ਼ਾਂ ਆਉਂਦੀਆਂ, किसी आपकी आशीषें आती हैं। ਅਧੀਨਗੀ ਦੇ ਨਾਲ ਤੁਹਾਡੀ ਬਰਕਤ ਆਉਂਦੀ ਹੈ। को कुछ उठाते हैं। ਅਧੀਨ ਰਹਿਣ ਵਾਲੇ ਇਨਸਾਨ ਨੂੰ ਤੁਸੀਂ ਉੱਚਾ ਚੱਕਦੇ ਹੋ। हो सकता है आपकी अधीनता तुझे परमेश्वर आपने उसकी अधीन उसको भी देश का प्रधानमंत्री बना दिया। ਜਿਵੇਂ ਯੂਸਫ ਆਪਣੇ ਮਾਪੇ ਦੀ ਅਧੀਨਗੀ ਦੇ ਵਿੱਚ ਉਹਨਾਂ ਦਾ ਆਗਿਆਕਾਰੀ ਸੀ, ਤੁਸੀਂ ਉਹਨਾਂ ਦੀ ਅਧੀਨਗੀ ਨੂੰ ਦੇਖ ਕੇ ਉਸ ਨੂੰ ਇੱਕ ਦਿਨ ਮਿਸਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ। ਐਸਤਰ ਵੀ ਆਪਣੇ ਚਾਚਾ ਮੋਰਦਕੇ ਦੀ ਅਧੀਨਗੀ ਵਿੱਚ ਰਹਿੰਦੀ ਸੀ, ਜਿਵੇਂ ਉਹ ਬਚਪਨ ਵਿੱਚ ਰਹਿੰਦੀ ਸੀ, ਜਦੋਂ ਉਹ ਵੱਡੀ ਵੀ ਹੋ ਗਈ ਤਾਂ ਵੀ ਉਹਦੀ ਅਧੀਨਗੀ ਵਿੱਚ ਰਹਿੰਦੀ ਸੀ। ਤੇ ਇੱਕ ਦਿਨ ਤੁਸੀਂ ਉਹਦੀ ਆਗਿਆਕਾਰੀ ਨੂੰ ਦੇਖ ਕੇ, ਅਧੀਨਗੀ ਨੂੰ ਦੇਖ ਕੇ ਰਾਜਾ ਅਕਸ਼ਰਜ ਦੀ ਪਤਨੀ ਉਸ ਨੂੰ ਰਾਣੀ ਉਸ ਨੂੰ ਬਣਾ ਦਿੱਤਾ। ਜਿੰਨੇ ਵੀ ਲੋਕ ਅੱਜ ਦੁਨਿਆਵੀ ਲੋਕਾਂ ਦੀ ਅਧੀਨਗੀ ਵਿੱਚ ਰਹਿੰਦੇ ਆ, ਤੁਸੀਂ ਉਹਨਾਂ ਦੀ ਅਧੀਨਗੀ ਨੂੰ ਦੇਖ ਕੇ, ਤੁਸੀਂ ਉਹਨਾਂ ਦੀ ਇਸ ਲਾਈਫ ਨੂੰ ਦੇਖ ਕੇ ਉਹਨਾਂ ਤੋਂ ਖੁਸ਼ ਹੁੰਦੇ ਹੋ, ਉਹਨਾਂ ਨੂੰ ਬਰਕਤ ਦਿੰਦੇ ਹੋ। ਉਹ ਪ੍ਰਭੂ ਜੀ ਪ੍ਰੇਟਾਵਾ ਦੀ ਸਾਰੀ ਕਲੀਸਿਆ ਨੂੰ ਬੜੀ ਬਰਕਤ ਦੇਣਾ। ਜਿੰਨੇ ਲੋਕ ਪ੍ਰੇਟਾਵਾ ਵਿੱਚ ਜਾ ਕੇ, ਜਿੰਨੇ ਲੋਕ ਆਪਣੇ ਘਰਾਂ ਵਿੱਚ ਇਸ ਵਰਸ਼ਿਪ ਨੂੰ ਆਨਲਾਈਨ ਸਰਵਿਸ ਨੂੰ ਅਟੈਂਡ ਕਰਦੇ ਆ, ਉਹਨਾਂ ਸਭ ਨੂੰ ਬੜੀ ਬਰਕਤ ਦੇਣਾ ਖੁਦਾਵੰਦ। ਉਹ ਪਿਤਾ ਪਰਮੇਸ਼ਰ, ਜਦੋਂ ਤੁਹਾਡੀ ਮਰਜ਼ੀ ਹੋਵੇ ਅਸੀਂ ਇਸ ਆਨਲਾਈਨ ਸਰਵਿਸ ਦੀ ਬਜਾਏ ਆਪਣੇ ਚਰਚ ਵਿੱਚ ਹੀ ਸਰਵਿਸ ਕਰਿਆ ਕਰੇ ਔਰ ਫਿਜ਼ੀਕਲੀ ਸਾਰੇ ਜਣੇ ਤੁਹਾਡੇ ਘਰਾਂ ਵਿੱਚ ਆ ਸਕਣ, ਤੁਹਾਡੇ ਭਵਨ ਵਿੱਚ ਆ ਕੇ ਬੰਦਗੀ ਅਟੈਂਡ ਕਰ ਸਕਣ, ਬੜੀ ਬਰਕਤ। ਸਾਰੀ ਪ੍ਰੇਟਾਵਾ ਦੀ, ਲੁਧਿਆਣੇ ਦੀ, ਪੰਜਾਬ ਦੀ, ਹਿੰਦੁਸਤਾਨ ਦੀ ਕਲੀਸਿਆ 'ਚ ਬੜੀ ਬਰਕਤ ਦਿਓ। ਸਾਰੀ ਜਗ੍ਹਾ ਦੇ ਸਾਰੇ ਵਿਸ਼ਵਾਸੀ ਲੋਕ ਆਪਣੇ ਪਾਸਵਾਨਾਂ ਦੀ ਅਧੀਨਗੀ ਵਿੱਚ ਰਹਿਣ ਤੇ ਜਿੱਥੇ ਜਿੱਥੇ ਵੀ ਰਹਿੰਦੇ ਆਪਣੇ ਬੌਸ ਦੇ, ਆਪਣੇ ਮਾਲਿਕ ਦੀ ਅਧੀਨਗੀ ਕਰਿਆ ਕਰਦੇ। ਪੂਰੇ ਹਿੰਦੁਸਤਾਨ ਨੂੰ ਬੜੀ ਬਰਕਤ ਦੇਗਾ। ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸਾਰੇ ਐਮਐਲਏ, ਸਾਰੇ ਐਮਪੀਸ ਨੂੰ, ਸਾਰੀ ਕੈਬਨਿਟ ਮੰਤਰੀਆਂ ਨੂੰ ਆਸ਼ੀਸ਼ ਦਿਓ ਪਿਤਾ। ਸਾਡੇ ਲੁਧਿਆਣਾ, ਸਾਡੇ ਪੰਜਾਬ, ਸਾਡੇ ਹਿੰਦੁਸਤਾਨ ਤੋਂ ਕੋਰੋਨਾ ਦਾ ਖਤਰਾ ਖਤਮ ਕਰ ਦਿਓ। ਉਹ ਪ੍ਰਭੂ ਜੀ, ਜਦੋਂ ਤੋਂ ਸਰਦੀਆਂ ਵਧੀਆਂ ਫਿਰ ਤੋਂ ਕੋਰੋਨਾ ਦੁਆਰਾ ਆ ਰਿਹਾ ਪ੍ਰਭੂ ਜੀ। ਕਿੰਨੇ ਸਾਡੇ ਦੇਸ਼ ਤੇ ਕਿੰਨੇ ਰਾਜਿਆਂ ਦੇ ਵਿੱਚ ਜਿਹੜੇ ਕਿ ਇਹ ਲੋਕਡਾਊਨ ਫਿਰ ਤੋਂ ਸ਼ੁਰੂ ਹੋ ਗਿਆ। ਕਿਰਪਾ ਕਰੋ ਪ੍ਰਭੂ ਜੀ, ਸਾਡੇ ਦੇਸ਼ ਤੇ ਦਇਆ ਕਰੋ। ਸਾਡੇ ਦੇਸ਼ ਦੀ ਸੀਮਾਵਾਂ ਦੇ ਸ਼ਾਂਤੀ ਭੇਜੋ। ਸਾਡੀ ਦੁਨੀਆ ਵਿੱਚ ਸ਼ਾਂਤੀ ਭੇਜੋ। ਸਾਰੀ ਦੁਨੀਆ ਵਿੱਚ ਕੋਰੋਨਾ ਦਾ ਖਤਰਾ ਖਤਮ ਕਰ ਦਿਓ। ਤੁਹਾਡੀ ਕਿਰਪਾ ਸਾਡੀ ਮੀਡੀਆ ਟੀਮ, ਵਰਸ਼ਿਪ ਟੀਮ, ਸਾਰੇ ਸੇਵਾਦਾਰ ਉੱਤੇ ਚਾਹੁੰਦੇ ਹਾਂ। ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਤੁਸੀਂ ਸਾਰੀਆਂ ਦੁਆਵਾਂ ਨੂੰ ਸੁਣ ਲਿਆ। ਪ੍ਰਾਰਥਨਾਵਾਂ ਨੂੰ ਸੁਣਨ ਦੇ ਲਈ ਧੰਨਵਾਦ। ਇਹਨਾਂ ਸਾਰੀ ਪ੍ਰਾਰਥਨਾ ਨੂੰ ਅਸੀਂ ਤੁਹਾਡੇ ਪਿਆਰੇ ਪੁੱਤਰ, ਸਾਡੇ ਸਭ ਨੇ ਮੁਕਤੀਦਾਤਾ ਪ੍ਰਭੂ ਯਿਸੂ ਦੇ ਨਾਮ ਵਿੱਚ ਮੰਗਿਆ ਹੈ। ਆਮੀਨ। लोगों के साथ सब जगह होती रहे। आमीन आमीन आमीन। खुदा के नाम पे आप सबको
आशीष मिले। ਖੁਦਾਵੰਦ ਦੇ ਨਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਬਰਕਤ यीशु हमको तरक्की दे, ऊंचा उठाए। ਪ੍ਰਭੂ ਯਿਸੂ ਮਸੀਹ ਤੁਹਾਨੂੰ ਤਰੱਕੀ ਦੇਣ, ਤੁਹਾਨੂੰ ਉੱਚਾ ਚੱਕਣ। यीशु के नाम को हम ऊंचा करते जाओ। ਖੁਦਾਵੰਦ ਯਿਸੂ ਦੇ ਨਾਮ ਨੂੰ ਤੁਸੀਂ ਉੱਚਾ ਕਰਦੇ ਜਾਓ सही दुनिया को बता सो यीशु मसीह पिता का परमेश्वर ਤੇ है। ਸਾਰੀ ਦੁਨੀਆ ਨੂੰ ਦੱਸ ਸਕੋ ਕਿ ਪ੍ਰਭੂ ਯਿਸੂ ਮਸੀਹ ਜਗਤ ਦਾ ਮੁਕਤੀ ਦਾਤਾ ਹੈ। वीरवार को फिर मिलेंगे। ਪ੍ਰਭੂ ਨੇ ਚਾਹਿਆ ਤਾਂ ਵੀਰਵਾਰ ਨੂੰ ਅਸੀਂ ਫਿਰ ਮਿਲਾਂਗੇ। सबको जय मसीह। ਸਾਰਿਆਂ ਨੂੰ ਜੈ ਮਸੀਹ ਦੀ। आमीन। ਆਮੀਨ।